ਸਤਿ ਸ਼੍ਰੀ ਅਕਾਲ, ਨਮਸਤੇ, ਹੈਲੋ, ਆਦਾਬ ਦੋਸਤੋ। ਮੈਂ ਤੁਹਾਡੀ ਹੋਸਟ ਤੇ ਦੋਸਤ ਮਧੂ ਤਨਹਾ ਇੱਕ ਵਾਰ ਫਿਰ ਤੁਹਾਡੇ ਰੂਬਰੂ ਹਾਂ ਅਦਬੀ ਰਾਹਾਂ ਦੇ ਇੱਕ ਹੋਰ ਐਪੀਸੋਡ ਦੇ ਵਿੱਚ, ਜਿਸ ਵਿੱਚ ਅੱਜ ਅਸੀਂ ਬਹੁਤ ਹੀ ਗੰਭੀਰ ਤੇ ਬਹੁਤ ਹੀ ਘੱਟ ਗੱਲਬਾਤ ਕੀਤੇ ਹੋਏ ਵਿਸ਼ੇ ਤੇ ਗੱਲਬਾਤ ਕਰਾਂਗੇ। ਸਾਡਾ ਅੱਜ ਦਾ ਵਿਸ਼ਾ ਹੈ ਜੀ ਸੰਸਥਾਵਾਂ, ਸੰਗਠਨ ਅਤੇ ਪ੍ਰਬੰਧਨ। ਤੇ ਅੱਜ ਦੇ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜਿਹੜੇ ਮਹਿਮਾਨ ਜੁੜੇ ਨੇ, ਉਹ ਕਿਸੇ ਨਾ ਕਿਸੇ ਸੰਸਥਾ ਦੇ ਮੁਖੀ ਨੇ। ਉਹ ਕੋਈ ਨਾਨ ਪ੍ਰੋਫਿਟ ਜਾਂ ਕੋਈ ਸਾਹਿਤਿਕ, ਸੱਭਿਆਚਾਰਕ ਜਾਂ ਸਮਾਜਿਕ ਸੰਸਥਾ ਜਿਹੜੀ ਹੈਗੀ ਆ ਚਲਾ ਰਹੇ ਨੇ ਤੇ ਬਖੂਬੀ ਚਲਾ ਰਹੇ ਨੇ। ਤੇ ਸਾਨੂੰ ਲੱਗਾ ਕਿ ਇਹੀ ਜਿਹੜੇ ਲੋਕ ਹੋਣਗੇ, ਬਿਹਤਰ ਹੋਏਗਾ ਕਿ ਉਹ ਸਾਡੇ ਉਹ ਸਾਰੇ ਸਵਾਲਾਂ ਦੇ ਜਵਾਬ ਦੇਣ ਜੋ ਸਾਡੇ ਮਨਾਂ ਦੇ ਵਿੱਚ ਅਕਸਰ ਸੰਸਥਾਵਾਂ ਨੂੰ ਲੈ ਕੇ ਉੱਠਦੇ ਨੇ। ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਰਿਕੁਐਸਟ ਕਰਾਂਗੀ ਕਿ ਜੇ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਉਹ ਪਲੀਜ਼ ਸਾਡੇ ਪੰਜਾਬੀ ਸਾਥ ਮੈਲਬਨ ਦੇ ਪੇਜ ਤੇ ਜੋ ਲਾਈਵ ਚੱਲ ਰਿਹਾ ਉਹਦੇ ਤੇ ਕਮੈਂਟ ਬਾਕਸ ਦੇ ਵਿੱਚ ਡ੍ਰੌਪ ਕਰੋ। ਜੇ ਸਾਡੇ ਕੋਲੇ ਅੰਤ ਤੇ ਟਾਈਮ ਹੋਏਗਾ ਤੇ ਅਸੀਂ ਜ਼ਰੂਰ ਤੁਹਾਡੇ ਪ੍ਰਸ਼ਨ ਲਵਾਂਗੇ ਤੇ ਜਿਹੜਾ ਹੈਗਾ ਇਹਨਾਂ ਸਪੈਸ਼ਲਿਸਟ ਨੂੰ ਪੁੱਛਾਂਗੇ। ਉਹ ਤੁਹਾਡੇ ਪ੍ਰਸ਼ਨ ਤੇ ਉਹਨਾਂ ਦੇ ਸਵਾਲਾਂ ਦੇ ਜਿਹੜੇ ਹੈਗੇ ਜਵਾਬਾਂ ਤੱਕ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਨਾ ਅੱਗੇ ਇੱਕ ਮੈਂ ਹੋਰ ਗੱਲ ਇਹ ਕਵਾਂਗੀ ਕਿ ਤੁਹਾਡੇ ਸਾਰਿਆਂ ਦਾ ਸਾਥ ਹੀ ਜਿਹੜਾ ਹੁੰਦਾ ਹੈ ਤੁਹਾਡਾ, ਤੁਸੀਂ ਜਦੋਂ ਸਾਡੇ ਨਾਲ ਜੁੜਦੇ ਹੋ, ਕਮੈਂਟ ਕਰਦੇ ਹੋ, ਸ਼ੇਅਰ ਕਰਦੇ ਹੋ, ਸਾਨੂੰ ਹੌਸਲਾ ਦਿੰਦੇ ਹੋ ਤੇ ਜਿਹੜੀ ਹੈਗਾ ਸਾਨੂੰ ਹੋਰ ਅੱਗੇ ਤੋਂ ਬਿਹਤਰ ਕਰਨ ਦਾ ਮੌਕਾ ਦਿੰਦਾ ਹੈ ਤੇ ਸਾਨੂੰ ਜਿਹੜਾ ਹੈਗਾ ਹੌਸਲਾ ਅਫਜ਼ਾਈ ਹੈ ਜਿਹੜੀ ਉਹ ਮਿਲਦੀ ਰਵੇ ਤੇ ਸਾਡਾ ਮਨੋਬਲ ਉੱਚਾ ਰਹਿੰਦਾ ਹੈ। ਤੇ ਪਲੀਜ਼ ਤੁਸੀਂ ਜਿਹੜਾ ਹੈਗਾ ਸਾਨੂੰ ਹੌਸਲਾ ਅਫਜ਼ਾਈ ਕਰਦੇ ਰਹੋ, ਸਾਨੂੰ ਸਮੇਂ-ਸਮੇਂ ਤੇ ਦੱਸਦੇ ਰਹੋ ਕਿ ਸਾਡਾ ਲਾਈਵ ਠੀਕ ਚੱਲ ਰਿਹਾ, ਕੋਈ ਮੁਸ਼ਕਲ ਤੇ ਨਹੀਂ ਆ ਰਹੀ ਹੈਗੀ। ਤੇ ਬਾਕੀ ਆਪਾਂ ਤੁਹਾਨੂੰ ਹੁਣ ਇੰਟਰੋਡਿਊਸ ਕਰਾਉਣੇ ਆ ਜੀ ਜਿਹੜੇ ਸਾਡੇ ਅੱਜ ਦੇ ਮਹਿਮਾਨ ਨੇ। ਸਾਡੇ ਨਾਲ ਸਭ ਤੋਂ ਪਹਿਲਾਂ ਜੁੜੇ ਨੇ ਜੀ ਸ਼ਲਿੰਦਰਜੀਤ ਸਿੰਘ ਰਾਜਨ ਜੀ, ਜੋ ਕਿ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਪੰਜਾਬ ਇੰਡੀਆ ਤੋਂ ਸਾਡੇ ਨਾਲ ਜੁੜੇ ਨੇ। ਤੁਹਾਡਾ ਸਵਾਗਤ ਹੈ ਸ਼ਲਿੰਦਰਜੀਤ ਰਾਜਨ ਜੀ। ਜੀ ਉਸ ਤੋਂ ਬਾਅਦ ਸਾਡੇ ਨਾਲ ਜੁੜੇ ਨੇ ਜੀ ਬਲਿਹਾਰ ਸਿੰਘ ਲਹਿਲ ਜੀ, ਜਿਹੜੇ ਕਿ ਪੰਜਾਬੀ ਲਿਖਾਰੀ ਸਭਾ ਸਿਆਟਲ USA ਤੋਂ ਸਾਡੇ ਨਾਲ ਜੁੜੇ ਨੇ। ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਬਲਿਹਾਰ ਲਹਿਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਸਾਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ। ਮੈਂ ਪੰਜਾਬੀ ਲਿਖਾਰੀ ਸਭਾ ਸਿਆਟਲ ਦਾ ਜਨਰਲ ਸੈਕਟਰੀ ਹਾਂ ਜੀ। ਸਵਾਗਤ ਹੈ ਜੀ। ਇਸ ਤੋਂ ਬਾਅਦ ਸਾਡੇ ਨਾਲ ਜੁੜੇ ਨੇ ਜੀ ਅਲੀ ਅਹਿਮਦ ਗੁਜਰਾਤੀ ਜੀ, ਜੋ ਕਿ ਦਿਲ ਦਰਿਆ ਪਾਕਿਸਤਾਨ ਨਾਮ ਦੀ ਸੰਸਥਾ ਚਲਾਉਂਦੇ ਨੇ। ਤੇ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅਲੀ ਅਹਿਮਦ ਗੁਜਰਾਤੀ ਜੀ। ਸਭ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਔਰ अस्सलाम वालेकुम वरहमतुल्लाह वबरकातुहू। ਵਾਲੇਕੁਮ ਅਸਲਾਮ ਅਲੀ ਜੀ। ਜੀ ਇਸ ਤੋਂ ਬਾਅਦ ਸਾਡੇ ਨਾਲ ਜੁੜੇ ਨੇ ਜੀ ਕੁਲਜੀਤ ਕੌਰ ਗਜ਼ਲ ਜੀ, ਜੋ ਕਿ ਪੰਜਾਬੀ ਸਾਥੀ ਮੈਲਬਨ ਆਸਟ੍ਰੇਲੀਆ ਦੇ ਕਰਤਾ ਧਰਤਾ ਨੇ। ਸਵਾਗਤ ਕਰਦੇ ਹਾਂ ਅਸੀਂ ਤੁਹਾਡਾ ਕੁਲਜੀਤ ਕੌਰ ਗਜ਼ਲ ਜੀ। ਬਹੁਤ-ਬਹੁਤ ਮਿਹਰਬਾਨੀ ਮਧੂ ਤਨਹਾ ਤੇ ਬਹੁਤ ਮਿਹਰਬਾਨੀ ਪੰਜਾਬੀ ਸਾਥ ਮੈਲਬਨ ਤੇ AUP ਚੈਨਲ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੋਸਤੋ, ਸਵਾਗਤ ਸਾਰਿਆਂ ਦਾ। ਸੰਸਥਾ ਚਲਾਉਣਾ ਤੇ ਫਿਰ ਇਹੋ ਜਿਹੀ ਸੰਸਥਾ ਚਲਾਉਣਾ ਜਿਹੜੀ ਕਿ ਨਾਨ ਪ੍ਰੋਫਿਟ ਹੋਵੇ, ਸਮਾਜਿਕ ਮੁੱਦਿਆਂ ਨੂੰ ਉਠਾਉਂਦੀ ਹੋਵੇ ਤੇ ਜਿਹੜਾ ਹੈਗਾ ਇੱਕ ਆਵਾਜ਼ ਬੁਲੰਦ ਕਰਦੀ ਹੋਵੇ ਵੱਖ-ਵੱਖ ਵਿਸ਼ਿਆਂ ਦੇ ਉੱਪਰ, ਇੰਨਾ ਆਸਾਨ ਨਹੀਂ ਹੁੰਦਾ। ਆਪਾਂ ਦੇਖਦੇ ਹਾਂ ਕਿ ਜਿਹੜੇ ਅੱਜ ਸਾਡੇ ਨਾਲ ਮਹਿਮਾਨ ਜੁੜੇ ਨੇ ਉਹ ਕਿਹੋ ਜਿਹੀਆਂ ਸੰਸਥਾਵਾਂ ਚਲਾਉਂਦੇ ਨੇ। ਮੈਂ ਤੁਹਾਨੂੰ ਜਾਣਕਾਰੀ ਦੇਵਾਂ ਇਸ ਦੇ ਨਾਲੋਂ ਬਿਹਤਰ ਹੋਏਗਾ ਕਿ ਅਸੀਂ ਇਹਨਾਂ ਸੰਸਥਾਵਾਂ ਦੇ ਮੁਖੀਆਂ ਕੋਲ ਪਹੁੰਚੀਏ ਤੇ ਉਹ ਸਾਨੂੰ ਦੱਸਣ ਕਿ ਉਹਨਾਂ ਦੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਕੀ ਇਤਿਹਾਸ ਹੈ, ਆਪਣੀਆਂ ਸੰਸਥਾਵਾਂ ਬਾਰੇ ਸਾਨੂੰ ਸੰਖੇਪ ਜਾਣਕਾਰੀ ਦੇਣ ਤੇ ਸਾਨੂੰ ਆਪਣੇ ਅਹੁਦਿਆਂ ਬਾਰੇ ਵੀ ਦੱਸਣ ਕਿ ਕਿਹੜੀਆਂ ਅਹੁਦੇਦਾਰੀਆਂ ਹੈਗੀਆਂ ਨੇ ਉਹਨਾਂ ਦੀਆਂ ਸੰਸਥਾਵਾਂ ਦੇ ਵਿੱਚ। ਤੇ ਆ ਜਾਓ ਫਿਰ ਆਪਾਂ ਸਭ ਤੋਂ ਪਹਿਲਾਂ ਪਹੁੰਚਦੇ ਹਾਂ ਜੀ ਬਲਿਹਾਰ ਲਹਿਲ ਜੀ ਕੋਲ USA ਦੇ ਵਿੱਚ, ਤੇ ਉਹਨਾਂ ਤੋਂ ਪੁੱਛਦੇ ਹਾਂ ਉਹਨਾਂ ਦੀ ਸੰਸਥਾ ਦੇ ਇਤਿਹਾਸ ਤੇ ਅਹੁਦੇਦਾਰੀਆਂ ਤੇ ਲੈਂਦੇ ਹਾਂ ਜਾਣਕਾਰੀ ਉਹਨਾਂ ਤੋਂ। ਬਲਿਹਾਰ ਜੀ। ਹਾਂਜੀ, ਸਾਡੀ ਇਹ ਪੰਜਾਬੀ ਲਿਖਾਰੀ ਸਭਾ ਸਿਆਟਲ ਤੇ 30 ਸਾਲ ਪਹਿਲਾਂ ਇੱਥੇ ਸਿਆਟਲ ਦੇ ਵਿੱਚ ਪੰਜਾਬੀ ਪ੍ਰੇਮੀਆਂ ਨੇ ਤੇ ਪੰਜਾਬੀ ਲਿਖਾਰੀਆਂ ਨੇ ਇਕੱਠੇ ਹੋ ਕੇ ਸੰਸਥਾ ਬਣਾਈ। ਨਾਂ ਬਦਲਦਾ ਰਿਹਾ, ਪਹਿਲਾਂ ਜਿਹੜਾ ਪੰਜਾਬੀ ਸਾਹਿਤ ਸਭਾ, ਪੰਜਾਬੀ ਕਲਚਰ ਸੁਸਾਇਟੀ, ਤੇ ਫਿਰ 1992 ਤੋਂ ਜਿਹੜਾ ਇਹ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਨਾਂ ਨਾਲ ਚੱਲ ਰਹੀ ਹੈ ਜੀ ਸੰਸਥਾ ਇਹ। ਤੇ ਇਹਦਾ ਜਿਹੜਾ ਆ ਪ੍ਰਧਾਨ
ਡਾਕਟਰ JB ਸਿੰਘ ਜੀ ਤੇ ਵਾਈਸ ਪ੍ਰਧਾਨ ਹਰਪਾਲ ਸਿੰਘ ਸਿੱਧੂ, ਸੈਕਟਰੀ ਮੈਂ ਹੈਗਾ ਆ ਤੇ ਸਹਾਇਕ ਸੈਕਟਰੀ ਸਾਧੂ ਸਿੰਘ ਝੱਜ ਜੀ ਤੇ ਸਾਡੇ ਖਜ਼ਾਨਚੀ ਪ੍ਰਿਤਪਾਲ ਸਿੰਘ ਠਵਾਣਾ ਜੀ ਤੇ ਸਾਡੇ ਜਿਹੜੇ ਨੇ ਉਹ ਸਰਪ੍ਰਸਤ ਸ਼ਿੰਗਾਰ ਸਿੰਘ ਸਿੱਧੂ ਜੀ ਤੇ ਬੀਬੀ ਸਵਰਾਜ ਕੌਰ ਜੀ। ਵਾਹ ਜੀ ਵਾਹ, ਵਾਹ। ਤੇ ਤੁਹਾਡੀ ਜਿਹੜੀ ਹੈਗੀ ਇਹ ਸੰਸਥਾ ਕੀ ਮੇਨ ਉਦੇਸ਼ ਲੈ ਕੇ ਚੱਲ ਰਹੀ ਹੈ ਤੁਹਾਡੀ ਸੰਸਥਾ ਜੋ ਹੈ ਜੀ? ਉਦੇਸ਼ ਤਾਂ ਤਕਰੀਬਨ ਸਾਰਿਆਂ ਦਾ ਇੱਕੋ ਹੁੰਦਾ ਕਿ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ, ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨਾ ਜੀ। ਤੇ ਉਹਦੇ ਲਈ ਉਹ ਤੁਸੀਂ ਜਿਹੜਾ ਆ ਉਹ ਵੱਖ-ਵੱਖ ਢੰਗਾਂ ਦੇ ਨਾਲ, ਵੱਖ-ਵੱਖ ਤਰੀਕਿਆਂ ਦੇ ਨਾਲ ਤੁਸੀਂ ਆਪਣਾ ਕੰਮ ਕਰਦੇ ਹੋ ਉਸ ਉਦੇਸ਼ ਦੀ ਪ੍ਰਾਪਤੀ ਲਈ। ਤੇ ਉਹਦੇ ਵਿੱਚ ਆ ਜਾਂਦਾ ਤੁਸੀਂ ਕਵੀ ਦਰਬਾਰ ਕਰਵਾ ਲੈ, ਸਾਹਿਤਕ ਪ੍ਰੋਗਰਾਮ ਕਰਵਾ ਲੈ, ਸੱਭਿਆਚਾਰਕ ਪ੍ਰੋਗਰਾਮ ਕਰਵਾ ਲੈ, ਗੁਰਦੁਆਰਿਆਂ ਦੇ ਵਿੱਚ ਜਿਹੜੇ ਪੰਜਾਬੀ ਸਕੂਲ ਲੱਗਦੇ ਨੇ ਉੱਥੇ ਜਾ ਕੇ ਬੱਚਿਆਂ ਨੂੰ ਪੰਜਾਬੀ ਲਿਖਣ ਲਈ ਐਨਕਰੇਜ ਕਰਨਾ, ਜਾਂ ਕਵੀ ਦਰਬਾਰਾਂ ਦੇ ਵਿੱਚ ਨਵੇਂ ਜਿਹੜੇ ਬੰਦੇ ਆਉਂਦੇ ਨੇ, ਨਵੇਂ ਲੇਖਕ ਆਉਂਦੇ ਨੇ, ਉਹਨਾਂ ਨੂੰ ਐਨਕਰੇਜ ਕਰਨਾ। ਤੋ ਇਸ ਤਰ੍ਹਾਂ ਦੇ ਮਿਲੇ ਜੁਲੇ ਜਿਹੜੇ ਆ ਕੰਮ ਹੁੰਦੇ ਨੇ ਜੀ। ਬਹੁਤ ਸੋਹਣਾ। ਆਪਾਂ ਹੁਣ ਚੱਲਦੇ ਆ ਜੀ ਸ਼ਲਿੰਦਰਜੀਤ ਸਿੰਘ ਰਾਜਨ ਜੀ ਕੋਲ ਤੇ ਆਪਾਂ ਉਹਨਾਂ ਤੋਂ ਉਹਨਾਂ ਦੀ ਸੰਸਥਾ ਬਾਰੇ ਲੈਂਦੇ ਆ ਜਾਣਕਾਰੀ। ਸ਼ਲਿੰਦਰਜੀਤ ਸਿੰਘ ਰਾਜਨ ਜੀ। ਜੀ ਸਰ, ਤੁਹਾਡਾ ਮਾਈਕ ਆਫ ਹੈ ਜੀ, ਅਸੀਂ ਉਡੀਕ ਕਰ ਰਹੇ ਹਾਂ ਤੁਹਾਡੀ। ਤੁਹਾਡਾ ਮਾਈਕ ਹਜੇ ਵੀ ਆਫ ਹੈ ਸਰ। ਸ਼ਰਿੰਦਰਜੀਤ ਸਿੰਘ ਸਰ, ਤੁਹਾਡਾ ਮਾਈਕ ਆਫ ਹੈ ਜੀ, ਸਾਨੂੰ ਤੁਹਾਡੀ ਆਵਾਜ਼ ਨਹੀਂ ਆ ਰਹੀ ਜੇ। ਹਾਂਜੀ, ਨਹੀਂ ਫੇਰ ਆਫ ਹੋ ਗਈ। ਜੀ ਤੁਹਾਡੀ ਆਵਾਜ਼ ਆ ਰਹੀ ਹੈ। ਹਾਂਜੀ ਸ਼ਰਿੰਦਰ ਸਰ। मैडम आ रही आवाज? ਹਾਂਜੀ ਹਾਂਜੀ। मैं ਸ਼ਰਿੰਦਰਜੀਤ ਸਿੰਘ ਰਾਜਨ ਬਾਬਾ ਸਾਹਿਬ ਤੋਂ ਪੰਜਾਬ ਬਾਬਾ ਸਾਹਿਬ ਦਾ ਸੰਚਾਲਕ ਔਰ ਪੰਜਾਬ ਦੀ ਅਸੀਂ ਸੰਸਥਾ ਚਲਾ ਰਹੇ ਹਾਂ 1986 ਤੋਂ। 86 ਦੇ ਵਿੱਚ ਅਸੀਂ ਇਹ ਇਤਿਹਾਸਕ ਨਗਰ ਹੈ ਬਾਬਾ ਬਕਾਲਾ ਸਾਹਿਬ, ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ, ਔਰ ਇੱਥੇ ਅਸੀਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੀ ਸਥਾਪਨਾ ਕੀਤੀ ਸੀ। ਔਰ ਲਗਭਗ 34 ਵਰ੍ਹੇ ਹੋ ਗਏ ਨੇ ਇਸ ਸਭਾ ਨੂੰ ਚਲਾਉਂਦਿਆਂ ਨੂੰ, ਔਰ ਨਿਰੰਤਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਜਿਹੜੀ ਅਸੀਂ ਸੇਵਾਵਾਂ ਨਿਭਾ ਰਹੇ ਹਾਂ। ਬਹੁਤ ਸੋਹਣਾ ਜੀ। ਕੋਈ ਹੋਰ? ਹਾਂਜੀ, ਇਹ ਤੁਹਾਡੀ ਸੰਸਥਾ ਦੇ ਜਿਹੜੇ ਆਦੇਸ਼ ਲੈ ਕੇ ਤੁਸੀਂ ਸ਼ੁਰੂ ਕੀਤੀ ਸੀ, ਤੁਸੀਂ ਉਹਨਾਂ ਆਦੇਸ਼ਾਂ ਦੇ ਉੱਪਰ ਹੀ ਚੱਲ ਰਹੇ ਹੋ ਜਾਂ ਤੁਸੀਂ ਟਾਈਮ ਟੂ ਟਾਈਮ ਜਿਹੜਾ ਹੈਗਾ ਹੋਰ ਐਡੀਸ਼ਨ ਕੀਤਾ ਕੁਝ? ਬਿਲਕੁਲ ਬਿਲਕੁਲ। ਅਸੀਂ ਜਦੋਂ ਇਹ ਸੰਸਥਾ ਸਥਾਪਿਤ ਕੀਤੀ ਸੀ ਤਾਂ ਅਸੀਂ ਇਹ ਯਤਨ ਕੀਤਾ ਸੀ ਕਿ ਜਿਹੜੇ ਨਵੇਂ ਲੇਖਕ ਨੇ ਉਹਨਾਂ ਨੂੰ ਲਿਖਣ ਦੀ ਚਿੱਟ ਲਾਈ ਜਾਵੇ, ਔਰ ਜਿਹੜੇ ਅਣਗੌਲੇ ਲੇਖਕ ਨੇ ਜਿਨ੍ਹਾਂ ਨੂੰ ਕੋਈ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਉਹ ਉਜਾਗਰ ਨਹੀਂ ਹੋ ਰਹੇ, ਉਹਨਾਂ ਨੂੰ ਪਛਾਣ ਉਹਨਾਂ ਦੀ ਬਣਾਈ ਜਾਵੇ, ਉਹਨਾਂ ਦਾ ਮਾਣ ਸਨਮਾਨ ਕੀਤਾ ਜਾਵੇ। ਔਰ ਜਿੰਨੇ ਵੀ ਪ੍ਰੌੜ ਲੇਖਕ ਜਾਂ ਸਥਾਪਿਤ ਲੇਖਕ ਨੇ ਉਹਨਾਂ ਨੂੰ ਆਪਣੀ ਸਾਹਿਤ ਸਭਾ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਨਵੇਂ ਲੇਖਕਾਂ ਦੇ ਰੂਬਰੂ ਕਰਾ ਕੇ ਉਹਨਾਂ ਨੂੰ ਪੜ੍ਹਨ ਦੀ ਚਿੱਟ ਲਾਈ ਜਾਵੇ। ਇਹ ਸਾਡੇ ਮੁੱਖ ਉਦੇਸ਼ ਰਹੇ ਨੇ। ਔਰ ਪੰਜਾਬੀ ਮਾਂ ਬੋਲੀ ਨੂੰ ਹਰ ਥਾਂ ਉਹਦੀ ਬਣਦੀ ਜਿਹੜੀ ਆ ਜਿਹੜੀ ਭਾਸ਼ਾ ਨੂੰ ਬਣਦਾ ਮਾਣ ਸਨਮਾਨ ਦਿਵਾਉਣ ਲਈ ਅਸੀਂ ਜੋ ਯਤਨ ਸ਼ੁਰੂ ਕੀਤੇ ਸਨ, ਅਸੀਂ ਉਹਨਾਂ ਪ੍ਰਤੀ ਕਾਮਯਾਬ ਰਹੇ ਹਾਂ। ਔਰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕੋਈ ਜਿੰਨੇ ਵੀ ਪ੍ਰੋਗਰਾਮ ਸਾਡੇ ਕੋਲ ਆਉਂਦੇ ਨੇ ਅਸੀਂ ਉਹਨਾਂ ਦੇ ਉੱਪਰ ਵੱਧ ਚੜ ਕੇ ਜਿਹੜਾ ਉਹ ਕੰਮ ਕਰ ਰਹੇ ਹਾਂ। ਬਹੁਤ ਸੋਹਣਾ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ ਅਲੀ ਜੀ, ਹੁਣ ਆਪਾਂ ਪਹੁੰਚਦੇ ਹਾਂ ਤੁਹਾਡੇ ਕੋਲੇ ਤੇ ਤੁਸੀਂ ਆਪਣੀ ਸੰਸਥਾ ਦਿਲ ਦਰਿਆ ਪਾਕਿਸਤਾਨ ਬਾਰੇ ਸਾਡੇ ਸਰੋਤਿਆਂ ਨੂੰ ਦੱਸੋ ਕੁਝ, ਜਿਹੜੇ ਸਾਡੇ ਦੋਸਤ ਸਾਡੇ ਨਾਲ ਜੁੜੇ ਹੋਏ ਨੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਭਨਾ ਸੁਣਨ ਵਾਲੇ ਸੱਜਣਾ ਮਿੱਤਰਾਂ ਨੂੰ अस्सलाम वालेकुम वरहमतुल्लाह बरकात, सत श्री अकाल, नमस्ते।
ਹਾਂਜੀ ਹਾਂਜੀ ਆ ਰਹੀ ਹੈ ਤੁਹਾਡੀ ਆਵਾਜ਼ ਸਰ, ਬੋਲੋ। ਹਾਂਜੀ ਦੋਸਤੋ, ਇਹ ਜਿਹੜਾ ਹੈਗਾ ਐਤਵਾਰ ਨੂੰ ਜਦੋਂ ਅਸੀਂ ਪ੍ਰੋਗਰਾਮ ਰੱਖ ਲੈਂਦੇ ਆ, ਤੇ ਮੈਨੂੰ ਲੱਗਦਾ ਕਿ ਅੱਧੇ ਤੋਂ ਵੱਧ ਇੰਟਰਨੈਟ ਤਾਂ ਜਿਹੜਾ ਘਰਾਂ ਦੇ ਬੱਚੇ ਹੀ ਖਾ ਰਹੇ ਹੁੰਦੇ ਨੇ ਸ਼ਾਇਦ। ਤੇ ਸਾਨੂੰ ਹਮੇਸ਼ਾ ਹੀ ਮੁਸ਼ਕਲਾਂ ਆਉਂਦੀਆਂ ਨੇ। ਸਾਨੂੰ ਜੇ ਕਿਸੇ ਟੈਕਨੀਕਲ ਬੰਦੇ ਕੋਲ ਇਸ ਦਾ ਕੋਈ ਹੱਲ ਹੈ ਤੇ ਪਲੀਜ਼ ਸਾਨੂੰ ਸਾਡੇ ਪੇਜਾਂ ਤੇ ਆ ਕੇ ਦੱਸਿਆ ਜਾਵੇ ਕਿ ਕੀ ਕੀਤਾ ਜਾ ਸਕਦਾ ਹੈ, ਕਿ ਜਿਹੜੀ ਇਹ ਬਫਰਿੰਗ ਹੈ ਜਾਂ ਜਿਹੜਾ ਸਲੋ ਨੈਟ ਹੈ ਇਹਦਾ ਕੋਈ ਹੱਲ ਕੀਤਾ ਜਾ ਸਕਦਾ, ਤਾਂ ਕਿ ਅਸੀਂ ਆਪਣੇ ਜਿਹੜੇ ਸੱਜਣ ਸਾਡੇ ਨਾਲ ਜੁੜਦੇ ਨੇ, ਸਾਡੇ ਮਹਿਮਾਨ ਸਾਡੇ ਨਾਲ ਜੁੜਦੇ ਨੇ, ਅਸੀਂ ਇਹ ਟੈਕਨੀਕਲ ਇਸ਼ੂਜ਼ ਨੂੰ ਜਿਹੜਾ ਓਵਰਕਮ ਕਰ ਸਕੀਏ, ਇਹਨਾਂ ਤੋਂ ਪਾਰ ਜਾ ਸਕੀਏ ਤੇ ਇੱਕ ਸਮੂਥ ਜਿਹੜਾ ਹੈਗਾ ਆਰਾਮ ਨਾਲ ਜਿਹੜਾ ਪ੍ਰੋਗਰਾਮ ਰਨ ਕਰ ਸਕੀਏ, ਚਲਾ ਸਕੀਏ। ਤੇ ਅਲੀ ਜੀ ਹੈਲੋ, ਜੁੜੇ ਮੇਰੀ ਨੇ ਆਵਾਜ਼ ਨਾਲ ਆ ਰਹੀ ਹੈ ਦੁਬਾਰਾ। ਜੀ ਅਲੀ ਜੀ, ਤੁਹਾਡੀ ਆਵਾਜ਼ ਆ ਰਹੀ ਹੈ। ਜੀ? ਦਿਲ ਦਰਿਆ ਪਾਕਿਸਤਾਨ ਜਿਹੜੀ ਆ, ਅਸੀਂ ਇਸ ਦਾ 16 ਅਪ੍ਰੈਲ 2014 ਚ ਇਸ ਦਾ ਮੁੱਢ ਬੰਨਿਆ ਤਨਜ਼ੀਮ ਦਾ। ਜੀ ਔਰ ਬੜੇ ਮਨ ਖਾਲੀ ਗੱਲ ਇਹ ਹੈ ਕਿ ਪੂਰੀ ਦੁਨੀਆ ਦੇ ਵਿੱਚ ਪਾਕਿਸਤਾਨ ਦਾ ਪੰਜਾਬ ਇੱਕ ਐਸਾ ਖਿੱਤਾ ਹੈ ਕਿ ਜਿਸ ਦੀ 12 ਕਰੋੜ ਪੰਜਾਬੀ ਆਵਾਮ ਹੋਣ ਦੇ ਬਾਵਜੂਦ ਵੀ ਜਿਹੜਾ ਉਹ ਇਸ ਪੰਜਾਬ ਵਿੱਚ ਪੰਜਾਬੀ ਜ਼ੁਬਾਨ ਸਕੂਲਾਂ ਔਰ ਕਾਲਜਾਂ ਦੇ ਅੰਦਰ ਪੜ੍ਹਾਈ ਨਹੀਂ ਜਾਂਦੀ। ਸੋ ਆਪਣੀ ਧਰਤੀ, ਆਪਣੇ ਵਸੇਬ ਔਰ ਆਪਣੀ ਲੋਕਾਈ ਦਾ ਇਹ ਭਰਮ ਔਰ ਇਹ ਦੁੱਖ ਆਪਣੇ ਅੰਦਰ ਲੈ ਕੇ ਅਸੀਂ ਜਿਹੜਾ ਉਹ ਇਸ ਤਨਜ਼ੀਮ ਦਾ ਮੁੱਢ ਰੱਖਿਆ, ਜਿਸ ਦੇ ਅੰਦਰ ਅਸੀਂ ਪੰਜਾਬੀ ਜ਼ੁਬਾਨ, ਪੰਜਾਬੀ ਸਕਾਫਤ ਔਰ ਇਸ ਦੇ ਨਾਲ ਨਾਲ ਪੰਜਾਬੀ ਸ਼ਾਇਰੀ ਜਿਹੜੀ ਹੈ, ਇਸ ਨੂੰ ਅਸੀਂ ਜਿਹੜਾ ਉਹ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਸਾਡੇ ਨਾਲ ਜਿਹੜਾ ਉਹ ਸਿਰਫ ਔਰ ਸਿਰਫ ਕਿਸੇ ਇੱਕ ਇਲਾਕੇ ਦੇ ਨਹੀਂ, ਪੂਰੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਇਸ ਸਾਡੀ ਤਨਜ਼ੀਮ ਦੇ ਨਾਲ ਜੁੜੇ ਹੋਏ ਨੇ। ਸਾਡੀ ਤਨਜ਼ੀਮ ਦੇ ਸਰਪ੍ਰਸਤੀ ਵਾਲਾ ਪ੍ਰੋਫੈਸਰ ਡਾਕਟਰ ਆਨਿਲ ਜ਼ਹੀਰ ਭੱਟੀ ਸਾਹਿਬ ਨਮਲ ਯੂਨੀਵਰਸਿਟੀ ਇਸਲਾਮਾਬਾਦ ਤੋਂ ਨਾਲ ਨੇ ਸਾਡੇ। ਇਸ ਤੋਂ ਇਲਾਵਾ ਕਾਫੀ ਸਾਰੇ ਲੋਕ ਜਿਹੜੇ ਨੇ ਉਹ ਇਸ ਤਨਜ਼ੀਮ ਨਾਲ ਜੁੜੇ ਹੋਏ ਨੇ। ਔਰ ਅਸੀਂ ਜਿਹੜਾ ਉਹ ਆਪਣਾ ਬਿਲਖਸੂਸ ਥਰਡੇ ਲੈਵਲ ਤੋਂ ਜਿਹੜਾ ਨਾ ਲੋ ਲੈਵਲ ਤੋਂ ਅਸੀਂ ਇਸ ਚੀਜ਼ ਨੂੰ ਅੱਗੇ ਲੈ ਕੇ ਆ ਰਹੇ ਹਾਂ। ਖਾਸ ਕਰ ਨਵੇਂ ਲਿਖਾਰੀ ਉਹਨਾਂ ਨੂੰ ਆਪਣੇ ਨਾਲ ਜੋੜ ਰਹੇ ਹਾਂ। ਸਕੂਲਾਂ ਦੇ ਅੰਦਰ ਜਾਣਾ, ਕਾਲਜਾਂ ਦੇ ਅੰਦਰ ਜਾਣਾ ਔਰ ਉੱਥੇ ਦੇ ਹੈਡ ਮਾਸਟਰ ਜਿਹੜੇ ਨੇ, ਪ੍ਰਿੰਸੀਪਲ ਜਿਹੜੇ ਨੇ, ਉਹਨਾਂ ਦੇ ਨਾਲ ਮਿਲਣਾ, ਉਹਨਾਂ ਨੂੰ ਮਾਂ ਬੋਲੀ ਜਿਹੜੀ ਹੈ ਉਸ ਦੀ ਅਹਿਮੀਅਤ ਔਰ ਉਸ ਦੀ ਅਫਾਦੀਅਤ ਜਿਹੜੀ ਹੈ ਉਸ ਦੇ ਬਾਰੇ ਜਾਣਕਾਰੀ ਦੇਣਾ। ਔਰ ਇਸ ਦੇ ਨਾਲ ਨਾਲ ਅਸੀਂ ਜਿਹੜਾ ਉਹ ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਜਿਹੜਾ ਉਹ ਰੈਲੀਆਂ ਦੇ ਇਨਕਾਦ ਵੀ ਕਰਦੇ ਹਾਂ, ਤਾਂ ਜੇ ਸਾਡੀ ਆਵਾਜ਼ ਜਿਹੜੀ ਉਹ ਪੰਜਾਬ ਸਰਕਾਰ ਤੀਕਰ ਰਪੜੇ ਔਰ ਉਹ ਸਾਡੇ ਖਾਸ ਕਰ ਜਿਹੜਾ ਉਹ ਪੰਜਾਬੀ ਲਾਜ਼ਮੀ ਮਜ਼ਮੂਨ ਜਿਹੜਾ ਹੈ ਉਹ ਪਹਿਲੀ ਜਮਾਤ ਤੋਂ ਲੈ ਕੇ BA ਤੀਕਰ ਉਸਨੂੰ ਪੰਜਾਬੀ ਮਜ਼ਮੂਨ ਲਾਜ਼ਮੀ ਦੇ ਤੌਰ ਤੇ ਲਾਗੂ ਕਰੇ ਔਰ ਇਸ ਦੇ ਨਾਲ ਨਾਲ ਪ੍ਰਾਇਮਰੀ ਮੀਡੀਅਮ ਜਿਹੜਾ ਹੈ ਉਸ ਨੂੰ ਪੰਜਾਬੀ ਕੀਤਾ ਜਾਵੇ। ਬਹੁਤ ਸ਼ੁਕਰੀਆ। ਬਹੁਤ ਸੋਹਣੇ ਉਦਮਾਂ ਤੇ ਤੁਹਾਡੀ ਜਿਹੜੀ ਸੰਸਥਾ ਕੰਮ ਕਰ ਰਹੀ ਹੈ ਜੀ। ਵਾਹ, ਕੀ ਬਾਤ। ਅੱਛਾ ਜੀ, ਹੁਣ ਆਪਾਂ ਚੱਲਦੇ ਹਾਂ ਅੱਗੇ ਮੈਲਬਨ ਤੋਂ ਕੁਲਜੀਤ ਕੌਰ ਗਜ਼ਲ ਜੀ ਕੋਲ, ਤੇ ਉਹਨਾਂ ਦੀ ਸੰਸਥਾ ਬਾਰੇ ਲੈਂਦੇ ਹਾਂ ਜਾਣਕਾਰੀ। ਹਾਂਜੀ ਕੁਲਜੀਤ ਜੀ, ਤੁਹਾਡਾ ਸਵਾਗਤ ਹੈ। ਹਾਂਜੀ, ਸ਼ੁਕਰੀਆ ਮਧੂ ਤਨਹਾ। ਸਾਡੀ ਸੰਸਥਾ ਪੰਜਾਬੀ ਸੱਥ ਮੈਲਬਨ ਤੇ ਅਪ ਚੈਨਲ ਵੱਲੋਂ ਇਹ ਪ੍ਰੋਗਰਾਮ ਵੀ ਹੋ ਰਿਹਾ, ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ। ਪੰਜਾਬੀ ਸੱਥ ਮੈਲਬਨ ਦੀ ਨੀਂਹ 20 ਜਨਵਰੀ 2019 ਨੂੰ ਕੀਸ ਕੋਲ ਗੁਰਦੁਆਰਾ ਸਾਹਿਬ ਮੈਲਬਨ ਦੇ ਵਿੱਚ ਰੱਖੀ ਗਈ। ਗਿਆਨੀ ਸੰਤੋਖ ਸਿੰਘ ਜਿਹੜੇ ਸਿਡਨੀ ਵਾਲੇ ਨੇ ਉਹ ਆਏ ਸੀ ਇੱਥੇ, ਤੇ ਫਿਰ ਸਾਰੀ ਸੰਗਤ ਨੇ ਅਰਦਾਸ ਕਰਕੇ ਤੇ ਪੰਜਾਬੀ ਸੱਥ ਮੈਲਬਨ ਦੀ ਨੀਂਹ ਰੱਖੀ। ਉਹਦੇ ਵਿੱਚ ਉਹਨਾਂ ਨੇ ਮੇਰੀ ਜਿਹੜੀ ਜ਼ਿੰਮੇਦਾਰੀ ਲਾਈ ਉਹ ਸੰਚਾਲਨਾ ਦੀ ਲਾਈ, ਤੇ ਫਿਰ ਹੌਲੀ ਹੌਲੀ ਮੇਰੇ ਨਾਲ ਲੋਕ ਜੁੜਦੇ ਗਏ ਤੇ ਮਧੂ ਤਨਹਾ ਉਹਦੇ ਵਿੱਚ ਪ੍ਰੈਜ਼ੀਡੈਂਟ ਆ। ਮੈਂ ਸਕੱਤਰ ਦੀ ਸੇਵਾ ਨਿਭਾ ਰਹੀ ਹਾਂ। ਮਧੂ ਤਨਹਾ ਤੁਹਾਡੇ ਕੋਲ ਹੀ ਹੈ, ਇਹ ਪ੍ਰੈਜ਼ੀਡੈਂਟ ਦੀ ਸੇਵਾ ਨਿਭਾ ਰਹੇ ਨੇ, ਸਾਰਾ ਕੰਮ ਸਾਂਭਦੇ ਨੇ, ਨਾਲ ਪ੍ਰੋਗਰਾਮ ਵੀ ਕਰਦੇ ਨੇ। ਸਾਡੇ ਕੋਲ ਖਜ਼ਾਨਚੀ ਹੈ ਲਵਪ੍ਰੀਤ ਕੌਰ, ਤੇ ਸਾਡੇ ਸਲਾਹਕਾਰ ਨੇ 3 ਜੱਸੀ ਧਾਲੀਵਾਲ, ਪ੍ਰੀਤ ਖਿੰਡਾ ਤੇ ਰਮਨ ਮਾਰੂਪੁਰ। ਫਿਰ ਸਾਡੇ ਨਾਲ ਕੁਝ ਰਾਈਟਰਸ ਵੀ ਜੁੜੇ ਹੋਏ ਨੇ, ਜਿਸ ਤਰ੍ਹਾਂ ਜਸਵੀਰ ਕੌਰ ਲਗਾਤਾਰ ਸਾਨੂੰ ਹੌਸਲਾ ਅਫਜ਼ਾਈ ਕਰਦੀ ਆ। MH ਡਿਜ਼ਾਈਨਰ ਵਾਲੀਆਂ ਰੰਧਾਵਾ ਸਿਸਟਰਸ, ਉਹ ਵੀ ਲਗਾਤਾਰ ਸਾਡੇ ਹੌਸਲਾ ਅਫਜ਼ਾਈ ਕਰਦੇ ਨੇ। ਬਿਕਰਮ ਸਿੰਘ ਸੇਖੋ ਤੇ ਰਮਾ ਸੇਖੋ ਹੁਣੀ ਰਾਈਟਰ ਵੀ ਨੇ, ਇੱਕ ਕਵਿੱਤਰੀ ਬਹੁਤ ਵਧੀਆ ਲਿਖਦੇ ਨੇ ਤੇ ਅਪ ਚੈਨਲ ਵੀ ਚਲਾਉਂਦੇ ਨੇ। ਇਹਨਾਂ ਦਾ ਵੀ ਸਾਨੂੰ ਸਾਥ ਹੈ। ਤੇ ਅਸੀਂ ਸਾਡਾ ਜਿਸ ਤਰ੍ਹਾਂ ਬਲਿਹਾਰ ਹੋਣਾ ਵੀ ਦੱਸਿਆ ਸੀ, ਰਾਜਨ ਹੋਣਾ ਵੀ ਪਹਿਲਾਂ ਦੱਸਿਆ ਕਿ ਸਾਡਾ ਮੇਨ ਮਕਸਦ, ਸਭ ਤੋਂ ਉੱਪਰਲਾ ਜਿਹੜਾ ਮਕਸਦ ਹੈ ਉਹ ਆਪਣੀ ਮਾਂ ਬੋਲੀ ਨੂੰ
ਜਿੰਦਾ ਰੱਖਣਾ, ਉਹਨੂੰ ਚੇਤੇ ਰੱਖਣਾ ਤੇ ਆਪਣੀਆਂ ਜਿਹੜੀਆਂ ਪੁਸ਼ਤਾਵਾਂ ਅੱਗੇ ਬੱਚੇ ਨੇ ਉਹਨਾਂ ਤੱਕ ਪਹੁੰਚਾਉਣਾ। ਜੀ ਹਾਂਜੀ ਮੈਡਮ। ਬਹੁਤ ਸੋਹਣੇ ਟੀਚੇ ਲੈ ਕੇ ਜਿਹੜਾ ਹੈਗਾ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਤੇ ਜਿੱਥੋਂ ਤੱਕ ਮੈਨੂੰ ਲੱਗਿਆ ਕਿ ਸਾਰੀਆਂ ਸੰਸਥਾਵਾਂ ਦੇ ਵਿੱਚ ਇੱਕ ਵਧੀਆ ਗੱਲ ਇਹ ਲੱਗੀ ਕਿ ਸਾਰੇ ਜਿਹੜਾ ਹੈਗਾ ਨਵੇਂ ਲਿਖਣ ਵਾਲਿਆਂ ਨੂੰ ਉਤਸ਼ਾਹ ਦੇਣਾ ਚਾਹੁੰਦੇ ਆ, ਨਾਲ ਜੋੜਨਾ ਚਾਹੁੰਦੇ ਆ ਤੇ ਸ਼ਾਇਦ ਇਹ ਇੱਕੋ ਇੱਕ ਜ਼ਰੀਆ ਬਚਿਆ ਹੈ ਕਿ ਅਸੀਂ ਜਿਹੜਾ ਹੈਗਾ ਪੰਜਾਬੀ ਸਾਹਿਤ ਨੂੰ ਹੋਰ ਅੱਗੇ ਕਿਤਾਬਾਂ ਪੜ੍ਹਨ ਨੂੰ ਹੋਰ ਅੱਗੇ ਪ੍ਰਮੋਟ ਕਰ ਸਕੀਏ, ਹੋਰ ਲੋਕਾਂ ਦੇ ਵਿੱਚ ਜਿਹੜਾ ਹੈਗਾ ਪੰਜਾਬੀ ਸਾਹਿਤ ਨੂੰ ਦੀ ਜਾਗ ਲਾ ਸਕੀਏ ਤੇ ਜੀ ਇੱਥੇ ਮੈਂ ਹੋਰ ਇਹ ਵੀ ਐਡ ਕਰਨਾ ਚਾਹੂੰਗੀ ਮਧੂ ਕਿ ਜਿਸ ਤਰ੍ਹਾਂ ਕਿਉਂਕਿ ਇਹਦੇ ਕਈ ਸਵਾਲਾਂ ਦੇ ਜਵਾਬ ਤੁਸੀਂ ਖੁਦ ਹੀ ਦੇ ਸਕਦੇ ਹੋ ਕਿਉਂਕਿ ਤੁਸੀਂ ਪ੍ਰੈਜ਼ੀਡੈਂਟ ਹੋ ਪੰਜਾਬੀ ਸਾਹਿਤ ਮੈਲਬਨ ਦੇ, ਤੇ ਪਰ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਖਰੀ ਉਤਰਾਂ ਜੋ ਤੁਸੀਂ ਪੁੱਛੋਗੇ। ਇਹਦੇ ਵਿੱਚ ਇਹ ਨਵੀਂ ਗੱਲ ਇਹ ਹੈ ਕਿ ਇਸ ਸਾਰੀ ਜਿਹੜੀ ਪੰਜਾਬੀ ਸਾਹਿਤ ਮੈਲਬਨ ਹੈ ਔਰਤਾਂ ਦੁਆਰਾ ਚਲਾਈ ਜਾ ਰਹੀ ਹੈ, ਸਾਡੇ ਮੈਲਬਨ ਦੀਆਂ ਮੁਟਿਆਰਾਂ ਦੁਆਰਾ ਚਲਾਈ ਜਾ ਰਹੀ ਹੈ ਪੰਜਾਬੀ ਸਾਹਿਤ ਮੈਲਬਨ। ਸਾਡਾ ਮੇਨ ਮਕਸਦ ਜਾਤ ਪਾਤ ਤੋਂ ਪਰੇ ਹੈ, ਸਾਡੇ ਦੇਸ਼ਾਂ ਤੋਂ ਪਰੇ ਹੈ, ਕੋਈ ਪਾਕਿਸਤਾਨ ਤੋਂ ਹੈ, ਕੋਈ ਕੈਨੇਡਾ ਤੋਂ, ਅਮਰੀਕਾ ਤੋਂ, ਇੰਗਲੈਂਡ ਤੋਂ, ਭਾਰਤ ਤੋਂ ਹੈ, ਜਾਂ ਪੰਜਾਬ ਤੋਂ ਹੈ, ਜਾਂ ਸਾਊਥ ਇੰਡੀਆ ਤੋਂ ਹੈ, ਕੋਈ ਵੀ ਸਾਡੇ ਨਾਲ ਜੁੜ ਸਕਦਾ ਹੈ ਕਿਉਂਕਿ ਮਾਂ ਬੋਲੀ ਬੇਸ਼ੱਕ ਸਾਡੀ ਤਾਂ ਪੰਜਾਬੀ ਹੈ ਪਰ ਮਾਂ ਬੋਲੀ ਕਿਸੇ ਦੀ ਕੋਈ ਵੀ ਹੋਵੇ, ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਜਿਹੜੇ ਆ ਉਹ ਦੂਜੇ ਲਈ ਵੀ ਵਧੀਆ ਮਿਸਾਲ ਖੜੀ ਕਰ ਸਕਦੇ ਆ, ਇਸ ਲਈ all ਵੈਲਕਮ ਸਾਡੇ ਨਾਲ। ਤੇ ਅਸੀਂ ਹੁਣ ਤੁਸੀਂ ਦੇਖੋ ਇੱਥੇ ਲੋਕਡਾਊਨ ਹੋ ਗਿਆ ਮੈਲਬਨ ਦੇ ਵਿੱਚ, ਅਸੀਂ ਫਿਜ਼ੀਕਲੀ ਕਵੀ ਦਰਬਾਰ ਨਹੀਂ ਕਰਾ ਸਕਦੇ। ਮੈਲਬਨ ਦੇ ਵਿੱਚ ਜਿਹੜੇ ਵੀ ਕੋਈ ਆਉਂਦੇ ਸੀ, ਸਾਡੇ ਨਵੇਂ ਗੈਸਟ ਆਉਂਦੇ ਸੀ, ਕੋਈ ਕਿਸੇ ਨੂੰ ਮਿਲਣ ਆਉਂਦਾ ਸੀ ਜਾਂ ਕੋਈ ਸੱਦਿਆ ਹੋਇਆ ਗੈਸਟ ਆਉਂਦਾ ਸੀ, ਅਸੀਂ ਉਹਨਾਂ ਦੀ ਆਓ ਭਗਤੀ ਦੇ ਵਿੱਚ ਅਸੀਂ ਗੈਟ ਟੂਗੈਦਰ ਹੁੰਦੇ ਸੀ, ਅਸੀਂ ਸਾਰੇ ਇਕੱਠੇ ਹੁੰਦੇ ਸੀ, ਫਿਰ ਕਵੀ ਦਰਬਾਰ ਹੁੰਦਾ ਸੀ, ਪਰ ਅਸੀਂ ਇਕੱਠੇ ਨਹੀਂ ਹੋ ਸਕਦੇ। ਹੁਣ ਲੋਕਡਾਊਨ ਹੋਇਆ ਪਿਛਲੇ ਫਰਵਰੀ ਮਾਰਚ ਇਸ ਸਾਲ ਜਦੋਂ ਦਾ ਚੜਿਆ 2020 ਤੁਹਾਨੂੰ ਪਤਾ ਹੀ ਹੈ, ਤੇ ਹੁਣ ਅਸੀਂ ਇਸੇ ਕਰਕੇ ਆਨਲਾਈਨ ਪ੍ਰੋਗਰਾਮ ਜਿਹੜੇ ਆ ਉਹ ਜਾਰੀ ਰੱਖ ਰਹੇ ਆ ਕਿ ਅਸੀਂ ਜੁੜੇ ਰਹੀਏ, ਸਾਡੀ ਰੂਹ ਦੀ ਖੁਰਾਕ ਜਿਹੜੀ ਆ ਉਹ ਸਾਨੂੰ ਮਿਲਦੀ ਰਹੇ। ਸ਼ੁਕਰੀਆ। ਬਿਲਕੁਲ ਬਿਲਕੁਲ ਇਹ ਬਿਲਕੁਲ ਸਹੀ ਗੱਲ ਕੀਤੀ। ਮੈਲਬਨ ਦੇ ਵਿੱਚ ਮੇਰੇ ਖਿਆਲ ਜਿਹੜਾ ਹੈਗਾ, ਜੇ ਮੈਂ ਗਲਤ ਨਹੀਂ ਆ ਤੇ ਪੰਜਾਬੀ ਸਾਹਿਤ ਮੈਲਬਨ ਤੇ AUP ਪੰਜਾਬੀ ਚੈਨਲ ਪਹਿਲੀ ਵਾਰੀ ਜਿਹੜਾ ਇਹ ਜਾਗ ਲੈ ਕੇ ਆਏ ਸੀ ਕਿ ਚਲੋ ਆਪਾਂ ਆਨਲਾਈਨ ਪ੍ਰੋਗਰਾਮ ਕਰਾਈਏ, ਤੇ ਵਿਕਰਮ ਸੇਖੋਂ ਭਾਜੀ ਦੀ ਜਿਹੜੀ ਟੈਕਨੀਕਲ ਜਾਣਕਾਰੀ ਸੀ ਉਹਦੇ ਸਦਕਾ ਹੀ ਜਿਹੜਾ ਅਸੀਂ ਇਹ ਉਦਮ ਸ਼ੁਰੂ ਕੀਤਾ, ਤੇ ਉਸ ਤੋਂ ਬਾਅਦ ਫਿਰ ਦੇਖੋ ਹੁਣ ਰੰਗ ਭਾਗ ਲੱਗੇ ਹੋਏ ਨੇ, ਆਨਲਾਈਨ ਰੌਣਕਾਂ ਲੱਗੀਆਂ ਹੋਈਆਂ ਨੇ ਚਾਰੇ ਪਾਸੇ। ਬਿਲਕੁਲ ਬਹੁਤ ਸੋਹਣੇ ਸੋਹਣੇ ਖਿਆਲ ਲੈ ਕੇ ਜਿਹੜੀਆਂ ਸਾਰੀਆਂ ਸੰਸਥਾਵਾਂ ਚੱਲੀਆਂ ਹੋਈਆਂ ਨੇ, ਤੇ ਇਹਨਾਂ ਖਿਆਲਾਂ ਤੋਂ ਹੀ ਜਿਹੜੇ ਆ ਮੇਰੇ ਅਗਲੇ ਕੁਝ ਪ੍ਰਸ਼ਨ ਜੋ ਮੈਂ ਤਿਆਰ ਕੀਤੇ ਨੇ ਤੇ ਜੋ ਕੁਝ ਫੇਸਬੁੱਕ ਜਾਂ WhatsApp ਗਰੁੱਪਾਂ ਦੇ ਵਿੱਚੋਂ ਮੈਨੂੰ ਆਏ ਨੇ, ਮੈਂ ਸਾਡੇ ਮਹਿਮਾਨਾਂ ਨੂੰ ਪੁੱਛਾਂਗੀ। ਇਸ ਦੇ ਨਾਲ ਜਿਹੜੇ ਲੋਕ ਸਾਡੇ ਨਾਲ ਜੁੜੇ ਹੋਏ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਜੇ ਤੁਹਾਡਾ ਕੋਈ ਵੀ ਸਵਾਲ ਹੈ ਸਾਡੇ ਅੱਜ ਦੇ ਮਹਿਮਾਨਾਂ ਲਈ, ਤਾਂ ਪਲੀਜ਼ ਸਾਡੇ ਪੰਜਾਬੀ ਸਾਹਿਤ ਮੈਲਬਨ ਦੇ ਪੇਜ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਡ੍ਰੌਪ ਕਰੋ, ਅਸੀਂ ਤੁਹਾਡਾ ਕੁਐਸਚਨ ਲੈਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਹਾਂਜੀ, ਮੇਰਾ ਜਿਹੜਾ ਅਗਲਾ ਸਵਾਲ ਜਿਹੜਾ ਹੈਗਾ ਉਹ ਵਾਰੀ ਨਾਲ ਮੈਂ ਸਾਰਿਆਂ ਨੂੰ ਹੀ ਪੁੱਛਣਾ ਚਾਹਾਂਗੀ ਐਕਚੁਅਲੀ, ਕਿਉਂਕਿ ਇਹ ਸਵਾਲ ਜਿਹੜਾ ਹੈਗਾ ਬਹੁਤ ਮਾਇਨੇ ਰੱਖਦਾ ਹੈ ਕਿ ਇੱਕ ਸੰਸਥਾ ਬਣ ਜਾਂਦੀ ਹੈ, ਸਾਹਿਤਿਕ ਸੰਸਥਾ ਬਣ ਜਾਂਦੀ ਹੈ ਜਾਂ ਸਮਾਜਿਕ ਸੰਸਥਾ ਬਣ ਜਾਂਦੀ ਹੈ, ਤੇ ਸਾਹਿਤਿਕ ਸੰਸਥਾ ਜਾਂ ਸਾਹਿਤ ਤੇ ਸਮਾਜ ਵਿਚਲਾ ਪੁਲ ਬਣਾਉਣ ਲਈ ਜਾਂ ਸਾਹਿਤ ਤੇ ਸਮਾਜ ਦੇ ਵਿੱਚ ਚੰਗੇ ਸੰਬੰਧ ਸਿਰਜਣ ਲਈ ਤੁਹਾਡੀ ਸੰਸਥਾ ਕੀ ਕਰਦੀ ਹੈ? ਮੈਂ ਇਹ ਸਵਾਲ ਦੀ ਸ਼ੁਰੂਆਤ ਕਰਾਂਗੀ ਸ਼ੈਲਿੰਦਰਜੀਤ ਸਿੰਘ ਰਾਜਨ ਜੀ ਤੋਂ, ਕਿਉਂਕਿ ਉਹਨਾਂ ਦੀ ਸੰਸਥਾ ਬਹੁਤ ਸਾਲਾਂ ਤੋਂ ਕੰਮ ਕਰ ਰਹੀ ਹੈ, ਤੇ ਦੇਖੀਏ ਕਿ ਕਿਵੇਂ ਜਿਹੜਾ ਹੈਗਾ ਸਮਾਜ ਦੇ ਵਿੱਚ ਤੇ ਸਾਹਿਤ ਤੇ ਸਮਾਜ ਦੇ ਵਿੱਚ ਕਿਵੇਂ ਪੁਲ ਬਣਦੀ ਹੈ ਸ਼ੈਲਿੰਦਰ ਜੀ ਦੀ ਜਿਹੜੀ ਹੈਗੀ ਹੈ ਸੰਸਥਾ। ਹਾਂਜੀ ਸ਼ੈਲਿੰਦਰਜੀਤ ਸਿੰਘ ਜੀ, ਤੁਹਾਡੇ ਕੋਲ ਪਹੁੰਚਦੇ ਹਾਂ। ਹਾਂਜੀ ਧੰਨਵਾਦ ਜੀ। ਔਰ ਬੜੀ ਵੱਡੀ ਜ਼ਰੂਰਤ ਹੁੰਦੀ ਹੈ ਇਸ ਗੱਲ ਦੀ ਕਿ ਆਪਾਂ ਦੇਖ ਜਾਣ ਜਿਹੜੇ ਆ ਲੋਕਾਂ ਤੱਕ ਮਿਲੀਏ, ਕਿਉਂਕਿ ਅਸੀਂ ਲਿਖਦੇ ਤਾਂ ਲੋਕਾਂ ਵਾਸਤੇ ਆ, ਪਰ ਅਸੀਂ ਦੇਖਿਆ ਕਿ ਜਿਹੜੇ ਅਸੀਂ ਆਮ ਜਿਹੜੇ ਕਵੀ ਦਰਬਾਰ ਅਸੀਂ ਕਰਦੇ ਆ ਉਹਦੇ ਵਿੱਚ ਜ਼ਿਆਦਾਤਰ ਲੇਖਕ ਹੀ ਸ਼ਾਮਲ ਹੋਏ ਹੁੰਦੇ ਆ, ਆਮ ਲੋਕਾਂ ਤੱਕ ਗੱਲ ਨਹੀਂ ਪਹੁੰਚਦੀ। ਸੋ ਉਸਦੇ ਯਤਨ ਵਾਸਤੇ ਅਸੀਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਘੱਟੋ ਘੱਟ ਇਹ ਉਪਰਾਲਾ ਕੀਤਾ ਹੈ ਕਿ ਅਸੀਂ ਗਾਹੇ ਬਗਾਹੇ ਕੋਈ ਨਾ ਕੋਈ ਪੁਸਤਕ ਜਿਹੜੀ ਹੈ ਉਹ ਹੀ ਪ੍ਰਕਾਸ਼ਿਤ ਕਰਕੇ ਤੇ ਲੋਕਾਂ ਤੱਕ ਪਹੁੰਚਾਈਏ। ਉਹਦੇ ਮੱਦੇ ਨਜ਼ਰ ਅਸੀਂ ਘੱਟੋ ਘੱਟ ਦਰਜਨ ਦੇ ਕਰੀਬ ਜਿਹੜੀਆਂ ਪੁਸਤਕਾਂ ਉਹ ਪ੍ਰਕਾਸ਼ਿਤ ਕਰਾਈਆਂ, ਜਿਹਦੇ ਵਿੱਚ ਸਾਡੀ ਸਭਾ ਦੇ ਜਿਹੜੇ ਕਵੀ ਜਨ ਸਨ ਉਹਨਾਂ ਦੀ ਇੱਕ ਸਾਂਝੇ ਕਾਵਿ ਸੰਗ੍ਰਹਿ ਜਿਹੜੇ ਅਸੀਂ ਉਹ ਦਿੱਤੇ ਆ,
ਜਿਨ੍ਹਾਂ ਦੇ ਵਿੱਚ ਅਸੀਂ ਜੂਨ 1991 ਦੇ ਵਿੱਚ ਇੱਕ ਕਾਵ ਸਾਂਝਾ ਨਾਂ ਦੀ ਪੁਸਤਕ ਪ੍ਰਕਾਸ਼ਿਤ ਕਰਵਾਈ ਸੀ, ਔਰ ਉਹਦੇ ਵਿੱਚ ਸਾਡੀ ਸਭਾ ਦੇ 17 ਦੇ ਕਰੀਬ ਜਿਹੜੇ ਉਹ ਕਵੀ ਜਾਂ ਉਹਨਾਂ ਦੀਆਂ ਰਚਨਾਵਾਂ ਸ਼ਾਮਲ ਸਨ। ਔਰ ਇਸੇ ਤਰ੍ਹਾਂ ਸਨ 2002 ਦੇ ਵਿੱਚ ਜੁਗਨੂਆਂ ਦੇ ਅੰਗ ਸੰਗ ਇੱਕ ਅਸੀਂ ਪੁਸਤਕ ਪ੍ਰਕਾਸ਼ਿਤ ਕਰਵਾਈ, ਔਰ ਉਹਦੇ ਵਿੱਚ 24 ਦੇ ਕਰੀਬ ਜਿਹੜੇ ਉਹ ਕਵੀ ਹਾਜ਼ਰ ਸਨ। ਔਰ 2010 ਦੇ ਵਿੱਚ ਕਲਮਾਂ ਦਾ ਕਾਫਲਾ ਅਸੀਂ ਜਿਹੜੀ ਪੁਸਤਕ ਹੈ ਪੰਜਾਬੀ ਮਾਂ ਬੋਲੀ ਦੀ ਝੋਲੀ ਪਈ, ਉਹਦੇ ਵਿੱਚ ਸਭਾ ਦੇ 21 ਮੈਂਬਰ ਸ਼ਾਮਲ ਹੋਏ। ਔਰ 2015 ਵਿੱਚ ਸਭਾ ਦਾ ਜਿਹੜਾ ਚੌਥਾ ਕਾਵਿ ਸੰਗ੍ਰਹਿ ਹੈ ਉਹ ਪ੍ਰਕਾਸ਼ਿਤ ਹੋਇਆ, ਔਰ ਉਸ ਤੋਂ ਬਾਅਦ ਕਲਮਾਂ ਦੀ ਲੋਕ ਔਰ 40 ਦੇ ਕਰੀਬ ਕਵੀ ਉਹਦੇ ਵਿੱਚ ਸ਼ਾਮਲ ਹੋਏ ਸੀ। ਔਰ ਇਸੇ ਤਰ੍ਹਾਂ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਰਪਿਤ ਜਿਹੜਾ ਹੋ ਰਿਹਾ ਹੈ ਸ਼ਤਾਬਦੀ ਸਮਾਗਮ ਹੋਇਆ ਸੀ, ਉਸਦੇ ਵਿੱਚ ਅਸੀਂ ਧੰਨ ਲਿਖਾਰੀ ਨਾਨਕਾ ਜਿਹੜੀ ਪੁਸਤਕ ਹੈ ਉਹ ਅਸੀਂ ਪ੍ਰਕਾਸ਼ਿਤ ਕੀਤੀ ਸੀ। ਔਰ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਨੂੰ ਪੰਜਾਬੀ ਸੱਥ ਮੈਲਬੌਰਨ ਵਿੱਚ ਵੀ ਲੋਕ ਅਰਪਿਤ ਕੀਤਾ ਗਿਆ, ਔਰ ਹੋਰਨਾਂ ਦੇਸ਼ਾਂ ਵਿੱਚ ਵੀ, ਪਾਕਿਸਤਾਨ ਵਿੱਚ ਵੀ ਔਰ ਪੰਜਾਬ ਦੇ ਵਿੱਚ ਵੀ ਇਹਨਾਂ ਨੂੰ ਮਤਲਬ ਰਿਲੀਜ਼ ਕੀਤਾ ਗਿਆ। ਤੇ ਅਸੀਂ ਜਿਹੜੀ ਮਨੋਰਥ ਅਸੀਂ ਲੈ ਕੇ ਤੁਰੇ ਸਾਂ ਕਿ ਜੋ ਅਸੀਂ ਲਿਖਦੇ ਹਾਂ ਲੋਕਾਂ ਵਾਸਤੇ ਲਿਖਦੇ ਹਾਂ ਉਹ ਲੋਕਾਂ ਤੱਕ ਪਹੁੰਚੇ, ਔਰ ਇਹ ਸਾਹਿਤ ਹੀ ਹੈ ਜਿਹੜਾ ਲੋਕਾਂ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ, ਉਹ ਪੰਜਾਬੀ ਮਾਂ ਬੋਲੀ ਪ੍ਰਤੀ ਜਾਗਰੂਕ ਹੋ ਸਕਣ। ਇਹ ਅਸੀਂ ਜਿਹੜਾ ਉਪਰਾਲਾ ਇਹ ਲੋਕਾਂ ਤੱਕ ਪਹੁੰਚਾਉਣ ਦਾ ਆਰੰਭ ਕੀਤਾ ਸਭਾ ਵੱਲੋਂ, ਬੜਾ ਮਤਲਬ ਇਹਦੀ ਸ਼ਲਾਘਾ ਹੋਈ। ਜੀ 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 ਜੀ, ਬਹੁਤ ਬਹੁਤ ਸ਼ੁਕਰੀਆ ਸ਼ੈਲਿੰਦਰ ਜੀ। ਮੈਂ ਅਲੀ ਜੀ ਕੋਲੇ ਪਹੁੰਚਾਂਗੀ। ਅਲੀ ਅਹਿਮਦ ਗੁਜਰਾਤੀ ਜੀ, ਤੁਸੀਂ ਦੱਸੋ ਕਿ ਤੁਹਾਡੀ ਸੰਸਥਾ ਕੀ ਕਰਦੀ ਹੈ, ਕਿ ਸਾਹਿਤ ਤੇ ਸਮਾਜ ਦੇ ਵਿੱਚ ਇੱਕ ਪੁਲ ਬਣਾ ਕੇ ਜਿਹੜਾ ਹੈਗਾ ਸੰਬੰਧ ਕਾਇਮ ਕਰਨ ਦੇ ਵਿੱਚ ਤੁਹਾਡੀ ਸੰਸਥਾ ਨੇ ਕਿਹੜੇ ਇਹੋ ਜਿਹੇ ਕਾਰਜ ਕੀਤੇ ਨੇ ਕਿ ਆਮ ਲੋਕਾਂ ਨੂੰ ਨਾਲ ਲੈ ਕੇ ਚੱਲੇ ਜਾਂ ਆਮ ਲੋਕਾਂ ਦੇ ਵਿੱਚ ਸਾਹਿਤ ਦੀ ਜਾਗ ਲੱਗੀ? ਜੀ ਇਸ ਤਰ੍ਹਾਂ ਹੈ ਕਿ ਕੋਈ ਵੀ ਤਨਜ਼ੀਮ ਜਿਹੜੀ ਹੈ ਉਹਦੀ ਕਾਮਯਾਬੀ ਜਿਹੜੀ ਹੈ ਉਹ ਆਪਣੀ ਲੋਕਾਈ ਨਾਲ ਜੁੜ ਕੇ ਹੀ ਆਉਂਦੀ ਹੈ, ਕਿਉਂ ਕੋਈ ਵੀ ਮਕਸਦ ਜਿਹੜਾ ਹੈ ਜਿਸ ਦੇ ਵਿੱਚ ਤੁਸੀਂ ਆਪਣੀ ਲੋਕਾਈ ਨੂੰ ਜਿਹੜਾ ਉਹ ਨਾਲ ਨਹੀਂ ਲੈ ਕੇ ਚੱਲਦੇ, ਉਸ ਤੇ ਤੁਸੀਂ ਜਿਹੜਾ ਉਹ ਐਸਨ ਮਕਾਸਦ ਜਿਹੜੇ ਨੇ ਉਹ ਹਾਸਲ ਨਹੀਂ ਕਰ ਸਕਦੇ। ਇਸੇ ਤਰ੍ਹਾਂ ਦਿਲ ਦਰਿਆ ਪਾਕਿਸਤਾਨ ਤਨਜ਼ੀਮ ਜਿਹੜੀ ਹੈ ਇਹਦੇ ਵੀ ਜਿਹੜੇ ਤਮਾਮ ਤਰ ਜਿਹੜੀਆਂ ਇਹਦੀਆਂ ਸਰਗਰਮੀਆਂ ਨੇ ਉਹਨਾਂ ਦੇ ਵਿੱਚ ਜਿਹੜਾ ਉਹ ਕਿਸੇ ਵੀ ਤੌਰ ਲੋਕਾਈ ਨੂੰ ਜਿਹੜਾ ਨਜ਼ਰਅੰਦਾਜ਼ ਨਹੀਂ ਕੀਤਾ ਜਾਂਦਾ। ਅਸੀਂ ਖਾਸ ਤੌਰ ਤੇ ਆਰ ਕਰਨੇ ਆ ਕਿ ਸਾਡੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਨਾਲ ਜਿਹੜਾ ਲੋਕਾਈ ਦੀ ਜੁੜਤ ਹੋਵੇ, ਔਰ ਉਹਨਾਂ ਹੀ ਪ੍ਰੋਗਰਾਮਾਂ ਦੇ ਅੰਦਰ ਲੋਕਾਈ ਦੀ ਦਿਲਚਸਪੀ ਵਾਸਤੇ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਲਾਜ਼ਮੀ ਸ਼ਾਮਿਲ ਕੀਤਾ ਜਾਵੇ। ਜਿਸ ਤਰ੍ਹਾਂ ਕਿ ਸਾਡੇ ਅਗਰ ਤਨਜ਼ੀਮਾਂ ਦੇ ਕਿਤਾਬਾਂ ਦੀ ਮੁੱਖ ਵਖਾਲੀ ਇਕੱਠ ਹੁੰਦੇ ਨੇ ਉਸ ਦੇ ਅੰਦਰ ਅਸੀਂ ਲੋਕਾਈ ਦੇ ਲੋਕਾਂ ਨੂੰ ਸ਼ਾਮਿਲ ਕਰਦੇ ਹਾਂ। ਅਗਰ ਰੈਲੀਆਂ ਨੇ ਤੇ ਉਹਨੂੰ ਵੀ ਅਸੀਂ ਲੋਕਾਈ ਦੇ ਨਾਲ ਜੁੜ ਕੇ ਹੀ ਮੁਮਕਿਨ ਹੈ ਉਹਨਾਂ ਨੂੰ ਤੋੜ ਸਿਰੇ ਚਾੜ ਸਕਦੇ ਹਾਂ। ਇਸੇ ਤਰ੍ਹਾਂ ਹੀ ਅਗਰ ਅਸੀਂ ਪੰਜਾਬੀ ਕਾਨਫਰੰਸਾਂ ਕਰ ਰਹੇ ਹਾਂ ਤੇ ਉਹ ਥਰੂ ਆਊਟ ਜਿਹੜਾ ਉਹਨਾਂ ਦਾ ਤਾਲੁਕ ਹੈ ਹੀ ਲੋਕਾਈ ਦੇ ਨਾਲ ਹੈ। ਲੋਕਾਈ ਤੋਂ ਬਗੈਰ ਉਹ ਚੀਜ਼ਾਂ ਬੇਮੈਨੀ, ਫਿੱਕੀਆਂ ਔਰ ਬੇਮਕਸਦ ਨਜ਼ਰ ਆਉਂਦੀਆਂ ਨੇ। ਇਸ ਵਾਸਤੇ ਤਨਜ਼ੀਮ ਦੀ ਹਰ ਐਕਟੀਵਿਟੀ, ਹਰ ਕੰਮ, ਹਰ ਪ੍ਰੋਗਰਾਮ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਲੋਕਾਈ ਦੇ ਨਾਲ ਜਿਹੜੀ ਆਪਣੀ ਜੁੜਤ ਹੈ ਉਸ ਨੂੰ ਹੋਰ ਤੋਂ ਹੋਰ ਪੱਕਿਆਂ ਔਰ ਪੀੜੀਆਂ ਕੀਤਾ ਜਾਂਦਾ ਹੈ। ਕਿਉਂ ਜੋ ਸਾਡੀ ਤਨਜ਼ੀਮ ਦਾ ਜਿਹੜਾ ਟਾਰਗੇਟ ਹੈ ਉਹ ਹੈ ਹੀ ਆਮ ਲੋਕਾਈ ਦੇ ਅੰਦਰ ਪੰਜਾਬੀ ਜ਼ੁਬਾਨ, ਪੰਜਾਬੀ ਮਾਂ ਬੋਲੀ ਦੇ ਬਾਰੇ ਜਾਣਕਾਰੀ ਔਰ ਜਾਗਿਰਤੀ ਦੇਣਾ। ਜੀ ਬਹੁਤ ਸ਼ੁਕਰੀਆ। ਬਹੁਤ ਵਧੀਆ ਜੀ। ਜੀ ਜੀ ਬਿਲਕੁਲ। ਹਾਂਜੀ ਬਲਿਹਾਰ ਜੀ, ਤੁਸੀਂ ਕੁਝ ਐਡ ਕਰਨਾ ਚਾਹੋਗੇ ਜੀ ਇਹਦੇ ਵਿੱਚ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ? ਹਾਂਜੀ, ਜਿਵੇਂ ਕਿ ਪਹਿਲਾਂ ਕਿਹਾ ਕਿ ਜਿਹੜੇ ਕਵੀ ਦਰਬਾਰ ਹੈ ਉਹਨਾਂ ਦੇ ਵਿੱਚ ਆਮ ਲੋਕ ਜਿਹੜੇ ਨੇ ਉਹ ਘੱਟ ਹੁੰਦੇ ਨੇ, ਤਕਰੀਬਨ ਕਵੀ ਹੁੰਦੇ ਜਾਂ ਉਹਨਾਂ ਦੇ ਪਰਿਵਾਰ ਹੁੰਦੇ ਆ, ਤੇ ਆਮ ਲੋਕਾਂ ਤੱਕ ਤੁਹਾਡੀ ਗੱਲ ਲਿਜਾਣ ਲਈ ਕਵੀ ਦਰਬਾਰਾਂ ਤੋਂ ਬਿਨਾਂ ਵੀ ਜਿਹੜਾ ਆ ਸਾਨੂੰ ਬਹੁਤ ਕੁਝ ਕਰਨਾ ਪੈਂਦਾ। ਉਹਦੇ ਵਿੱਚ ਜਿਹੜਾ ਆ ਉਹ ਸਾਡੀ ਸੰਸਥਾ ਨਾਟਕ ਕਰਵਾਉਣੇ, ਅਖਬਾਰਾਂ ਦੇ ਵਿੱਚ ਲਿਖਣਾ, ਰੇਡੀਓ ਟੀਵੀ ਤੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ, ਤੇ ਦੂਸਰਾ ਇਹ ਆ ਵੀ ਜਦੋਂ ਤੁਸੀਂ ਜਿਹੜੇ ਮੌਜੂਦਾ ਮਸਲੇ ਹੁੰਦੇ ਆ ਉਹਨਾਂ ਬਾਰੇ ਲਿਖਦੇ ਹੋ ਤਾਂ ਉਹ ਫਿਰ ਆਮ ਲੋਕਾਂ ਨੂੰ ਵੀ ਅਪੀਲ ਕਰਦੇ ਆ। ਤੇ ਉਹਦੇ ਵਿੱਚ ਜਿਵੇਂ ਹੁਣ ਕਿਸਾਨਾਂ ਦਾ ਮਸਲਾ ਚੱਲ ਰਿਹਾ, ਸਾਡੇ ਬਹੁਤੇ ਜਿਹੜੇ ਆ ਲਿਖਾਰੀ ਆ ਉਹਨਾਂ ਨੇ ਇਹਦੇ ਬਾਰੇ ਲਿਖਿਆ, ਤੇ ਹੋਰ ਵੀ ਜਿਹੜੇ ਮਸਲੇ, ਭਰੂਣ ਹੱਤਿਆ ਦੇ ਮਸਲੇ, ਸਮਾਜਿਕ ਕੁਰੀਤੀਆਂ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਬਾਰੇ ਸਾਡੇ ਜਿਹੜੇ ਲਿਖਾਰੀ ਆ ਹਰ ਵਕਤ ਮੌਜੂਦਾ ਘਟਨਾਵਾਂ ਬਾਰੇ ਲਿਖਦੇ ਹੀ ਰਹਿੰਦੇ ਨੇ। ਤੇ ਜਿਸ ਤਰ੍ਹਾਂ ਹੁਣ ਯੂਪੀ ਦੇ ਵਿੱਚ ਉਹ ਇੱਕ ਬਲਾਤਕਾਰ ਦੀ ਜਿਹੜੀ ਉਹ ਘਟਨਾ ਵਾਪਰੀ ਆ, ਸਾਡੇ ਲਿਖਾਰੀ ਜਿਹੜੇ ਆ ਉਹ ਇੱਕਦਮ ਜਿੱਦਾਂ ਕਹਿੰਦੇ ਫਿਰ ਐਕਸ਼ਨ ਦੇ ਵਿੱਚ ਆ ਜਾਂਦੇ ਨੇ, ਝੱਟ ਜਿਹੜਾ ਆ ਉਹ ਲਿਖਣਾ ਸ਼ੁਰੂ ਕਰ ਦਿੰਦੇ ਨੇ।
ਤੇ ਅਸੀਂ ਸਾਡੀ ਸੰਸਥਾ ਨੇ ਜਿਹੜਾ ਆ ਉਹ ਨਾਟਕ ਕਰਵਾਏ, ਤਾਂ ਜੋ ਕਿਉਂਕਿ ਨਾਟਕ ਦੇਖਣ ਲਈ ਆਮ ਲੋਕ ਆ ਜਾਂਦੇ, ਔਰ ਨਾਟਕ ਉਹ ਸੀ ਜਿਹੜੇ ਕਿ ਕੋਈ ਸੁਨੇਹਾ ਦੇਣ ਵਾਲੇ ਹੋਣ। ਵੈਸੇ ਇੰਟਰਟੇਨਮੈਂਟ ਵਾਲੇ, ਨਰੋਲ ਇੰਟਰਟੇਨਮੈਂਟ ਵਾਲੇ ਨਹੀਂ, ਇੰਟਰਟੇਨਮੈਂਟ ਵੀ ਸੀ ਤੇ ਸੁਨੇਹਾ ਵੀ ਸੀ। ਤੇ ਕਿਤਾਬਾਂ ਛਪਾਉਣੀਆਂ ਉਹ ਵੀ ਇੱਕ ਵਧੀਆ ਉਪਰਾਲਾ ਆ। ਸਾਡੀਆਂ ਅਸੀਂ 3 ਕਿਤਾਬਾਂ ਹੁਣ ਤੱਕ ਛਪਾ ਚੁੱਕੇ ਹਾਂ, ਤੇ ਚੌਥੀ ਜਿਹੜੀ ਆ ਉਹ ਛਪਾਈ ਅਧੀਨ ਹੈ, ਉਹਦੀ ਚੱਲ ਰਿਹਾ ਉੱਤੇ ਕੰਮ। ਕਲਮੀ ਰਮਜ਼ਾਂ ਪਹਿਲਾਂ ਇੱਕ ਛਪਾਈ ਸੀ, ਉਹ ਤੋਂ ਬਾਅਦ ਫਿਰ ਕਲਮੀ ਰਮਜ਼ਾਂ 2, ਤੇ ਉਹ ਤੋਂ ਬਾਅਦ ਸਾਡੀ ਸਭਾ ਨੇ ਸਾਡੇ ਇੱਕ ਮਰਹੂਮ ਸ਼ਾਇਰ ਮਹਿੰਦਰ ਸਿੰਘ ਚੀਮਾ ਦੀਆਂ ਲਿਖਤਾਂ ਇਕੱਠੀਆਂ ਕਰਕੇ ਇੰਨੇ ਖੁਨ ਸ਼ਬਦ ਮੇਰੇ, ਤੇ ਇਹ 3 ਕਿਤਾਬਾਂ ਸਾਡੀ ਸੰਸਥਾ ਹੁਣ ਤੱਕ ਛਾਪ ਚੁੱਕੀ ਆ, ਤੇ ਚੌਥੀ ਜਿਹੜੀ ਆ ਉਹ ਤੇ ਕੰਮ ਚੱਲ ਰਿਹਾ। ਤੇ ਇਸ ਤੋਂ ਬਿਨਾਂ ਸੱਭਿਆਚਾਰਕ ਪ੍ਰੋਗਰਾਮ ਤੇ ਹੋਰ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ, ਗੁਰਦੁਆਰਿਆਂ ਦੇ ਵਿੱਚ ਜਿਹੜੇ ਪ੍ਰੋਗਰਾਮ ਹੁੰਦੇ ਆ, ਕਿਉਂਕਿ ਸਾਡੇ ਜਿਹੜੇ 99% ਜਿਹੜੇ ਸਾਡੇ ਨਾਲ ਲੋਕ ਜੁੜੇ ਹੋਏ ਨੇ ਉਹ ਗੁਰਦੁਆਰੇ ਜਾਣ ਵਾਲੇ ਹੀ ਹੁੰਦੇ ਨੇ ਜ਼ਿਆਦਾ। ਤੇ ਮੇਰਾ ਮਤਲਬ ਜੇ ਸਾਡੇ ਨਾਲ ਹੋਰ ਕਮਿਊਨਿਟੀ ਦੇ ਲੋਕ ਵੀ ਹੋਣ ਤਾਂ ਅਸੀਂ ਉੱਥੇ ਵੀ ਜਾ ਸਕਦੇ ਹਾਂ, ਇਹ ਨਹੀਂ ਕਿ ਅਸੀਂ ਸਿਰਫ ਗੁਰਦੁਆਰੇ ਜਾਣਾ। ਤੇ ਉੱਥੇ ਵੀ ਅਸੀਂ ਕਵੀ ਦਰਬਾਰ ਕਰਵਾਈ ਦੇ ਨੇ। 25 ਦਸੰਬਰ ਨੂੰ ਸਾਡਾ, ਕਈ ਸਾਲ ਹੀ ਹੋ ਗਿਆ ਲਗਾਤਾਰ ਅਸੀਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਕਰਵਾਉਨੇ ਆ, ਤੇ ਉਹਦੇ ਨਾਲ ਫਿਰ ਆਮ ਲੋਕਾਂ ਨੂੰ ਅਪੀਲ ਹੁੰਦਾ, ਔਰ ਉਹਦੇ ਵਿੱਚ ਜਿਹੜੇ ਆ ਸਰੋਤੇ ਹੁੰਦੇ ਉਹਨਾਂ ਨੂੰ ਵੀ ਇਨਕਰੇਜਮੈਂਟ ਮਿਲਦੀ ਆ, ਉਹਨਾਂ ਚੋਂ ਵੀ ਸਾਨੂੰ ਕੋਈ ਨਾ ਕੋਈ ਉੱਠ ਕੇ ਆ ਜਾਂਦਾ, ਕਹਿੰਦਾ ਕਿ ਮੈਨੂੰ ਵੀ ਸ਼ੌਕ ਹੈ, ਮੈਂ ਵੀ, ਕਿਉਂਕਿ ਜਿਹੜਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵਿਸ਼ਾ ਬੜਾ ਸੰਜੀਦਾ ਵਿਸ਼ਾ ਹੈਗਾ ਆ, ਉਹ ਫਿਰ ਝੰਜੋੜਦਾ ਲੋਕਾਂ ਨੂੰ, ਤਾਂ ਸਰੋਤਿਆਂ ਚੋਂ ਵੀ ਫਿਰ ਕੋਈ ਨਾ ਕੋਈ ਆ ਜਾਂਦਾ ਕਿ ਮੈਂ ਵੀ 4 ਲਾਈਨਾਂ ਸੁਣਾ ਸਕਦਾ। ਉਹਨਾਂ ਨੂੰ ਹੁੰਦਾ ਕਿ ਅਗਲੀ ਵਾਰੀ ਮੈਂ ਲਿਖ ਕੇ ਆਵਾਂ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਆ। ਔਰ ਜਿਹੜਾ ਸੋਸ਼ਲ ਮੀਡੀਆ ਵੀ ਇੱਕ ਬਹੁਤ ਵਧੀਆ ਉਪਰਾਲਾ ਹੈ ਲੋਕਾਂ ਤੱਕ ਪਹੁੰਚਣ ਲਈ, ਸਧਾਰਨ ਲੋਕਾਂ ਤੱਕ, ਆਮ ਲੋਕਾਂ ਤੱਕ। ਫੇਸਬੁੱਕ ਵਗੈਰਾ, WhatsApp ਤਾਂ ਸਾਰੇ ਵਰਤਦੇ ਹੀ ਆ। ਤੇ ਜਦੋਂ ਕਰੋਨਾ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਬੰਦ ਕਰ ਦਿੱਤਾ, ਤੇ ਉਹਦੇ ਨਾਲ ਅਸੀਂ ਇੱਕ ਚੀਜ਼ ਦੇਖਿਆ ਕਿ ਬਹੁਤੇ ਲੋਕ ਜਿਹੜੇ ਆ ਉਹ ਡਿਪਰੈਸ਼ਨ 'ਚ ਜਾਣ ਲੱਗ ਪਏ ਸੀਗੇ, ਕਿਉਂਕਿ ਅੰਦਰ ਬੈਠ ਕੇ ਤੁਸੀਂ ਅੱਕ ਜਾਂਦੇ ਹੋ। ਤੇ ਸਾਡੀ ਸੰਸਥਾ ਨੇ ਜਿਹੜਾ ਆ ਉਹ ਸਮੇਂ ਦੀ ਨਬਜ਼ ਨੂੰ ਪਛਾਣਿਆ, ਔਰ ਦੂਰ ਅੰਦੇਸ਼ੀ ਤੋਂ ਕੰਮ ਲੈਂਦਿਆਂ ਅਸੀਂ ਜ਼ੂਮ ਤੇ ਪ੍ਰੋਗਰਾਮ ਸ਼ੁਰੂ ਕਰ ਦਿੱਤੇ। ਉਹ ਤੋਂ ਬਾਅਦ ਅਸੀਂ ਫਿਰ ਉਹ ਜਿਹੜੇ ਆਪਣੇ ਜ਼ੂਮ ਵਾਲੇ ਪ੍ਰੋਗਰਾਮ ਸੀ ਉਹਨਾਂ ਨੂੰ ਅੰਤਰਰਾਸ਼ਟਰੀ ਕਵੀ ਦਰਬਾਰ ਦਾ ਰੂਪ ਦੇ ਦਿੱਤਾ, ਤੇ ਅੱਜ ਅਸੀਂ ਜਿਹੜਾ ਆ ਉਹ 6ਵਾਂ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾ ਕੇ ਹਟੇ ਆ। ਤੇ ਸਾਡੇ ਨਾਲ ਜਿਹੜੇ ਆ ਉਹਦੇ ਨਾਲ ਸਾਨੂੰ ਇਹ ਫਰਕ ਹੋਇਆ ਕਿ ਦੇਸ਼ ਵਿਦੇਸ਼ ਤੋਂ ਸਾਨੂੰ, ਸਾਡੇ ਨਾਲ ਜਿਹੜੇ ਆ ਉਹ ਜੇ ਲੇਖਕ ਜੁੜੇ ਨੇ ਤਾਂ ਪਾਠਕ ਵੀ ਜੁੜੇ ਨੇ, ਸਰੋਤੇ ਵੀ ਜੁੜੇ ਨੇ, ਸੁਣਨ ਵਾਲੇ ਵੀ ਜੁੜੇ ਨੇ। ਹੁਣ ਤੱਕ ਸਾਡੇ ਕੋਲ ਜਿਹੜਾ ਉਹ ਅਮਰੀਕਾ ਦੀਆਂ ਹੋਰ ਸਟੇਟਾਂ ਤੋਂ, ਕੈਨੇਡਾ ਤੋਂ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਡੀਆ, ਪਾਕਿਸਤਾਨ, ਇੰਗਲੈਂਡ, ਇਟਲੀ, ਗ੍ਰੀਸ, ਜਰਮਨੀ, ਕਈ ਮੁਲਕਾਂ ਤੋਂ ਜਿਹੜਾ ਆ ਉਹ ਸਾਡੇ ਨਾਲ ਜੁੜ ਚੁੱਕੇ ਨੇ। ਔਰ ਹੋਰ ਵੀ ਜਿਹੜੇ ਕੋਈ ਮੁਲਕ ਤੋਂ ਨਹੀਂ ਵੀ ਜੁੜਿਆ, ਉੱਥੋਂ ਵੀ ਸਾਨੂੰ ਹੁਣ ਜਿਹੜੀ ਆ ਉਹ ਅਪਰੋਚ ਹੋ ਰਹੀ ਆ ਕਿ ਅਸੀਂ ਵੀ ਹਿੱਸਾ ਲੈਣਾ ਚਾਹੁੰਦੇ ਆ। ਜਿਵੇਂ ਮਾਸਕੋ ਤੋਂ ਸਾਨੂੰ ਪਤਾ ਲੱਗਾ ਕਿ ਕੋਈ ਇੰਟਰਸਟਡ ਹੈਗਾ ਆ, ਤੇ ਫਰਾਂਸ ਤੋਂ ਵੀ ਜਿਹੜਾ ਆ ਉਹ ਕੁਝ ਲੋਕ ਜੁੜਨਾ ਚਾਹੁੰਦੇ ਆ। ਤਾਂ ਇਸ ਤਰ੍ਹਾਂ ਜਿਹੜਾ ਆ ਜੇ ਤੁਸੀਂ ਪੁਲ ਦਾ ਕੰਮ ਕਰਨਾ ਆ ਤੇ ਫਿਰ ਸਾਨੂੰ ਜਿਹੜੇ ਆ ਉਹ ਸਾਰੀ ਤਰ੍ਹਾਂ ਦੇ ਹੀਲੇ ਵਸੀਲੇ ਵਰਤਣੇ ਪੈਣੇ, ਕਿਸੇ ਇੱਕ ਚੀਜ਼ ਦੇ ਉੱਤੇ ਤੁਸੀਂ ਨਿਰਭਰ ਨਹੀਂ ਕਰ ਸਕਦੇ। ਤੇ ਸਾਡੀ ਜਿਹੜੀ ਸੰਸਥਾ ਆ ਇਹਦੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਅਸੀਂ ਹਰ ਹੀਲਾ ਵਸੀਲਾ ਵਰਤ ਰਹੇ ਹਾਂ ਆਮ ਲੋਕਾਂ ਦੇ ਨਾਲ ਜੁੜਨ ਲਈ, ਔਰ ਖਾਸ ਕਰਕੇ ਜਿਹੜੇ ਪੰਜਾਬੀ ਸਕੂਲ ਹੈ ਉਹਨਾਂ ਦੇ ਵਿੱਚ ਬੱਚਿਆਂ ਨਾਲ ਜੁੜਨ ਲਈ ਹਰ ਕੋਸ਼ਿਸ਼ ਅਸੀਂ ਕਰ ਰਹੇ ਹਾਂ। ਜੀ, ਬਹੁਤ ਵਧੀਆ ਜੀ। ਹਾਂਜੀ, ਕੁਲਜੀਤ ਕੌਰ ਗਜ਼ਲ ਜੀ, ਤੁਸੀਂ ਕੁਝ ਐਡ ਕਰਨਾ ਚਾਹੋਗੇ ਇਹਦੇ ਵਿੱਚ ਜਿਹੜੀ ਆਪਾਂ ਗੱਲਬਾਤ ਸ਼ੁਰੂ ਕੀਤੀ ਹੈ? ਹਾਂਜੀ ਹਾਂਜੀ, ਜਿਹੜੇ ਬਲਹਾਰ ਹੋਣੀ ਤੇ ਅਲੀ ਅਹਿਮਦ ਰਾਜਨ ਹੋਣੀ, ਇਹਨਾਂ ਦੀ ਜਿਹੜੀਆਂ ਸੰਸਥਾਵਾਂ ਨੇ ਉਹ ਪੰਜਾਬੀ ਸੱਥ ਮੈਲਬਨ ਦੇ ਮੁਕਾਬਲੇ ਕਾਫੀ ਐਕਸਪੀਰੀਅੰਸ ਵਾਲੀਆਂ ਨੇ, ਕਾਫੀ ਦੇਰ ਤੋਂ ਚੱਲ ਰਹੀਆਂ ਨੇ। ਇਹਨਾਂ ਲੋਕਾਂ ਨੂੰ ਬਹੁਤ ਐਕਸਪੀਰੀਅੰਸ ਆ। ਤੇ ਅਸੀਂ ਜਿੱਦਾਂ ਮਧੂ ਤੁਹਾਨੂੰ ਪਤਾ ਹੀ ਹੈ, ਅਸੀਂ ਬੜੇ ਨਵੇਂ ਆਏ ਇਸ ਖੇਤਰ ਦੇ ਵਿੱਚ, ਪਹਿਲਾਂ ਬਾਹਰਲੇ ਦੇਸ਼ਾਂ ਦੇ ਵਿੱਚ ਸੈੱਟ ਹੋਣਾ ਤੇ ਫਿਰ ਦੇਖਣਾ ਕਿ ਸਾਨੂੰ ਹੁਣ ਸਾਡੀ ਰੂਹ ਨੂੰ ਕੀ ਚਾਹੀਦਾ ਵਾ। ਤੇ ਪਰ ਅਸੀਂ ਪਿਛਲੇ 1 ਸਾਲ ਦੇ ਵਿੱਚ ਜਿਹੜਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੁਲ ਬਣਾਉਣ ਦੀ ਸਮਾਜ ਦੇ ਵਿੱਚ ਤੇ ਸਾਹਿਤ ਦੇ ਨਾਲ, ਸੰਸਥਾ ਦੇ ਨਾਲ,
ਉਹਨਾਂ ਨੂੰ ਮੈਂ ਇਹਨਾਂ ਹਿੱਸਿਆਂ 'ਚ ਵੰਡਦੀ ਹਾਂ, ਜਿਸ ਤਰ੍ਹਾਂ ਮਰਦ, ਔਰਤਾਂ, ਬੱਚੇ, ਨੌਜਵਾਨ ਹੋ ਗਏ। ਮਰਦਾਂ ਨੂੰ ਵੀ ਅਸੀਂ ਨਾਲ ਲੈ ਕੇ ਚੱਲਦੇ ਹਾਂ, ਜੇ ਉਹਨਾਂ 'ਚ ਕੋਈ ਹੁਨਰ ਆ ਜਾਂ ਸਾਡੀ ਕੋਈ ਉਹ ਹੈਲਪ ਕਰ ਸਕਦੇ ਆ ਡਿਲੀਵਰ ਕਰਨ ਦੇ ਵਿੱਚ ਜਾਣਕਾਰੀ ਜਾਂ ਸਾਹਿਤਕ ਗੱਲਾਂ, ਤੇ ਉਹ ਸਾਡੀ ਹੈਲਪ ਕਰਦੇ ਨੇ। ਔਰਤਾਂ, ਕਿਉਂਕਿ ਔਰਤਾਂ ਦੇ ਵਿੱਚ ਇੱਥੇ ਮਾਨਸਿਕ ਪ੍ਰੋਬਲਮਸ ਬੜੀਆਂ ਵੱਧ ਗਈਆਂ ਨੇ, ਬਾਹਰਲੇ ਦੇਸ਼ਾਂ ਦੇ ਵਿੱਚ ਵੀ ਫੈਮਿਲੀ ਵਾਇਲੈਂਸ ਹੋ ਰਿਹਾ। ਅਸੀਂ ਜਿਸ ਤਰ੍ਹਾਂ ਮਧੂ ਹੋਣੀ ਆ, ਮੈਂ, ਅਸੀਂ ਪਰਸਨਲੀ ਵੀ ਲੋਕਾਂ ਨਾਲ ਗੱਲਾਂ ਕਰਕੇ ਫੋਨ ਤੇ ਉਹਨਾਂ ਦੀ ਕਾਉਂਸਲਿੰਗ ਕਰੀ ਦੀ ਆ, ਉਹਨਾਂ ਦੀ ਹੌਸਲਾ ਅਫਜ਼ਾਈ ਕਰੀ ਦੀ ਆ। ਫਿਰ ਬੱਚੇ ਆ ਜਾਂਦੇ ਆ, ਜਿਸ ਤਰ੍ਹਾਂ ਮਧੂ ਤੁਹਾਨੂੰ ਪਤਾ ਹੀ ਹੈ, ਪਿਛਲੀ ਵਾਰੀ ਅਸੀਂ ਪ੍ਰੋਗਰਾਮ ਕੀਤਾ ਸੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਗੁਰਦੁਆਰਾ ਸਾਹਿਬ, ਤੇ ਉੱਥੇ ਬੱਚਿਆਂ ਨੇ ਵੀ ਹਿੱਸਾ ਲਿਆ ਸੀ, ਬੱਚਿਆਂ ਧਾਰਮਿਕ ਕਵਿਤਾਵਾਂ ਬੋਲੀਆਂ ਸੀ। ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਬੱਚੇ ਜਿਹੜੇ ਆ ਉਹ ਕਵਿਤਾਵਾਂ ਵੀ ਰਚਣ, ਆਪ ਲਿਖਣ ਤੇ ਆਪ ਬੋਲਣ। ਜਿਨ੍ਹਾਂ ਨੂੰ ਗਾਉਣ ਦਾ ਸ਼ੌਂਕ ਹੈ, ਅਸੀਂ ਉਹਨਾਂ ਨੂੰ ਅੱਗੇ ਲਿਆਵਾਂਗੇ ਜ਼ਰੂਰ। ਤੇ ਪੇਰੈਂਟਸ ਵੀ ਬੜੇ ਵੱਧ ਚੜ ਕੇ ਹਿੱਸਾ ਲੈਂਦੇ ਨੇ। ਇੱਥੇ ਖੁਸ਼ੀ ਦੀ ਗੱਲ ਇਹ ਹੈ ਕਿ ਪੇਰੈਂਟਸ ਨੂੰ ਜਦੋਂ ਪਤਾ ਲੱਗਦਾ ਕਿ ਉਹਨਾਂ ਦੇ ਬੱਚਿਆਂ ਦੇ ਵਿੱਚ ਇਹ ਗੁਣ ਹੈਗਾ ਵਾ, ਉਹ ਬੋਲ ਸਕਦੇ ਨੇ ਜਾਂ ਗਾ ਸਕਦੇ ਨੇ, ਤੇ ਬੱਚਿਆਂ ਦੀ ਮਦਦ ਕਰਦੇ ਨੇ ਉਹ। ਫਿਰ ਜਿਹੜੇ ਨੌਜਵਾਨ ਨੇ, ਨੌਜਵਾਨ ਵੀ ਸਾਡੇ ਨਾਲ ਬੜੇ ਜੁੜਦੇ ਨੇ, ਸਾਡੇ ਪ੍ਰੋਗਰਾਮਾਂ ਦੇ ਵਿੱਚ ਆਉਂਦੇ ਨੇ, ਹਿੱਸਾ ਲੈਂਦੇ ਨੇ, ਕਵਿਤਾਵਾਂ ਬੋਲਦੇ ਨੇ ਜਾਂ ਸੁਣਦੇ ਨੇ ਜਾਂ ਬੋਲਣ ਦੀ ਕੋਸ਼ਿਸ਼ ਕਰਦੇ ਨੇ, ਤੇ ਚੰਗਾ ਲੱਗਦਾ। ਫਿਰ ਉਸ ਤੋਂ ਬਾਅਦ ਆਮ ਲੋਕਾਈ ਜਿਹੜੀ ਆ ਜਾਂਦੀ ਹੈ, ਜਿਸ ਤਰ੍ਹਾਂ ਇੱਥੇ ਲੋਕਾਂ ਦੇ ਮਾਪੇ ਬੜੇ ਆਏ ਹੋਏ ਆ, ਉਹਨਾਂ ਨੂੰ ਪ੍ਰੋਗਰਾਮ ਦਾ ਪਤਾ ਲੱਗੇ ਤੇ ਉਹ ਵੀ ਸਾਡੇ ਨਾਲ ਜੁੜਦੇ ਨੇ, ਸਾਡਾ ਪ੍ਰੋਗਰਾਮ ਵੇਖਦੇ ਨੇ। ਫਿਰ ਜੇ ਮੈਂ ਬਜ਼ੁਰਗਾਂ ਦੀ ਗੱਲ ਕਰਾਂ ਤੇ ਮੈਂ ਚਾਹੁੰਦੀ ਹਾਂ ਕਿ ਬਜ਼ੁਰਗ ਸਾਡੇ ਤੇ ਮਾਣ ਮਹਿਸੂਸ ਕਰਨ ਕਿ ਅਸੀਂ ਉਹਨਾਂ ਦੀ ਜਿਹੜੀ ਬੋਲੀ ਹੈ ਉਹਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਭੁੱਲ ਨਹੀਂ ਰਹੇ। ਮੇਰੀ ਕੋਸ਼ਿਸ਼ ਇਹ ਹੈ ਕਿ ਬੱਚੇ ਉਹਨਾਂ ਦੇ ਸਾਹਮਣੇ ਪੰਜਾਬੀ ਵੀ ਬੋਲ ਸਕਣ। ਅੰਗਰੇਜ਼ੀ ਜ਼ਰੂਰੀ ਹੈ ਇਹਨਾਂ ਦੇਸ਼ਾਂ ਦੇ ਵਿੱਚ, ਪਰ ਮੈਂ ਚਾਹੁੰਦੀ ਹਾਂ ਕਿ ਪੰਜਾਬੀ ਵੀ ਬੋਲ ਸਕੇ। ਅਸੀਂ ਐਨਕਰੇਜ ਕਰਦੇ ਹਾਂ, ਅਸੀਂ ਆਪਣੇ ਘਰਾਂ ਤੋਂ ਸ਼ੁਰੂ ਕਰਦੇ ਹਾਂ ਕਿ ਸਾਡੇ ਬੱਚੇ ਪੰਜਾਬੀ ਬੋਲਣ ਉਹਨਾਂ ਦੇ ਨਾਲ। ਇਸ ਲਈ ਬਜ਼ੁਰਗ ਵੀ ਇੱਥੇ ਸਾਡੇ ਕੋਲ ਬਹੁਤ ਹੁੰਦੇ ਨੇ, ਲੋਕਾਂ ਦੇ ਮਾਂ ਪਿਓ ਜਿਹੜੇ ਆਏ ਹੁੰਦੇ ਨੇ ਉਹ ਸਾਡੇ ਬਜ਼ੁਰਗ ਨੇ, ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਹੋਮ ਸਿਕਨੈਸ ਫੀਲ ਨਾ ਹੋਵੇ, ਉਹਨਾਂ ਨੂੰ ਆਪਣੇ ਪ੍ਰੋਗਰਾਮਾਂ ਦੇ ਵਿੱਚ ਲੈ ਕੇ ਆਈਏ। ਉਸ ਤੋਂ ਬਾਅਦ ਲਿਖਾਰੀ ਲੋਕ ਜਿਹੜੇ ਆ, ਅਸੀਂ ਛੇਤੀ ਹੀ ਨਾਰੀ ਲੇਖਕਾਵਾਂ ਦੀ ਕਿਤਾਬ ਵੀ ਛਾਪਾਂਗੇ ਪੰਜਾਬੀ ਸੱਥ ਮੈਲਬਨ ਵੱਲੋਂ। ਤੇ ਉਸ ਤੋਂ ਬਾਅਦ ਅਸੀਂ ਆਸਟ੍ਰੇਲੀਆ 'ਚ ਜਿਹੜੇ ਲੇਖਕ ਨੇ ਉਹਨਾਂ ਬਾਰੇ ਵੀ ਸੋਚਾਂਗੇ ਅਸੀਂ, ਜੇ ਉਹ ਇੰਟਰਸਟਿਡ ਹੋਣ ਤਾਂ ਕਿਤਾਬਾਂ ਛਾਪੀਆਂ ਜਾਣਗੀਆਂ। ਲਿਖਾਰੀਆਂ ਤੋਂ ਬਾਅਦ ਪਿੱਛੇ ਜੇ ਅਸੀਂ ਪ੍ਰੋਗਰਾਮ ਕੀਤਾ ਸੀ ਕਹਾਣੀਆਂ ਦਾ ਵੀ, ਜਸਵੀਰ ਸਿੰਘ ਰਾਣਾ ਜੀ ਸਾਡੇ ਨਾਲ ਜੁੜੇ ਸੀ, ਜੁੜੇ ਸੀ, ਤੇ ਜੱਸੀ ਧਾਲੀਵਾਲ ਤੇ ਹਰਵਿੰਦਰ ਕੌਰ ਚਾਹਲ ਦੀ ਕਹਾਣੀਆਂ ਤੇ ਉਹਨਾਂ ਨੇ ਮੁਲਾਂਕਣ ਕੀਤਾ ਸੀ, ਜਿਹੜਾ ਕਿ ਆਪਣੇ ਆਪ ਦੇ ਵਿੱਚ ਬੜਾ ਵਿਲੱਖਣ ਪ੍ਰੋਗਰਾਮ ਸੀ, ਤੇ ਇਸ ਪ੍ਰੋਗਰਾਮ ਨੂੰ ਬੜਾ ਪਸੰਦ ਵੀ ਕੀਤਾ ਗਿਆ ਆਮ ਲੋਕਾਂ ਦੇ ਵੱਲੋਂ। ਉਸ ਤੋਂ ਬਾਅਦ ਪਰਿਵਾਰ ਆ ਜਾਂਦੇ ਆ। ਸੱਥ ਜਿਹੜੀ ਆ, ਸੱਥ ਦੇ ਵਿੱਚ ਤਾਂ ਕੋਈ ਵੀ ਆ ਸਕਦਾ, ਤੇ ਅਸੀਂ ਚਾਹੁੰਦੇ ਹਾਂ ਕਿ ਪਰਿਵਾਰ ਵੀ ਸਾਡੇ ਨਾਲ ਜੁੜਨ। ਸਾਡੇ ਆਪਣੇ ਪਰਿਵਾਰ ਜਿਹੜੇ ਆ ਉਹ ਖਾਣਾ ਵੀ ਬਣਾਉਂਦੇ ਨੇ ਸਾਡੇ ਲਈ, ਚਾਹਵਾਂ ਵੀ ਬਣਾਉਂਦੇ ਨੇ, ਸਾਰਾ ਕੁਛ ਮਤਲਬ ਸਾਨੂੰ ਪੂਰੀ ਸਪੋਰਟ ਕਰਦੇ ਨੇ ਕਿ ਤੁਸੀਂ ਸੇਵਾ ਕਰ ਰਹੇ ਹੋ, ਤੇ ਉਹ ਬੈਕ ਸਟੇਜ ਤੇ ਸੇਵਾ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਹੁੰਦੇ ਨੇ। ਉਸ ਤੋਂ ਬਾਅਦ ਜਿਹੜੇ ਸਾਡੇ ਪੱਤਰਕਾਰ ਭਾਈਚਾਰਾ, ਜਿਹੜਾ ਸਾਡਾ ਮੀਡੀਆ ਵਾ, ਉਹਨਾਂ ਦੀ ਬੜੀ ਸਾਨੂੰ ਮਦਦ ਮਿਲਦੀ ਹੈ। ਇੱਥੇ ਜਿਹੜੇ ਜਗਬਾਣੀ ਵਾਲੇ, ਅਜੀਤ, ਟ੍ਰਿਬਿਊਨ, ਜਾਂ ਇੱਥੇ ਇੰਡੀਆ ਦੇ ਵਿੱਚ ਵੀ ਰਾਜਨ ਹੋਣੀ ਬਹੁਤ ਮਦਦ ਕਰਦੇ ਨੇ ਸਾਡੀ। ਫਿਰ ਛਾਬੜਾ ਹੋਣੀ, ਪਰਮਜੀਤ ਹੋਣੀ ਕੈਨੇਡਾ ਤੋਂ, ਉਹ ਬਹੁਤ ਹੈਲਪ ਕਰਦੇ ਨੇ। ਕੋਈ ਸਾਡੀਆਂ ਖਬਰਾਂ ਹੋਣ ਲੋਕਾਂ ਤੱਕ ਪਹੁੰਚਾਉਣੀਆਂ ਹੋਣ, ਦੂਰ ਬੈਠਿਆਂ, ਦੂਰ ਦੇਸ਼ਾਂ ਦੇ ਵਿੱਚ ਬੈਠਿਆਂ ਪਤਾ ਲੱਗ ਜਾਂਦਾ ਕਿ ਪੰਜਾਬੀ ਸੱਥ ਮੈਲਬਨ ਆਸਟ੍ਰੇਲੀਆ ਦੇ ਵਿੱਚ ਕੀ ਕਰ ਰਹੀ ਹੈ, ਜਾਂ ਇਹਨਾਂ ਦੇ ਕੀ ਮਨਸੂਬੇ ਨੇ, ਜਾਂ ਮਤਲਬ ਅਸੀਂ ਕੀ ਸਿੱਖ ਸਕਦੇ ਹਾਂ। ਇਸ ਲਈ ਉਹਨਾਂ ਨੂੰ ਵੀ ਅਸੀਂ ਪੱਤਰਕਾਰਾਂ ਨੂੰ ਵੀ ਨਾਲ ਲੈ ਕੇ ਚੱਲਦੇ ਹਾਂ। ਉਹ ਵੀ ਇੱਕ ਹਿਸਾਬ ਦਾ ਪੁੱਲ ਦਾ ਕੰਮ ਕਰਦੇ ਨੇ ਸਮਾਜ ਤੇ ਸੰਸਥਾ ਦੇ ਵਿੱਚ। ਉਸ ਤੋਂ ਬਾਅਦ ਦੂਜੀਆਂ ਸੰਸਥਾਵਾਂ ਜਿਹੜੀਆਂ ਆ ਜਾਂਦੀਆਂ, ਜਿਸ ਤਰ੍ਹਾਂ ਸਾਡੇ ਦੇ ਨਾਲ ਹੁਣ AUP ਚੈਨਲ ਵਾਲੇ ਜਿਹੜੇ, ਉਹ ਹਮੇਸ਼ਾ ਸਾਡੇ ਨਾਲ ਹੁੰਦੇ ਨੇ, ਸਾਡੀ ਸਪੋਰਟ ਕਰਦੇ ਨੇ, ਅਸੀਂ ਇੱਕ ਦੂਜੇ ਦੀ ਸਪੋਰਟ ਕਰਦੇ ਹਾਂ। ਉਸ ਤੋਂ ਬਾਅਦ ਬਿਜ਼ਨਸ ਕੁਛ ਜਿਹੜੇ MS ਡਿਜ਼ਾਈਨਰ ਆ, ਕੁੜੀਆਂ ਸਾਡੀ ਸਪੋਰਟ ਕਰਦੀਆਂ ਨੇ। ਫਿਰ ਸੂਰਜਾਂ ਦੇ ਵਾਰਸ ਪ੍ਰਕਾਸ਼ਨ, ਗੁਰਪ੍ਰੀਤ ਸਿੰਘ ਹੋਣੀ, ਉਹ ਵੀ ਸਾਡੀ ਸਪੋਰਟ ਕਰਦੇ ਆ, ਅਸੀਂ ਵੀ ਉਹਨਾਂ ਦੀ ਸਪੋਰਟ ਕਰਦੇ ਹਾਂ। ਅਸੀਂ ਮਿਲ ਜੁਲ ਕੇ, ਮਤਲਬ ਕਿਉਂਕਿ ਮੈਂ ਸਮਝਦੀ ਹੁੰਦੀ ਹਾਂ ਕਿ ਸਾਡਾ ਟਾਰਗੇਟ ਇੱਕ ਹੈ, ਤੇ ਕਿਉਂ ਨਾ ਮਿਲ ਜੁਲ ਕੇ ਕੰਮ ਕੀਤਾ ਜਾਵੇ। ਹਾਂਜੀ ਮਧੂ ਜੀ, ਬਹੁਤ ਸੋਹਣਾ ਕੁਲਜੀਤ ਜੀ, ਬਿਲਕੁਲ। ਬਹੁਤ ਵਧੀਆ ਲੱਗਿਆ ਕਿ ਸਾਰੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਉਹ ਪੂਰੇ ਸਮਾਜ ਦੇ, ਸਿਰਫ ਲੇਖਕਾਂ ਨੂੰ ਨਹੀਂ ਬਲਕਿ ਪੂਰੇ ਸਮਾਜ ਨੂੰ ਜਿਹੜਾ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੀਆਂ ਨੇ। ਗੱਲਾਂ ਦੇ ਵਿੱਚੋਂ ਗੱਲ ਨਿਕਲੀ ਕਿ ਪਰਿਵਾਰ ਦੀ,
ਜਿਹੜਾ ਮੇਰਾ ਅਗਲਾ ਸਵਾਲ ਹੈ ਉਹ ਸਿਰਫ ਇੱਕ ਸੰਸਥਾਵਾਂ ਬਾਰੇ ਨਹੀਂ ਹੈ। ਤੁਸੀਂ ਸਾਰੇ ਸੰਸਥਾਵਾਂ ਦੇ ਮੁਖੀ ਹੋ ਤੇ ਅਕਸਰ ਤੁਹਾਨੂੰ ਪੁੱਛਿਆ ਜਾਂਦਾ ਕਿ ਤੁਹਾਡੀਆਂ ਪਰਿਵਾਰ ਦਾ ਕੀ ਯੋਗਦਾਨ ਹੈ, ਤੇ ਅਕਸਰ ਇਹ ਕਿਹਾ ਜਾਂਦਾ ਕਿ ਜੇ ਪਰਿਵਾਰ ਦਾ ਸਾਥ ਨਾ ਹੋਵੇ ਤੇ ਜਿਹੜਾ ਹੈਗਾ ਅਸੀਂ ਇਹ ਕੰਮ ਨਾ ਕਰ ਸਕੀਏ। ਇੱਕ ਆਮ ਕੁਐਸਚਨ ਤੇ ਆਮ ਉਸ ਦਾ ਜਵਾਬ ਹੈ। ਪਰ ਮੇਰਾ ਸਵਾਲ ਜਿਹੜਾ ਹੈਗਾ ਉਹ ਵੱਖਰਾ ਹੈ। ਉਹ ਇਹ ਹੈ ਕਿ ਇਹ ਸੰਸਥਾਵਾਂ ਨੂੰ ਚਲਾਉਂਦੇ ਜਦੋਂ ਤੁਸੀਂ ਆਪਦੀਆਂ ਇੰਨਾ ਨਿੱਜੀ ਸਮਾਂ ਸੰਸਥਾਵਾਂ ਨੂੰ ਦਿੰਦੇ ਹੋ ਜਾਂ ਸੰਸਥਾਵਾਂ ਦੇ ਕੰਮਾਂ ਨੂੰ ਦਿੰਦੇ ਹੋ, ਜਿਵੇਂ ਬਲਹਾਰ ਜੀ ਤੁਸੀਂ ਅੱਜ ਸੁਬਾਹ ਪਹਿਲਾਂ ਦੂਸਰੇ ਲਾਈਵ ਪ੍ਰੋਗਰਾਮ ਦੇ ਵਿੱਚ ਸੀ, ਹੁਣ ਇਸ ਪ੍ਰੋਗਰਾਮ ਦੇ ਵਿੱਚੋਂ, ਤੇ ਤੁਹਾਡਾ ਵੀ ਵੀਕਐਂਡ ਹੈ ਹਨਾ, ਤੇ ਫੈਮਿਲੀ ਬੈਠੀ ਹੈ, ਉਡੀਕ ਕਰ ਰਹੀ ਹੈ। ਕਿੰਨੇ ਵਾਰੀ ਇਹੋ ਜਿਹੇ ਹਾਲਾਤ ਆਉਂਦੇ ਨੇ ਤੁਹਾਡੇ ਸਾਰੇ? ਇਹ ਸਵਾਲ ਮੇਰਾ ਸਾਰਿਆਂ ਨੂੰ ਹੈ ਕਿ ਇਹ ਕਿੰਨੇ ਵਾਰੀ ਇਹ ਮਹਿਸੂਸ ਹੁੰਦਾ ਹੈ ਕਿ ਛੱਡ ਪਰਾਂ, ਬਹੁਤ ਹੋ ਗਿਆ, ਮੇਰਾ ਆਪਦਾ ਪਰਿਵਾਰ ਦਾ ਜਿਹੜਾ ਸਮਾਂ ਉਹ ਖਰਾਬ ਹੋ ਰਿਹਾ, ਮੈਨੂੰ ਆਪਦੇ ਪਰਿਵਾਰ ਤੇ ਕੰਸੰਟਰੇਟ ਕਰਨਾ ਚਾਹੀਦਾ, ਆਪਦੇ ਪਰਿਵਾਰ ਤੇ ਧਿਆਨ ਦੇਣਾ ਚਾਹੀਦਾ। ਮੇਰੀ ਜਿਹੜੀ ਹੈ ਪਰਿਵਾਰ ਉਹ ਮੇਰੇ ਨਾਲ ਸ਼ਿਕਾਇਤਾਂ ਕਰ ਰਿਹਾ, ਸ਼ਿਕਵੇ ਕਰ ਰਿਹਾ, ਤੇ ਕਿੰਨੇ ਵਾਰੀ ਜਿਹੜਾ ਹੈਗਾ ਇਹੋ ਜਿਹੇ ਸਵਾਲ ਆਉਂਦੇ ਆ ਕਿ ਛੱਡ ਪਰਾਂ, ਮੈਥੋਂ ਨਹੀਂ ਹੋਰ ਹੁੰਦਾ, ਮੈਂ ਤਾਂ ਆਪਦੇ ਪਰਿਵਾਰ ਨਾਲ ਸਮਾਂ ਬਤੀਤ ਕਰਨਾ। ਕੀ ਕਦੇ ਇਹੋ ਜਿਹੀਆਂ ਸਥਿਤੀਆਂ ਆਈਆਂ ਨੇ ਕਿ ਉਧਰ ਤੇ ਬਹੁਤ ਵੱਡਾ ਪ੍ਰੋਗਰਾਮ ਹੋਵੇ ਤੇ ਇੱਧਰ ਪਰਿਵਾਰ ਕਹਿੰਦਾ ਹੋਵੇ ਵੀ ਪਿਕਨਿਕ ਤੇ ਲੈ ਕੇ ਚੱਲੋ, ਤੇ ਫਿਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਜਿਹੜਾ ਹੈਗਾ ਕਿਵੇਂ ਬੈਲੈਂਸ ਬਣਾ ਕੇ ਚੱਲਦੇ ਹੋ, ਤੇ ਜਿਹੜਾ ਹੈਗਾ ਇਹੋ ਜਿਹੇ ਹਾਲਾਤ ਕਿੰਨੇ ਕੁ ਵਾਰੀ ਆਉਂਦੇ ਨੇ, ਤੇ ਉਹਨਾਂ ਹਾਲਾਤਾਂ ਨੂੰ ਜਿਹੜਾ ਹੈਗਾ ਤੁਸੀਂ ਕਿਵੇਂ ਜਿਹੜਾ ਹੈਂਡਲ ਕਰਦੇ ਹੋ, ਕਿਵੇਂ ਉਹਨਾਂ ਨੂੰ ਲੈਂਦੇ ਹੋ ਤੁਸੀਂ? ਹਾਂਜੀ ਬਲਹਾਰ ਜੀ, ਤੁਹਾਡੇ ਤੋਂ ਸ਼ੁਰੂ ਕਰਾਂਗੇ ਇਸ ਵਾਰ। ਇਹ ਸਮੱਸਿਆ ਉਦੋਂ ਘਟ ਜਾਂਦੀ ਹੈ ਜਦੋਂ ਤੁਸੀਂ ਪਰਿਵਾਰ ਨੂੰ ਨਾਲ ਲੈ ਕੇ ਚੱਲਦੇ ਹੋ ਜੀ। ਜੇ ਤੁਸੀਂ ਇਕੱਲੇ ਜਾਂਦੇ ਫੇਰ ਆਉਂਦੀ ਆ। ਮੇਰੀ ਇਹ ਖੁਸ਼ਕਿਸਮਤੀ ਹੈ ਕਿ ਮੇਰੀ ਵਾਈਫ ਜਸਵਿੰਦਰ ਨਾਲ ਹੀ ਸਾਡੇ ਹਰੇਕ ਕਵੀ ਦਰਬਾਰ ਦੇ ਵਿੱਚ ਜਾਂਦੇ ਰਹੇ, ਔਰ ਅਸੀਂ ਕੈਨੇਡਾ ਵੀ ਬਹੁਤ ਜਾਂਦੇ ਆ ਉਹਨਾਂ ਦੇ ਪੰਜਾਬ ਭਵਨ ਦੇ ਪ੍ਰੋਗਰਾਮਾਂ ਦੇ ਵਿੱਚ, ਤੇ ਪ੍ਰੋਗਰੈਸਿਵ ਕਲਚਰ ਸੈਂਟਰ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਹੁਣ ਕਰੋਨਾ ਕਰਕੇ ਥੋੜਾ ਬੰਦ ਹੈ, ਵੈਸੇ ਅਸੀਂ ਬਹੁਤ ਜਾਂਦੇ ਰਹੇ ਆ, ਔਰ ਇਹ ਹਰ ਵਾਰੀ ਨਾਲ ਹੀ ਜਾਂਦੇ ਸੀਗੇ, ਤੇ ਇਸ ਕਰਕੇ ਫਿਰ ਉਹ ਸਮੱਸਿਆ ਘਟ ਜਾਂਦੀ ਸੀਗੀ। ਤੇ ਹੋਰ ਵੀ ਜਿਹੜੇ ਪਰਿਵਾਰਕ ਮੈਂਬਰ ਆ ਮੇਰੇ, ਮਾਤਾ ਜੀ ਵੀ ਨਾਲ ਜਾਂਦੇ ਹੁੰਦੇ ਜਦੋਂ ਸਾਡੇ ਇੱਥੇ ਕਵੀ ਦਰਬਾਰ ਹੁੰਦਾ ਆ, ਤੇ ਸਾਡੇ ਹੋਰ ਵੀ ਕਈ ਮੈਂਬਰ ਹੈਗੇ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਨਾਲ ਹੀ ਹੁੰਦੇ, ਬੱਚਿਆਂ ਨੂੰ ਛੱਡ ਕੇ। ਜਿਹੜੇ ਇੱਥੋਂ ਦੇ ਬੋਰਨ ਬੱਚੇ ਆ ਉਹਨਾਂ ਦੀ ਥੋੜੀ ਪ੍ਰੋਬਲਮ ਹੈਗੀ ਆ, ਬਾਕੀ ਜਿਹੜੇ ਆ ਸਾਡੇ ਸਪਾਊਸ ਤੇ ਮੇਰੇ ਘਰ ਵਾਲੀ, ਮੇਰੇ ਮਾਤਾ ਜੀ ਤੇ ਮੇਰੇ ਭਤੀਜੀਆਂ, ਭਾਬੀਆਂ, ਸਾਰੇ ਜਿੱਦਾਂ ਸਾਡੇ ਜੇ ਕੋਈ ਵੱਡਾ ਪ੍ਰੋਗਰਾਮ ਹੋਵੇ ਤਾਂ ਫਿਰ ਸਾਰੇ ਹੀ ਜਾਂਦੇ ਆ। ਤੇ ਜਿਸ ਤਰ੍ਹਾਂ ਮੈਂ ਦੱਸਿਆ ਸੀ ਕਿ ਅਸੀਂ ਨਾਟਕ ਵਗੈਰਾ ਵੀ ਕਰਵਾਏ ਆ, ਉਹਦੇ ਵਿੱਚ ਤਾਂ ਫਿਰ ਸਾਰਾ ਹੀ ਪਰਿਵਾਰ ਇਕੱਠੇ ਹੋ ਕੇ ਜਾਂਦੇ ਰਹੇ ਆ। ਤੇ ਜਿਹੜੇ ਹੁਣ ਜ਼ੂਮ ਤੇ ਵੀ ਕਰਦੇ ਆ, ਇਹ ਜਿਹੜੇ ਪ੍ਰੋਗਰਾਮ ਦੇ ਵਿੱਚ ਜਸਵਿੰਦਰ ਦਾ ਬਹੁਤ ਯੋਗਦਾਨ ਆ, ਮੇਰੇ ਘਰ ਵਾਲੀ ਦਾ। ਮੇਰੇ ਲਈ ਉਹਨੇ ਸਟੂਡੀਓ ਜਿਹੜਾ ਸੈੱਟ ਕਰਕੇ ਰੱਖਣਾ, ਪਿੱਛੇ ਸਾਰਾ ਕੁਝ ਕਲੀਨ ਕਰਕੇ, ਲੈਪਟਾਪ ਲਾ ਰੱਖ ਕੇ, ਤਾਰ ਉਹਦੀ ਲਗਾ ਕੇ, ਆਲੇ ਦੁਆਲੇ ਟੇਬਲ ਕਲੀਨ ਕਰਕੇ, ਨੋਟਬੁੱਕ ਰੱਖ ਕੇ, ਤੁਸੀਂ ਦੇਖਿਆ ਪਿੱਛੇ ਬਲਾਈਂਡ ਲੱਗਾ ਆ, ਪਹਿਲਾਂ ਫੁਲਕਾਰੀ ਲੱਗੀ ਹੁੰਦੀ ਸੀ, ਬਦਲਦੀ ਰਹਿੰਦੀ ਆ, ਪਹਿਲਾਂ ਫੁਲਕਾਰੀ ਲਾਈ ਅਸੀਂ, ਹੁਣ ਚਿੱਟਾ ਬਲਾਈਂਡ ਲਿਆ ਕੇ ਲਾ ਦਿੱਤਾ। ਤੇ ਫਿਰ ਮੈਨੂੰ ਇੱਥੇ, ਕਿਉਂਕਿ ਜਦੋਂ ਮੈਂ ਪ੍ਰੋਗਰਾਮ ਹੋਸਟ ਕਰਦਾ, ਸਾਡਾ ਅੱਧਾ ਘੰਟਾ ਪਹਿਲਾਂ ਬਹਿਣਾ ਪੈਂਦਾ ਆ, ਅੱਧਾ ਪੌਣਾ ਘੰਟਾ ਕਈ ਵਾਰੀ, ਤੇ 2.5-3 ਘੰਟੇ ਦਾ ਪ੍ਰੋਗਰਾਮ ਹੁੰਦਾ, 3-3.5 ਘੰਟੇ ਮੈਨੂੰ ਫਿਰ ਲਗਾਤਾਰ ਬੈਠਣਾ ਹੁੰਦਾ। ਫਿਰ ਮੈਨੂੰ ਬੈਠੇ ਨੂੰ ਜਿਹੜਾ ਆ ਉਹ ਇੱਥੇ ਚਾਹ, ਕੌਫੀ, ਪਾਣੀ, ਸੈਂਡਵਿਚ ਵਗੈਰਾ ਲਿਆ ਕੇ ਦੇਣੀ। ਤੇ ਜਦੋਂ ਪਰਿਵਾਰ ਨਾਲ ਇਨਵੋਲਵ ਆ ਤੁਹਾਡੇ, ਫਿਰ ਇਹ ਸਮੱਸਿਆ ਨਹੀਂ ਆਉਣੀ ਕਿ ਤੁਸੀਂ ਕਹਿ ਰਹੇ ਹੋ ਕਿ ਬਈ ਤੁਸੀਂ ਪ੍ਰੋਗਰਾਮ ਤੇ ਜਾਣਾ ਹੈ, ਉਧਰੋਂ ਪਰਿਵਾਰ ਕਹਿ ਰਿਹਾ ਕਿ ਅਸੀਂ ਇੱਧਰ ਜਾਣਾ। ਤਾਂ ਸਾਡੀ ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਇਹ ਖੁਸ਼ਕਿਸਮਤੀ ਹੈ ਕਿ ਸਾਡੇ ਬਹੁਤੇ ਮੈਂਬਰ ਜਿਹੜੇ ਆ ਉਹ ਪਰਿਵਾਰਾਂ ਸਮੇਤ ਹੀ ਸੰਸਥਾ ਦੇ ਨਾਲ ਜੁੜੇ ਹੋਏ ਨੇ। ਬਹੁਤ ਵਧੀਆ ਜੀ। ਹਾਂਜੀ ਅਲੀ ਜੀ, ਆਪਾਂ ਤੁਹਾਡੇ ਕੋਲੇ ਆਵਾਂਗੇ। ਤੁਸੀਂ ਦੱਸੋ ਵੀ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਹੈਗਾ ਪਰਿਵਾਰ ਨਾਲ ਤੁਹਾਡੇ ਜੁੜ ਕੇ ਕੰਮ ਕਰਦੇ ਨੇ, ਜਾਂ ਤੁਹਾਨੂੰ ਇਹ ਮੁਸ਼ਕਲ ਆਉਂਦੀ ਹੈ ਕਿ ਅੱਜ ਜਿਹੜਾ ਹੈਗਾ ਪਰਿਵਾਰਕ ਮਾਹੌਲ ਦੇ ਵਿੱਚ ਸਮਾਂ ਬਤੀਤ ਕੀਤਾ ਜਾਵੇ ਜਾਂ ਕਿਸੇ ਸਾਹਿਤਕ ਸਮਾਗਮ ਦੇ ਵਿੱਚ ਜਾਇਆ ਜਾਵੇ? ਦੋ ਚਿੱਤੀ ਆਉਂਦੀ ਹੈ ਮਨ ਦੇ ਵਿੱਚ ਕਦੇ ਕਦਾਈ? ਜੀ ਸਭ ਤੋਂ ਪਹਿਲਾਂ ਇਹ ਚੀਜ਼ ਅਹਿਮੀਅਤ ਰੱਖਦੀ ਹੈ ਕਿ ਤੁਹਾਡੇ ਵਾਸਤੇ ਤੁਹਾਡਾ ਮਿਸ਼ਨ ਜਿਹੜਾ ਹੈ ਉਹ ਕਿਤਨਾ ਕਿ ਅਹਿਮ ਹੈ। ਜਦੋਂ ਤੁਸੀਂ ਆਪਣੇ ਮਿਸ਼ਨ ਦੀ ਅਹਿਮੀਅਤ ਨੂੰ ਜਾਣ ਲੈਂਦੇ ਹੋ ਤਾਂ ਫਿਰ ਤੁਹਾਡੇ ਅਹਿਮੀਅਤ ਨੂੰ ਅਵਲ ਹੈਸੀਅਤ ਹਾਸਲ ਹੁੰਦੀ ਹੈ, ਔਰ ਬਾਕੀ ਜਿਹੜੀਆਂ ਦੀਗਰ ਸਰਗਰਮੀਆਂ ਜਾਂ ਬਾਕੀ ਜਿਹੜੀਆਂ ਤੁਹਾਡੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਉਹਨਾਂ ਦੀ ਹੈਸੀਅਤ ਸਾਨ ਵੀ ਰਹਿ ਜਾਂਦੀ ਹੈ। ਬਾਕੀ ਰਹਿ ਗਈ ਗੱਲ ਕਿ ਤੁਹਾਡੇ ਨਾਲ ਜਿਹੜਾ ਤੁਹਾਡਾ ਟੱਬਰ, ਤੁਹਾਡਾ ਪਰਿਵਾਰ ਜਿਹੜਾ ਉਹ ਕਿੰਨਾ ਕੁ ਨਾਲ ਜੁੜਦਾ ਹੈ। ਤੇ ਮੈਂ ਸਭ ਤੋਂ ਪਹਿਲਾਂ ਤੇ ਆਪਣੇ ਵੱਲੋਂ ਦੱਸਾਂਗਾ
ਕਿ ਮੇਰੇ ਛੋਟੇ ਛੋਟੇ ਬੱਚੇ ਨੇ ਤੇ ਉਹ ਜਦੋਂ ਵੀ ਸਾਡਾ ਕੋਈ ਪ੍ਰੋਗਰਾਮ ਜਿਹੜਾ ਆਪਣੇ ਜ਼ਿਲ੍ਹੇ ਦੇ ਅੰਦਰ ਹੁੰਦਾ ਹੈ ਤੇ ਉਹਦੇ ਵਿੱਚ ਉਹਨਾਂ ਨੇ ਮੇਰੇ ਨਾਲ ਲਾਜ਼ਮੀ ਸ਼ਾਮਿਲ ਹੋਣਾ ਹੁੰਦਾ ਹੈ। ਇਸ ਤੋਂ ਇਲਾਵਾ ਦੂਸਰੀ ਚੀਜ਼ ਮੈਂ ਕੀਤੀ ਹੋਈ ਹੈ ਕਿ ਹਰ ਸਾਲ ਕਮ ਅਜ਼ ਕਮ 2-3 ਪ੍ਰੋਗਰਾਮ ਜਿਹੜੇ ਨੇ ਉਹ ਮੇਰੇ ਘਰ ਦੇ ਅੰਦਰ ਆਉਂਦੇ ਨੇ, ਜਿਸ ਦਾ ਅਸੀਂ ਤਮਾਮ ਤਰ ਇੰਤਜ਼ਾਮ ਘਰ ਦੇ ਅੰਦਰ ਕਰਨੇ ਆ। ਇੱਥੋਂ ਤੀਕਰ ਕਿ ਆਉਣ ਵਾਲੇ ਪ੍ਰਾਹੁਣਿਆਂ ਦਾ ਜਿਹੜਾ ਹੈ ਉਹ 2-3 ਵੇਲੇ ਦਾ ਟੁੱਕਰ ਪਾਣੀ ਜਿਹੜਾ ਹੈ, ਅੰਨ ਪਾਣੀ ਜਿਹੜਾ ਉਹਦਾ ਵੀ ਘਰ ਤੇ ਇੰਤਜ਼ਾਮ ਕੀਤਾ ਜਾਂਦਾ ਹੈ। ਉਸ ਦੇ ਨਾਲ ਹੁੰਦਾ ਕੀ ਹੈ ਕਿ ਮੇਰਾ ਸਾਰਾ ਟੱਬਰ, ਬੱਚੇ, ਖਾਨਦਾਨ ਦੇ ਤਮਾਮ ਅਫਰਾਦ ਜਿਹੜੇ ਨੇ ਉਹ ਸਾਡੇ ਸ਼ੁਰਾ ਦੇ ਨਾਲ, ਉਦਾਬਾ ਦੇ ਨਾਲ ਔਰ ਇਸੇ ਤਰ੍ਹਾਂ ਦੂਸਰੀਆਂ ਤਨਜ਼ੀਮਾਂ ਦੇ ਜਿਹੜੇ ਮੋਢੀ ਲੋਕ ਨੇ, ਆਰੀ ਲੋਕ ਨੇ, ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਇੱਕ ਤਾਰਫ ਵੀ ਕਾਇਮ ਹੁੰਦਾ ਹੈ ਔਰ ਉਹਨਾਂ ਦੀ ਨਾਲ ਇੱਕ ਜੁੜਤ ਵੀ ਕਾਇਮ ਹੁੰਦੀ ਜਾਂਦੀ ਹੈ। ਸੋ ਇਸ ਤਰ੍ਹਾਂ ਹੈ ਕਿ ਬੜਾ ਵਧੀਆ ਜਿਹੜਾ ਨਾ ਜੀ ਉਹ ਸਿਲਸਿਲਾ ਚੱਲਦਾ ਹੈ। ਔਰ ਹਾਂ, ਇੱਥੇ ਇੱਕ ਹੋਰ ਚੀਜ਼ ਵੀ ਹੈ ਕਿ ਅਕਸਰ ਔਕਾਤ ਇਸ ਤਰ੍ਹਾਂ ਹੁੰਦਾ ਹੈ ਕਿ ਤੁਸੀਂ ਕੋਈ ਨਾ ਕੋਈ ਪ੍ਰੋਗਰਾਮ ਜਿਹੜਾ ਉਹ ਤੇ ਪਹਿਲਾਂ ਤੋਂ ਤੈਅ ਕੀਤਾ ਹੋਇਆ ਹੁੰਦਾ ਹੈ। ਉਸ ਦੇ ਨਾਲ ਤੁਹਾਡੇ ਟੱਬਰ, ਤੁਹਾਡੀ ਫੈਮਿਲੀ, ਤੁਹਾਡੇ ਪਰਿਵਾਰ 'ਚ ਕੋਈ ਨਾ ਕੋਈ ਖੁਦਾ ਨਖਾਸਤਾ ਅਨਹੋਣੀ ਹੋ ਜਾਂਦੀ ਹੈ। ਕੋਈ ਬਿਮਾਰ ਹੋ ਗਿਆ, ਕੋਈ ਫੌਤਗੀ ਹੋ ਗਈ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਹੋਰ ਚੀਜ਼ ਵਾਕਿਆ ਹੋ ਗਈ ਤੇ ਇੱਥੇ ਆ ਕੇ ਫਿਰ ਵਾਕਈ ਇੱਕ ਸਬਰ ਔਰ ਮੁਸ਼ਕਲ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ। ਲੇਕਿਨ ਹਮੇਸ਼ਾ ਜਿਹੜਾ ਉਹ ਆਪਣੇ ਮਿਸ਼ਨ ਨੂੰ ਜਿਹੜਾ ਉਹ ਅੱਗੇ ਰੱਖਿਆ ਔਰ ਆਪਣੇ ਟੱਬਰ ਨੇ ਜਿਹੜਾ ਉਹ ਉਸ ਸਿਲਸਿਲੇ ਦੇ ਵਿੱਚ ਜਿਹੜਾ ਉਹ ਹਮੇਸ਼ਾ ਜਿਹੜਾ ਸਾਡਾ ਸਾਥ ਨਿਭਾਇਆ। ਕਿ ਮੈਨੂੰ ਬੜਾ ਯਾਦ ਹੈ ਕਿ ਅੱਜ ਤੋਂ ਕੁਝ ਵਰੇ ਪਹਿਲਾਂ ਮੈਂ ਇੱਕ ਪ੍ਰੋਗਰਾਮ ਮਿੱਥਿਆ ਹੋਇਆ ਸੀ। ਪ੍ਰੋਗਰਾਮ ਵਿੱਚ ਸਿਰਫ 2 ਦਿਨ ਬਾਕੀ ਸੀ ਤੇ ਮੇਰੀ ਹਮਸ਼ੀਰਾ ਦਾ ਜਿਹੜਾ ਉਹ ਬੇਟਾ, ਉਸ ਦੀ ਡੈਥ ਹੋ ਗਈ। ਉਸ ਦੇ ਅੰਦਰ ਮੇਰਾ ਬਾਕੀ ਸਾਰਾ ਟੱਬਰ ਜਿਹੜਾ ਉਹ ਤੇ ਉੱਥੇ ਚਲਾ ਗਿਆ ਸੀ, ਲੇਕਿਨ ਮੈਨੂੰ ਜਿਹੜਾ ਉਹ ਮੇਰੀ ਉਹ ਸੀ ਹਮਸ਼ੀਰਾ ਨੇ ਜਿਸ ਦਾ ਬੱਚਾ ਫੌਤ ਹੋਇਆ ਸੀ, ਉਹਨੇ ਵੀ ਕਾਲ ਕਰਕੇ ਕਿਹਾ ਕਿ ਚੂੰਕਿ ਤੁਸੀਂ ਆਪਣਾ ਪ੍ਰੋਗਰਾਮ ਪਹਿਲਾਂ ਤੋਂ ਮਿੱਥਿਆ ਹੋਇਆ ਔਰ ਉਹਦੇ ਸਿਰਫ 2 ਦਿਨ ਬਾਕੀ ਨੇ, ਤੁਸੀਂ ਆਪਣੇ ਮਹਿਮਾਨਾਂ ਨੂੰ ਵੀ ਟਾਈਮ ਦੇ ਚੁੱਕੇ ਹੋ ਔਰ ਉਹ ਬੜਾ ਪ੍ਰੋਗਰਾਮ ਸੀ ਪੂਰੇ ਪੰਜਾਬ ਲੈਵਲ ਦਾ। ਲਿਹਾਜ਼ਾ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਤੁਸੀਂ ਆਪਣੇ ਪ੍ਰੋਗਰਾਮ ਵੱਲ ਧਿਆਨ ਦਿਓ, ਮੇਰੇ ਘਰ 'ਚ ਜੋ ਹੋਣਾ ਸੀ ਉਹ ਹੋ ਗਿਆ। ਸੋ ਇਹ ਮੈਂ ਸਮਝਣਾ ਕਿ ਤੁਹਾਡੇ ਖਾਨਦਾਨ ਦਾ ਤੁਹਾਡੇ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਨਾ ਜੀ ਉਹ ਇੱਕ ਕੁਰਬਾਨੀ ਹੁੰਦੀ ਹੈ ਕਿ ਬਾਕੀ ਤਫਰੀਹ ਦੇ ਮਾਮਲਾਤ ਜਾਂ ਬਾਕੀ ਵਿਆਹ ਸ਼ਾਦੀਆਂ ਉਹ ਤੇ ਇੱਕ ਮਾਮਲਾ ਹੀ ਅਲੱਗ ਹੈ ਕਿ ਮੇਰੇ ਨਾਲ ਜਿਹੜਾ ਮੇਰਾ ਖਾਨਦਾਨ ਗਮ ਦੇ ਮੌਕੇ 'ਚ ਵੀ, ਦੁੱਖ ਦੇ ਮੌਕੇ 'ਚ ਵੀ ਜਿਹੜਾ ਉਹਨਾਂ ਨੇ ਮੈਨੂੰ ਆਪਣੀ ਤਨਜ਼ੀਮ ਵਾਸਤੇ ਔਰ ਆਪਣੇ ਇਸ ਮਿਸ਼ਨ ਵਾਸਤੇ ਜਿਹੜਾ ਉਹ ਵਕਤ ਦਿੱਤਾ ਹੈ ਔਰ ਉਸ ਦੇ ਵਿੱਚ ਉਹਨਾਂ ਨੇ ਮੇਰੇ ਨਾਲ ਨਾਰਾਜ਼ਗੀ ਦਾ ਇਜ਼ਹਾਰ ਕਰਨ ਦੀ ਬਜਾਏ ਮੇਰੇ ਨਾਲ ਤਾਮਨ ਕੀਤਾ ਹੈ। ਬਹੁਤ ਸ਼ੁਕਰੀਆ ਜੀ 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 ਬਿਲਕੁਲ। ਸਵਾਲ ਥੋੜਾ ਮੈਂ ਟੇਢਾ ਪੁੱਛਣ ਦੀ ਕੋਸ਼ਿਸ਼ ਕੀਤੀ ਸੀ, ਪਰ ਸਾਰਿਆਂ ਨੇ ਮੈਨੂੰ ਲੱਗਦਾ ਆਪਦੇ ਪਰਿਵਾਰਾਂ ਤੋਂ ਡਰਦੇ ਹੋਏ ਇਹੀ ਕਿਹਾ ਕਿ ਪਰਿਵਾਰਾਂ ਦਾ ਸਾਥ ਹੈ ਤੇ ਜਿਹੜਾ ਹੈਗਾ ਸਾਡੇ ਪ੍ਰੋਗਰਾਮ ਰਨ ਹੁੰਦੇ ਆ। ਚਲੋ ਆਪਾਂ ਇਹਨੂੰ ਇੱਥੇ ਇਹੀ ਲੈਨੇ ਆ, ਪਰ ਪਿੱਛੇ ਬੈਠੀ ਆ ਮੇਰੇ ਨਾਲ ਫੇਰ ਠੀਕ ਆ, ਪਰ ਜੇ ਤੁਹਾਡੇ ਕਰਨਾ ਪੈਣਾ। ਠੀਕ ਠੀਕ ਠੀਕ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ਲਿੰਦਰ ਜੀ, ਤੁਹਾਨੂੰ ਕੋਈ ਇਸ ਤੋਂ ਵੱਖਰਾ ਤਜਰਬਾ ਹੋਇਆ ਤਾਂ ਤੁਸੀਂ ਸਾਡੇ ਨਾਲ ਸਾਂਝਾ ਕਰੋ। ਪਰ ਮੈਨੂੰ ਲੱਗਦਾ ਹੈ ਕਿ ਜਿਵੇਂ ਤੁਹਾਡੀ ਸੰਸਥਾ ਬਹੁਤ ਸਾਲਾਂ ਤੋਂ ਕੰਮ ਕਰ ਰਹੀ ਹੈ ਤੇ ਤੁਹਾਨੂੰ ਤੇ ਪੱਕਾ ਹੀ ਬਹੁਤ ਜ਼ਿਆਦਾ ਸਪੋਰਟ ਮਿਲਿਆ ਹੋਣਾ ਪਿੱਛੋਂ ਪਰਿਵਾਰ ਤੋਂ। ਮੈਂ ਗੱਲ ਸਾਂਝੀ ਕਰਨ ਦੀ ਖੁਸ਼ੀ ਕਰ ਰਿਹਾ ਕਿਉਂਕਿ ਵੇਖੋ ਇਹ ਸਾਨੂੰ ਤਾਂ ਵਿਰਸੇ ਵਿੱਚੋਂ ਮਿਲਿਆ। ਕਿਉਂਕਿ ਜਦੋਂ ਅਸੀਂ 1986 ਵਿੱਚ ਸਭਾ ਕਾਇਮ ਕੀਤੀ ਤੇ ਸਾਡੇ ਸਤਿਕਾਰਯੋਗ ਪਿਤਾ ਜੀ ਅੱਜ ਨਹੀਂ ਸਾਡੇ ਦਰਮਿਆਨ, ਸਰਦਾਰ ਪ੍ਰਿਤੀਪਾਲ ਸਿੰਘ ਥੋੜਾ, ਉਹ ਹਫ਼ਤਾਵਾਰ ਮੈਗਜ਼ੀਨ ਕੱਢਦੇ ਹੁੰਦੇ ਸੀ। ਲਗਭਗ 50 ਸਾਲ ਤੋਂ ਲਗਾਤਾਰ ਉਹਨਾਂ ਨੇ ਕੱਢਿਆ ਕੌਮੀ ਸੁਤੰਤਰ ਨਾਂ ਦਾ। ਔਰ ਪਰਿਵਾਰ ਦੇ ਵਿੱਚ ਮਾਹੌਲ ਹੁੰਦਾ ਸੀ ਪੱਤਰਕਾਰ ਦਾ ਔਰ ਸਾਰੇ ਕਵੀਆਂ ਦਾ। ਤੇ ਜਦੋਂ ਉਹਨਾਂ ਨੇ 1986 ਦੇ ਵਿੱਚ ਸਭਾ ਸਥਾਪਿਤ ਕੀਤੀ ਹੈ, ਉੱਥੇ ਸਾਡੇ ਪਰਿਵਾਰ ਦੇ ਵਿੱਚ ਵੀ, ਘਰ ਦੇ ਵਿੱਚ ਵੀ ਇਹੋ ਜਿਹਾ ਮਾਹੌਲ ਸੀ ਵੀ ਇਹ ਹੁਣ ਇਹ ਕਵੀ ਤੇ ਪੱਤਰਕਾਰ ਜਿਹੜੇ ਆ ਇਹਨਾਂ ਨੇ ਇਹੋ ਕੰਮ ਕਰਨਾ। ਅਸੀਂ ਜਿਹੜਾ ਲੋਕਾਂ ਨੂੰ ਤੇ ਐਤਵਾਰ ਛੁੱਟੀ ਹੁੰਦੀ ਹੈ ਪਰ ਸਾਡਾ ਐਤਵਾਰ ਲਗਭਗ ਬੁੱਕ ਹੁੰਦਾ। ਘਰਦਿਆਂ ਨੂੰ ਪਤਾ ਹੁੰਦਾ ਵੀ ਐਤਵਾਰ ਜਿਹੜਾ ਇਹਨੇ ਬਾਹਰ ਹੀ ਰਹਿਣਾ ਔਰ ਐਤਵਾਰ ਇਹਨਾਂ ਦਾ ਕੋਈ ਨਾ ਕੋਈ ਸਮਾਗਮ ਹੋਣਾ। ਇਸ ਲਈ ਘਰ ਵੱਲੋਂ ਕੋਈ ਨਾਰਾਜ਼ਗੀ ਨਹੀਂ ਹੋਈ ਔਰ ਅਗਲਿਆਂ ਨੇ ਸਾਨੂੰ ਇੱਥੋਂ ਤੱਕ ਦਿੱਤਾ ਸਾਥ ਵੀ ਜੇ ਕਿਤੇ ਲੋੜ ਪੈਂਦੀ ਸਾਡੀ ਵੀ ਲੈ ਜਾਓ। ਬੇਟਾ ਵੀ ਮੇਰਾ ਮੇਰੇ ਨਾਲ ਹੀ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਦਾ। ਔਰ ਸਭ ਤੋਂ ਵੱਡੀ ਗੱਲ ਵੀ ਸਾਡੀ ਸਭਾ ਦੇ ਵਿੱਚ ਮਹਿਲਾ ਵਿੰਗ ਸਥਾਪਿਤ ਹੈਗਾ। ਮੇਰਾ ਖਿਆਲ ਹੋਰ ਸਹਿ ਸਭਾਵਾਂ ਦੇ ਵਿੱਚ ਇਹੋ ਜਿਹਾ ਨਹੀਂ ਉਪਰਾਲਾ ਹੋਣਾ। ਅਸੀਂ ਪੰਜਾਬੀ ਸਹਿ ਸਭਾ ਦੇ ਨਾਲ ਨਾਲ ਇੱਕ ਪੰਜਾਬੀ ਸਹਿ ਸਭਾ ਮਹਿਲਾ ਵਿੰਗ ਚਲਾ ਰਹੇ ਹਾਂ, ਜਿਹਦੀ ਪ੍ਰਧਾਨ ਸੁਖਵੰਤ ਕੌਰ ਵੱਸੀ ਆ ਔਰ ਉਹਨਾਂ ਦੇ ਪਤੀ ਜਿਹੜੇ ਆ ਮਾਸਟਰ ਮਨਜੀਤ ਸਿੰਘ ਜੀ ਵੱਸੀ, ਉਹ ਸਾਡੀ ਸਭਾ ਦੇ ਖਜ਼ਾਨਚੀ ਆ। ਔਰ ਮੇਰਾ ਖਿਆਲ ਆ ਵੀ ਕਾਫੀ ਮੈਂਬਰ ਸਾਡੀ ਸਭਾ ਦਾ ਪ੍ਰਧਾਨ ਸੰਤੋਖ ਸਿੰਘ ਰਾਏ, ਉਹ ਵੀ ਜਦੋਂ ਸਮਾਗਮ ਵਿੱਚ ਆਉਂਦੇ ਆਪਣੀ ਪਤਨੀ ਨੂੰ ਨਾਲ ਲੈ ਕੇ ਆਉਂਦੇ। ਇਸ ਤਰ੍ਹਾਂ ਸਾਡੀ ਸਭਾ ਦੇ ਵਿੱਚ ਪਰਿਵਾਰ ਵਾਲਿਆਂ ਦਾ ਬੜਾ ਸਹਿਯੋਗ ਆ ਔਰ ਉਹ ਆਪਣੀਆਂ ਪਤਨੀਆਂ ਨੂੰ, ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਦੇ ਆ। ਇਸ ਲਈ ਸਾਡੇ ਵਿੱਚ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਹੈ, ਬੜਾ ਵਧੀਆ ਚੱਲਦੇ ਆ। ਬਹੁਤ ਵਧੀਆ। ਕੁਲਜੀਤ ਜੀ, ਤੁਸੀਂ ਕੁਝ ਜੋੜਨਾ ਚਾਹੋਗੇ ਇਸ ਗੱਲਬਾਤ ਦੇ ਹਿੱਸੇ ਵਿੱਚ? ਹਾਂਜੀ, ਮੈਂ ਦੇਖ ਰਹੀ ਕਿ ਹੁਣ ਤੁਸੀਂ ਤਿੰਨੇ ਅਹਿਮਦ ਭਾਈ, ਬਲਿਹਾਰ ਹੋਣੀ ਤੇ ਰਾਜਨ ਹੋਣੀ, ਇਹ ਤਿੰਨੇ ਮਰਦ ਨੇ ਤੇ ਮੈਂ ਇੱਕ ਔਰਤ ਹਾਂ। ਇੱਕ ਔਰਤ ਵਾਸਤੇ ਜਿਹੜਾ ਇਹ ਬੜਾ
ਟੋਟਲੀ ਡਿਫਰੈਂਟ ਹੁੰਦਾ। ਮੇਰੇ ਖਿਆਲ ਜਸਵਿੰਦਰ ਉਹਨਾਂ ਨੂੰ ਪਤਾ ਲੱਗ ਹੀ ਗਿਆ ਹੋਣਾ, ਤੁਸੀਂ ਸਮਝਦੇ ਹੋਣੇ ਹੋ ਇੱਕ ਔਰਤ ਲਈ ਆਰਗੇਨਾਈਜੇਸ਼ਨ ਚਲਾਉਣੀ ਜਿਹੜੀ ਉਹ ਥੋੜੀ ਹਾਰਡ ਹੁੰਦੀ ਹੈ। ਮਧੂ ਤੁਹਾਡੇ ਵੀ ਨਿੱਕੇ ਨਿੱਕੇ ਬੱਚੇ ਨੇ, ਮੇਰਾ ਵੀ ਬੇਟਾ 3.5 ਮਹੀਨਿਆਂ ਦਾ ਹੋਇਆ। ਮੈਂ ਉਧਰੋਂ ਉਹਨੂੰ ਦੁੱਧ ਪਿਲਾ ਰਹੀ ਹੁੰਦੀ ਹਾਂ, ਉਧਰੋਂ ਮੈਂ ਫੋਨ ਤੇ ਲੱਗੀ ਹੁੰਦੀ ਹਾਂ, ਖਬਰ ਬਣਾ ਰਹੀ ਹੁੰਦੀ ਹਾਂ ਜਾਂ ਲੋਕਾਂ ਨੂੰ ਮੈਸੇਜ ਭੇਜ ਰਹੀ ਹੁੰਦੀ ਹਾਂ। ਤੇ ਇਹ ਕਈ ਵਾਰੀ ਮੁਸ਼ਕਲ ਹੋ ਜਾਂਦਾ ਛੋਟੇ ਬੱਚਿਆਂ ਦੇ ਨਾਲ, ਪਰ ਮੇਰਾ ਪਰਿਵਾਰ ਬਹੁਤ ਵਧੀਆ, ਬਹੁਤ ਜ਼ਿਆਦਾ ਉਹਨਾਂ ਦੀ ਸਪੋਰਟ ਹੈ। ਮੇਰੇ ਮੰਮੀ ਖੁਦ ਵੀ ਬੋਲਣਾ ਪਸੰਦ ਕਰਦੇ ਨੇ ਸਟੇਜ ਤੇ ਉਹਨਾਂ ਦੀ ਬੜੀ ਸਪੋਰਟ ਰਹੀ ਹੈ। ਜਦੋਂ ਵੀ ਉਹ ਆਸਟ੍ਰੇਲੀਆ ਹੁੰਦੇ ਨੇ ਸਾਡੇ ਨਾਲ ਪੂਰਾ ਕੰਮ ਕਰਦੇ ਨੇ, ਜਿਹੜੇ ਵੀ ਅਸੀਂ ਫੰਕਸ਼ਨ ਅਰੇਂਜ ਕਰਦੇ ਹਾਂ। ਤੇ ਫਿਰ ਮੇਰੇ ਭਾਬੀ ਜੀ ਨੇ, ਹੈ ਤਾਂ ਬੜੀ ਛੋਟੀ ਉਮਰ ਦੀ ਹੈ, ਪਰ ਉਹ ਵੀ ਮੇਰੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਘਰ ਦੇ ਕੰਮ ਕਰਦੀ ਆ, ਮੇਰੇ ਲਈ ਸਾਰਾ ਕੁਛ ਕਰਦੀ ਆ। ਮੈਨੂੰ ਜਿਸ ਦਿਨ ਪ੍ਰੋਗਰਾਮ ਹੁੰਦਾ ਮੈਨੂੰ ਕੁਛ ਕਰਨ ਵੀ ਨਹੀਂ ਦਿੰਦੀ, ਮੈਨੂੰ ਕਹੂਗੀ ਤੁਸੀਂ ਦੀਦੀ ਤੁਸੀਂ ਆਪਣਾ ਕੰਮ ਕਰੋ, ਤੇ ਬੱਚਿਆਂ ਨੂੰ ਵੀ ਸਾਂਭਦੀ ਹੈ। ਫਿਰ ਬ੍ਰਦਰ ਹੈ ਮੇਰਾ, ਜਦੋਂ ਅਸੀਂ ਫਿਜ਼ੀਕਲੀ ਪ੍ਰੋਗਰਾਮ ਕਰਦੇ ਸੀ ਫੇਸ ਟੂ ਫੇਸ, ਉਹ ਸਾਰੇ ਆਪਣਾ ਟੈਕਨੀਕਲ ਜਿਹੜੀਆਂ ਚੀਜ਼ਾਂ ਸੀ ਉਹ ਸਾਂਭਦਾ ਹੁੰਦਾ ਸੀ। ਮੇਰੇ ਚਾਚੇ ਦਾ ਬੇਟਾ ਵੀ ਹੁੰਦਾ ਸੀ, ਉਹ ਵੀ ਸਾਰੇ ਜਿਹੜੇ ਟੈਕਨੀਕਲ ਮਾਈਕ ਵਗੈਰਾ ਉਹਨਾਂ ਦੀ ਸੈਟਅਪ ਉਹ ਕਰਦੇ ਹੁੰਦੇ ਸੀ। ਸੇਮ ਮਧੂ ਹੁਣਾਂ ਦੇ ਵੀ ਹਸਬੈਂਡ ਵੀ ਨਾਲ ਹੁੰਦੇ ਸੀ। ਫਿਰ ਇਹਨਾਂ ਦੇ ਬੱਚੇ, ਮਧੂ ਹੁਣਾਂ ਦਾ 13 ਸਾਲ ਦਾ ਬੇਟਾ ਜਿਹੜਾ ਸਾਡੇ ਲਈ ਪੋਸਟਰ ਤਿਆਰ ਕਰਦਾ ਹੁੰਦਾ, ਅਸੀਂ ਉਹਨੂੰ ਵੀ ਨਾਲ ਲਾਇਆ ਹੋਇਆ। ਤੇ ਬੱਚਿਆਂ ਨੂੰ ਨਾਲ ਲੈ ਕੇ ਚੱਲਣਾ ਹੀ ਪੈਣਾ। ਜਿਸ ਤਰ੍ਹਾਂ ਬਲਹਾਰ ਹੋਣਾ ਕਿਹਾ ਸੀ ਕਿ ਜਦੋਂ ਇਹ ਪ੍ਰੋਗਰਾਮਾਂ ਤੇ ਜਾਂਦੇ ਆ ਤੇ ਬੱਚੇ ਕਈ ਵਾਰੀ ਨਹੀਂ ਜਾਂਦੇ ਆ, ਤੇ ਇਸ ਮਸਲੇ 'ਚ ਅਸੀਂ ਵੱਖਰਾ ਪ੍ਰੋਗਰਾਮ ਕਰਾਵਾਂਗੇ ਕਦੀ, ਕਿ ਇਹ ਇੱਕ ਚੁਣੌਤੀ ਆ ਸਾਡੇ ਵਾਸਤੇ। ਅਸੀਂ ਫਿਊਚਰ ਵਿੱਚ ਕੀ ਕਰਾਂਗੇ, ਕਿਉਂਕਿ ਬੱਚੇ ਪੰਜਾਬੀ ਬੋਲਣਾ ਪਸੰਦ ਨਹੀਂ ਕਰਦੇ ਜਿਹੜੇ ਬਾਹਰਲੇ ਦੇਸ਼ਾਂ ਦੇ ਵਿੱਚ ਹੈ। ਜਿਸ ਤਰ੍ਹਾਂ ਅਹਿਮਦ ਹੁਣਾਂ ਨੇ, ਅਲੀ ਅਹਿਮਦ ਹੁਣਾਂ ਨੇ ਤਾਂ ਦੱਸਿਆ ਕਿ ਬੱਚੇ ਇਹਨਾਂ ਦੇ ਨਾਲ ਹੁੰਦੇ ਨੇ, ਰਾਜਨ ਹੁਣਾਂ ਦੇ ਵੀ ਬੱਚੇ ਨਾਲ ਹੁੰਦੇ ਨੇ, ਅੱਗੇ ਪੰਜਾਬੀ ਬੋਲਦੇ ਨੇ। 1986 ਤੋਂ ਇਹਨਾਂ ਦੀ ਸਭਾ ਜਿਹੜੀ ਚੱਲ ਰਹੀ ਆ, ਇਹਨਾਂ ਨੇ ਆਪਣੇ ਫਾਦਰ ਸਾਹਿਬ ਦੀ ਯਾਦ ਨੂੰ ਜ਼ਿੰਦਾ ਰੱਖਿਆ। ਅੱਗੋਂ ਇਹਨਾਂ ਦੇ ਬੱਚੇ ਤੇ ਸਾਡੇ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਵਿਲੱਖਣਤਾ ਆ ਜਾਣੀ ਆ, ਕਿ ਸਾਡੇ ਬੱਚੇ ਕੀ ਇਹ ਸੰਸਥਾਵਾਂ ਨੂੰ ਲੈ ਕੇ ਤੁਰਨਗੇ, ਕਿ ਉਹ ਜੋ ਅਸੀਂ ਕਰ ਰਹੇ ਹਾਂ, ਜੋ ਸਾਡੀ ਰੂਹ ਨੂੰ ਸਕੂਨ ਦੇ ਰਿਹਾ, ਕੀ ਸਾਡੇ ਬੱਚੇ ਬਾਹਰਲੇ ਦੇਸ਼ਾਂ ਦੇ ਵਿੱਚ ਇਹ ਕਰਨਗੇ। ਖੈਰ ਇਹ ਜਿਹੜਾ ਬੜਾ ਵੱਖਰਾ ਵਿਸ਼ਾ ਹੈਗਾ। ਤੇ ਇਸ ਲਈ ਜਿਹੜੇ ਪਰਿਵਾਰ ਨੂੰ ਲੈ ਕੇ ਔਰਤਾਂ ਦੇ ਐਕਸਪੀਰੀਅੰਸ ਥੋੜੇ ਵੱਖਰੇ ਹੋ ਸਕਦੇ ਆ। ਸੁਖਵੰਤ ਕੌਰ ਵੱਸੀ ਹੋਣਾ ਨੂੰ ਪਤਾ ਹੋਊਗਾ, ਉਹਨਾਂ ਦੇ ਐਕਸਪੀਰੀਅੰਸ ਜਿਹੜੇ ਆ ਉਹ ਰਾਜਨ ਹੋਣਾ ਤੋਂ ਡਿਫਰੈਂਟ ਹੋਣਗੇ। ਤੇ ਮੇਰੇ ਖਿਆਲ 'ਚ ਮੇਰੇ ਤਜਰਬੇ ਜਿਹੜੇ ਅਲੱਗ ਨੇ। ਪਰ ਜਿਸ ਤਰ੍ਹਾਂ ਮਧੂ ਤੁਹਾਨੂੰ ਪਤਾ, ਮੇਰੇ ਹਸਬੈਂਡ ਜਿਹੜੇ ਆ ਉਹ ਪੰਜਾਬੀ ਵੀ ਨਹੀਂ ਹੈਗੇ, ਪਰ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇਹ ਕਰਨ ਕੀ ਡਈ ਆ, ਪਰ ਫਿਰ ਵੀ ਮੈਨੂੰ ਫੁੱਲੀ ਸਪੋਰਟ ਕਰਦੇ ਨੇ। ਫਿਰ ਵੀ ਉਹ ਕਹਿੰਦੇ ਨੇ ਜਿਸ ਤਰ੍ਹਾਂ ਤੂੰ ਖੁਸ਼ ਆ ਮੈਂ ਤੇਰੀ ਸਪੋਰਟ ਕਰਦਾ ਨਾਲ। ਤੇ ਫੈਮਿਲੀ ਦੀ ਸਪੋਰਟ ਹੈਗੀ ਆ, ਪਰ ਕਦੀ ਕਦੀ ਮੈਨੂੰ ਗਾਲਾਂ ਵੀ ਪੈ ਜਾਂਦੀਆਂ। ਦੈਟਸ ਟਰੂ ਜੀ ਤੁਸੀਂ ਬਿਲਕੁਲ ਸਹੀ ਕਿਹਾ ਕੁਲਜੀਤ ਜੀ। ਐਕਚੁਅਲੀ ਭਾਵੇਂ ਮੰਨੀਏ ਨਾ ਮੰਨੀਏ, ਪਰ ਸੱਚ ਇਹੀ ਹੈ ਕਿ ਔਰਤ ਨੂੰ ਜਿਹੜਾ ਹੈਗਾ ਥੋੜੀਆਂ ਜਿਹੀਆਂ ਜ਼ਿੰਮੇਵਾਰੀਆਂ, ਜਾਂ ਅਸੀਂ ਸ਼ਾਇਦ ਔਰਤ ਹੋਣ ਦੇ ਨਾਤੇ ਜ਼ਿੰਮੇਵਾਰੀਆਂ ਖੁਦ ਹੀ ਆਪਣੇ ਸਿਰ ਤੇ ਥੋੜੀਆਂ ਵੱਧ ਪਾ ਲੈਂਦੇ ਆ, ਕਿ ਅਸੀਂ ਜਿਵੇਂ ਇਹ ਫਿਤਰਤ ਹੁੰਦੀ ਹੈ, ਇੱਕ ਮਰਦਾਨੀ ਫਿਤਰਤ ਇਹ ਹੈ ਕਿ ਉਹ ਪਰਵਾਹ ਨਹੀਂ ਕਰਦੇ। ਜੇ ਹੁਣ ਮੈਂ ਕਹਾਂ ਕਿ ਮੇਰੇ ਬੱਚਿਆਂ ਨੇ ਖਾਣਾ ਨਹੀਂ ਖਾਧਾ, ਤੇ ਮੇਰੇ ਹਸਬੈਂਡ ਕਹਿਣਗੇ ਜਦੋਂ ਭੁੱਖ ਲੱਗੂ ਖਾ ਲੈਣਗੇ। ਪਰ ਇੱਕ ਮਾਂ ਜਿਹੜੀ ਹੁੰਦੀ ਆ ਉਹਨੂੰ ਉਹਨਾਂ ਚਿਰ ਚੈਨ ਨਹੀਂ ਆਉਂਦਾ ਜਿੰਨਾ ਚਿਰ ਉਹਦਾ ਬੱਚਾ ਖਾਵੇ ਨਾ। ਇਹ ਸ਼ਾਇਦ ਸਾਡੀ ਕੁਦਰਤੀ ਪ੍ਰਵਿਰਤੀ ਹੈ ਕਿ ਅਸੀਂ ਹਰ ਚੀਜ਼ ਦਾ ਬਹੁਤ ਜ਼ਿਆਦਾ ਫਿਕਰਮੰਦ ਰਹਿੰਦੀ ਹਾਂ। ਹਰ ਚੀਜ਼ ਨੂੰ ਲੈ ਕੇ ਅਸੀਂ ਸਾਰੇ ਖਾਨੇ ਪੂਰੇ ਕਰਨ ਦੀ ਕੋਸ਼ਿਸ਼ ਕਰਦੀ ਹਾਂ, ਜਿਹੜੀਆਂ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਥੋੜਾ ਵੱਧ ਕਰਨਾ। ਇਹ ਸਾਰੇ ਬਲਹਾਰ ਹੋਣੀ, ਅਲੀ ਅਹਿਮਦ ਹੋਣੀ ਜਾਂ ਰਾਜਨ ਹੋਣੀ, ਇਹ ਆਪਣਾ ਬਹੁਤ ਸਾਰਾ ਸਮਾਂ ਜਿਹੜਾ ਉਹ ਬੱਚਿਆਂ ਤੋਂ ਚੁਰਾ ਕੇ ਇਹਨਾਂ ਸੰਸਥਾਵਾਂ ਨੂੰ ਦੇ ਰਹੇ ਨੇ। ਇਹਦੇ 'ਚ ਕੋਈ ਦੂਜੀ ਰਾਏ ਨਹੀਂ ਆ। ਇਹ ਬਹੁਤ ਸਾਰਾ ਆਪਣਾ ਬੱਚਿਆਂ ਤੋਂ ਸਮਾਂ ਜਿਹੜਾ ਲੈ ਕੇ ਉਹ ਸੰਸਥਾਵਾਂ ਨੂੰ ਦੇ ਰਹੇ ਨੇ। ਇਹ ਅਸੀਂ ਸਾਰੇ ਏਦਾਂ ਕਰ ਰਹੇ ਹਾਂ। ਅਸੀਂ ਪਤਾ ਨਹੀਂ ਇਹ ਅਸੀਂ ਹੁਣ ਉਹਨਾਂ ਦੇ ਗੁਨਾਹਗਾਰ ਆ ਜਾਂ ਕਿਸ ਤਰ੍ਹਾਂ ਵਾ, ਤੇ ਅਸੀਂ ਉਹਨਾਂ ਨੂੰ ਸਮਾਂ ਦੇਣ ਦੀ ਬਜਾਏ ਅਸੀਂ ਸੰਸਥਾਵਾਂ ਨੂੰ ਸਮਾਂ ਦੇ ਰਹੇ ਹਾਂ। ਤੇ ਹੋਪਫੁਲੀ ਅਸੀਂ ਕਿਸੇ ਟਾਰਗੇਟ ਤੱਕ ਪਹੁੰਚਾਂਗੇ, ਤੇ ਇਹੀ ਸਾਡੀ ਇੱਕ ਬਹੁਤ ਵੱਡੀ ਪ੍ਰਾਪਤੀ ਹੋਊਗੀ। ਜੀ ਮੈਂ ਵੀ ਇਸੇ ਮਸਲੇ ਦਾ ਹੀ ਐਕਚੁਅਲੀ ਹੱਲ ਲੱਭਣ ਲਈ ਸਾਰਿਆਂ ਤੋਂ ਇਹ ਪ੍ਰਸ਼ਨ ਪੁੱਛੇ ਸੀ, ਕਿ ਕਿਉਂਕਿ ਸਾਡੀ ਪੰਜਾਬੀ ਸਾਥ ਮੈਲਬਨ ਦੀ ਨਵੀਂ ਸ਼ੁਰੂਆਤ ਹੈ, ਤੇ ਅਸੀਂ ਇਹਦੇ ਵਿੱਚ ਸਾਰੀਆਂ ਔਰਤਾਂ ਕੰਮ ਕਰਦੀਆਂ, ਤੇ ਅਕਸਰ ਸਾਡਾ ਗਰੁੱਪ ਕਦੇ ਇਕੱਠਾ ਹੀ ਨਹੀਂ ਹੋ ਪਾਉਂਦਾ, ਕਿਉਂਕਿ ਕਦੇ ਕਿਸੇ ਦੀ ਕੋਈ ਮੁਸ਼ਕਲ ਹੈ, ਕਦੇ ਕਿਸੇ ਦੀ ਕੋਈ ਮੁਸ਼ਕਲ ਹੈ। ਤੇ ਕੁੜੀਆਂ ਨੂੰ ਇਕੱਠਾ ਕਰਨਾ ਸ਼ਾਇਦ ਥੋੜਾ ਜਿਹਾ ਜ਼ਿਆਦਾ ਔਖਾ ਹੋ ਜਾਂਦਾ, ਕਿਉਂਕਿ ਉਹਨਾਂ ਦੀ ਜਿਹੜੀ ਪਹਿਲੀ ਪ੍ਰਾਇੋਰਟੀ ਹੈ ਜਿਹੜੀ ਉਹ ਪਰਿਵਾਰ ਰਹਿੰਦਾ ਹੈ। ਤੇ ਸਾਨੂੰ ਮਾਣ ਹੈ ਕਿ ਚਲੋ ਸਾਡੇ ਜਿਹੜੇ ਭੈਣ ਭਰਾ ਨੇ, ਜਿਹੜੇ ਕੈਨੇਡਾ ਦੇ ਵਿੱਚ ਬਲਿਹਾਰ ਜੀ ਨੇ, ਪੰਜਾਬ ਤੋਂ ਸ਼ਲਿੰਦਰ ਜੀ, ਪਾਕਿਸਤਾਨ ਤੋਂ ਅਲੀ ਜੀ, ਇਹ ਹੁੱਬ ਕੇ ਜਿਹੜਾ ਹੈਗਾ ਸਾਰਿਆਂ ਨੂੰ ਮੂਹਰੇ ਲਾ ਕੇ ਕੰਮ ਕਰ ਰਹੇ ਨੇ। ਤੇ ਅਸੀਂ ਇਹਨਾਂ ਦੇ ਭਾਵੇਂ ਹੌਲੀ ਤੋਰ ਹੀ ਸਹੀ, ਪਰ ਇਹਨਾਂ ਦੇ ਪਿੱਛੇ ਅਸੀਂ ਵੀ ਆ ਰਹੇ ਹਾਂ ਉਸੇ ਰਸਤੇ।
ਇਸੇ ਗੱਲਬਾਤ ਤੋਂ ਮੇਰਾ ਜਿਹੜਾ ਹੈਗਾ ਅਗਲਾ ਸਵਾਲ ਨਿਕਲਦਾ ਹੈ, ਜਿਹੜਾ ਵਿਸ਼ਾ ਥੋੜਾ ਜਿਹਾ ਸ਼ਾਇਦ ਅਸੀਂ ਭਟਕਦੇ ਹਾਂ, ਪਰ ਵਿਸ਼ਾ ਅਸੀਂ ਵਾਪਸ ਸੰਸਥਾ ਤੇ ਲੈ ਕੇ ਆਉਣੇ ਆ। ਤੇ ਮੈਂ ਬਲਿਹਾਰ ਜੀ ਨੂੰ ਇਹ ਪੁੱਛਣਾ ਚਾਹਾਂਗੀ ਕਿ ਤੁਹਾਡੀ ਸੰਸਥਾ ਦੇ ਵਿੱਚ ਔਰਤ ਮੈਂਬਰਾਂ ਦਾ ਅਨੁਪਾਤ ਮਰਦਾਂ ਦੇ ਮੁਕਾਬਲੇ ਕੀ ਹੈ, ਤੇ ਔਰਤਾਂ ਕੋਲੇ ਕਿੰਨੀਆਂ ਅਹੁਦੇਦਾਰੀਆਂ ਨੇ ਤੁਹਾਡੀ ਸੰਸਥਾ ਦੇ ਵਿੱਚ? ਬਲਿਹਾਰ ਜੀ। ਜਦੋਂ ਤੁਸੀਂ ਅਨੁਪਾਤ ਦੀ ਗੱਲ ਕਰਨੀ ਆ, ਆਸਟ੍ਰੇਲੀਆ ਦਾ ਤੇ ਅਮਰੀਕਾ ਦਾ ਇੱਕ ਚੀਜ਼ ਦਾ ਬਹੁਤ ਵੱਡਾ ਫਰਕ ਹੈ ਕਿ ਅਮਰੀਕਾ ਦੇ ਵਿੱਚ ਬਹੁਤੇ ਲੋਕ ਆਪਣੇ ਪੰਜਾਬੀ ਉਹ ਨੇ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਨਾਲ ਆਏ ਨੇ, ਬਹੁਤ ਵੱਡੀ ਗਿਣਤੀ। ਬਹੁਤੇ ਜਿਹੜੇ ਉਹ ਰਿਫਿਊਜੀ ਨੇ, ਔਰ ਬਹੁਤੇ ਜਿਹੜੇ ਆ ਉਹ ਘੁੰਮ ਫਿਰ ਕੇ ਆਏ ਨੇ ਇੰਡੀਆ ਤੋਂ, ਜਰਮਨ ਚਲੇ ਗਏ, ਉੱਥੋਂ ਗ੍ਰੀਸ ਚਲੇ ਗਏ, ਸ਼ਿਪ ਰਾਹੀਂ ਇੱਥੇ ਆ ਗਏ, ਜਾਂ ਮੈਕਸੀਕੋ ਚਲੇ ਗਏ, ਉੱਥੋਂ ਤੁਰ ਕੇ ਆ ਗਏ। ਉਹਦੇ ਵਿੱਚ ਜਦੋਂ ਇਸ ਤਰ੍ਹਾਂ ਤੁਸੀਂ ਆਉਨੇ ਆ, ਜਿਹੜਾ ਇਹ ਕੰਮ ਹੈ ਇਹ ਇਸ ਤਰ੍ਹਾਂ ਔਰਤਾਂ ਲਈ ਆਉਣਾ ਮੁਸ਼ਕਲ ਹੈ। ਜਿਹੜੇ ਗੈਰ ਕਾਨੂੰਨੀ ਆਉਂਦੇ ਉਹਦੇ ਵਿੱਚ 99% ਜਿਹੜੇ ਆ ਉਹ ਬੰਦੇ ਹੀ ਆਉਂਦੇ ਨੇ। ਤੇ ਤੁਹਾਡੇ ਆਸਟ੍ਰੇਲੀਆ ਦੇ ਵਿੱਚ ਜ਼ਿਆਦਾ ਸਟੂਡੈਂਟ ਆਉਂਦੇ ਨੇ, ਸਟੂਡੈਂਟਾਂ ਵਿੱਚ ਜ਼ਿਆਦਾ ਕੁੜੀਆਂ ਆਉਂਦੀਆਂ, ਕਿਉਂਕਿ ਕੁੜੀਆਂ ਬੈਂਡ ਜ਼ਿਆਦਾ ਲੈ ਲੈਂਦੀਆਂ। ਤੇ ਇਸ ਕਰਕੇ ਸਾਡਾ ਪੋਪੂਲੇਸ਼ਨ ਜਿਹੜਾ ਆ ਉਹ ਦੇ ਅਨੁਪਾਤ ਦਾ ਹੀ ਫਰਕ ਹੈ ਇੱਕ ਬਹੁਤ ਵੱਡਾ ਤੁਹਾਡੇ ਨਾਲੋਂ। ਉਹੀ ਅਨੁਪਾਤ ਫਿਰ ਸਭਾ ਦੇ ਵਿੱਚ ਵੀ ਚੱਲਣਾ, ਪਰ ਫਿਰ ਵੀ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਸਾਡੀ ਸਭਾ ਦੇ ਵਿੱਚ ਹਰ ਵਾਰ ਜਿਹੜਾ ਆ ਉਹ 3-4 ਔਰਤ ਮੈਂਬਰਾਂ ਰਹਿੰਦੀਆਂ। ਅਨੁਪਾਤ ਥੋੜੀ ਘੱਟ ਬਣਦੀ ਆ, ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਅਸੀਂ ਤੁਹਾਡੇ ਨਾਲ ਜਿਹੜਾ ਆ ਔਰਤ ਮਰਦ ਦੀ ਗਿਣਤੀ ਚ ਅਨੁਪਾਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ, ਜਿਨ੍ਹਾਂ ਕੰਟਰੀਆਂ ਦੇ ਵਿੱਚ ਪੰਜਾਬੀ ਜ਼ਿਆਦਾ ਸਟੂਡੈਂਟਾਂ ਦੇ ਤੌਰ ਤੇ ਆਏ ਨੇ, ਉਹਨਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ। ਪਰ ਫਿਰ ਵੀ ਸ਼ਮੂਲੀਅਤ ਰਹੀ ਆ, ਔਰ ਸਾਡੀ ਸਭਾ ਨੂੰ ਇਹ ਮਾਣ ਵੀ ਮਿਲਿਆ ਕਿ ਅਸੀਂ ਔਰਤ ਨੂੰ ਜਿਹੜਾ ਆ ਉਹ ਪ੍ਰਧਾਨ ਬਣਾਇਆ। ਤੇ ਹਰ ਵਾਰੀ ਜਿਹੜਾ ਆ ਉਹ ਕੋਈ ਨਾ ਕੋਈ ਅਹੁਦਾ ਰਹਿੰਦਾ ਰਿਹਾ, ਤੇ ਪ੍ਰਧਾਨਗੀ ਦਾ ਅਹੁਦਾ ਵੀ ਜਿਹੜਾ ਆ ਉਹ ਇਸੇ ਕਰਕੇ ਦਿੱਤਾ ਸੀ ਔਰਤ ਨੂੰ ਕਿ ਅਸੀਂ ਇਹ ਕਹਿ ਸਕੀਏ ਕਿ ਅਸੀਂ ਔਰਤ ਨੂੰ ਪ੍ਰਧਾਨ ਬਣਾਇਆ। ਤੇ ਹਾਂ, ਅਨੁਪਾਤ ਸਾਡੇ ਜ਼ਰੂਰ ਘੱਟ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। But we want to empower women. We want to empower women to empower other women, and then the cycle continues, and you'll see participation more and more. But it's very important to support. Any great accomplishment comes with dedication, hard work, and sacrifice. So we all have to work together. Yeah. Absolutely agree, ma'am. Yeah, absolutely. ਹਾਂਜੀ, ਸ਼ਲਿੰਦਰ ਜੀ ਨੇ ਸਾਨੂੰ ਦੱਸਿਆ ਕਿ ਉਹਨਾਂ ਦੀ ਸੰਸਥਾ ਦੇ ਨਾਲ ਨਾਲ ਇੱਕ ਜਿਹੜਾ ਹੈਗਾ ਇਸਤਰੀ ਵਿੰਗ ਵੀ ਚੱਲ ਰਿਹਾ, ਜਿਹਦੇ ਤੋਂ ਸਾਨੂੰ ਪਤਾ ਲੱਗਦਾ ਕਿ ਉਹਨਾਂ ਨੇ ਜਿਹੜਾ ਹੈਗਾ ਕਿੰਨਾ ਕਿਸ ਹੱਦ ਤੱਕ ਜਿਹੜਾ ਇਸ ਚੀਜ਼ ਨੂੰ ਸਪੋਰਟ ਕੀਤਾ ਹੈ ਕਿ ਔਰਤਾਂ ਦੀਆਂ ਆਪਦੀਆਂ ਅਲੱਗ ਸੰਸਥਾਵਾਂ ਹੋਣੀਆਂ ਚਾਹੀਦੀਆਂ, ਤਾਂ ਕਿ ਜਿਵੇਂ ਕਿ ਬਲਹਾਰ ਜੀ ਨੇ ਕਿਹਾ ਕਿ ਇਸ ਸੰਸਥਾ ਦੇ ਵਿੱਚ ਔਰਤ ਨੂੰ ਕੋਈ ਅਹੁਦਾ ਇਹ ਕਹਿਣ ਲਈ ਦਿੱਤਾ ਜਾਂਦਾ ਹੈ ਕਿ ਦੇਖੋ ਸਾਡੇ ਸੰਸਥਾ ਦੇ ਵਿੱਚ ਔਰਤ ਵੀ ਕੰਮ ਕਰਦੀ ਹੈ, ਪਰ ਕੀ ਔਰਤ ਉਹ ਡਿਜ਼ਰਵ ਕਰਦੀ ਹੈ, ਜਾਂ ਤੁਸੀਂ ਸਿਰਫ ਜਿਹੜਾ ਹੈਗਾ ਆਪਾਂ ਸਮਾਜਿਕ ਜਿਹੜਾ ਬਣਤਰ ਹੈ ਉਹਨੂੰ ਇੰਪਰੂਵ ਕਰਨ ਲਈ, ਉਹਨੂੰ ਬਿਹਤਰ ਕਰਨ ਲਈ ਸਿਰਫ ਇੱਕ ਅਸੀਂ ਧੱਕਾ ਮਾਰਦੇ ਹਾਂ ਕਿ ਹਾਂ ਨਹੀਂ ਆਪਾਂ ਇਹ ਕਰੀਏ ਤਾਂ ਕਿ ਲੋਕ ਕਹਿਣ ਕਿ ਇਹ ਕੰਮ ਹੋ ਰਿਹਾ। ਸ਼ਲਿੰਦਰ ਜੀ, ਤੁਸੀਂ ਦੱਸੋ ਕਿ ਤੁਹਾਡਾ ਜਿਹੜਾ ਇਸਤਰੀ ਵਿੰਗ ਹੈ ਉਹ ਕਿੱਦਾਂ ਕੰਮ ਕਰਦਾ, ਤੇ ਉਹ ਜਿਹੜਾ ਹੈਗਾ ਤੁਹਾਨੂੰ ਕਿਵੇਂ ਮੈਂਬਰਾਂ ਦੇ ਅਨੁਪਾਤ ਦਾ ਜਿਹੜਾ ਕੰਮ ਚੱਲਦਾ ਤੁਹਾਡਾ? ਮੈਡਮ, ਮੈਂ ਅੱਗੇ ਵੀ ਜ਼ਿਕਰ ਕੀਤਾ ਮੇਰੇ ਖਿਆਲ ਪੰਜਾਬ ਦੇ ਵਿੱਚ ਲਗਭਗ 21 ਸੰਸਥਾ ਹੋਣੀ ਹੈ ਜਿਹੜੀ ਨਾਲ ਵੀ ਚਲਾ ਰਹੀ ਹੈ, ਭਾਵੇਂ ਅਨੁਪਾਤ ਤਾਂ ਘੱਟ ਹੀ ਹੈ, ਕਿਉਂਕਿ ਅਸੀਂ 30 ਦੇ ਕਰੀਬ ਜਿਹੜੇ ਆ ਮਰਦ ਜਿਹੜੇ ਉਹ ਅਸੀਂ ਚਲਾ ਰਹੇ ਹਾਂ, ਔਰ ਸਾਡੇ ਮੁਕਾਬਲੇ 8 ਜਾਂ 10 ਹੀ ਔਰਤਾਂ ਨੇ ਜਿਹੜੀਆਂ ਉਹ ਮਹਿਲਾ ਵਿੰਗ ਚਲਾ ਰਹੀਆਂ ਨੇ। ਪਰ ਉਹ ਸਮਾਗਮ ਅਸੀਂ ਕਿਉਂਕਿ ਸਾਲ ਦੇ ਵਿੱਚ 3 ਜਾਂ 4 ਸਮਾਗਮ ਜਿਹੜੇ ਉਹ ਮਹਿਲਾ ਦਿਵਸ ਨੂੰ ਸਮਰਪਿਤ ਹੁੰਦੇ ਨੇ, ਇੱਕ ਤੇ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਹੁੰਦਾ, ਇੱਕ ਸਾਵਣ ਕਵੀ ਦਰਬਾਰ ਹੁੰਦਾ, ਔਰ ਇਸ ਤਰ੍ਹਾਂ ਇੱਕ ਦੋ ਹੋਰ ਸਮਾਗਮ ਜਿਹੜੇ ਅਸੀਂ ਨਿਰੋਲ ਮਹਿਲਾਵਾਂ ਦੇ ਉੱਪਰ ਹੀ ਕਰਦੇ ਹਾਂ, ਔਰ ਵੱਖਰੇ ਵੱਖਰੇ ਵਿਸ਼ੇ ਲੈ ਕੇ ਕਈ ਵਾਰ ਉਹਨਾਂ ਦਾ ਉਚੇਚਾ ਸਮਾਗਮ ਕਰਵਾਇਆ ਜਾਂਦਾ। ਮੈਡਮ ਸੁਖਵੰਤ ਕੌਰ ਵੱਸੀ ਸਾਡੇ ਪ੍ਰਧਾਨ ਨੇ, ਉਸ ਤੋਂ ਇਲਾਵਾ ਮੀਤ ਪ੍ਰਧਾਨ ਨੇ ਮੈਡਮ ਪ੍ਰਦੀਪ ਕੌਰ, ਸਕੱਤਰ ਨੇ ਮੈਡਮ ਰਾਜਵਿੰਦਰ ਕੌਰ, ਹਰਮੇਸ਼ ਕੌਰ ਜੋਧੇ, ਗੁਰਨਾਮ ਕੌਰ ਚੀਮਨ, ਗੁਰਮੀਤ ਕੌਰ ਬਾਦ, ਸੁਰਿੰਦਰ ਖਰਚਾ। ਲਗਾਤਾਰ ਅਸੀਂ ਤੇ ਔਰਤ ਜਿਹੜੀਆਂ ਸਾਡੇ ਦੂਜਿਆਂ ਸਮਾਗਮਾਂ ਦੇ ਵਿੱਚ ਸਾਰੇ ਸਮਾਗਮਾਂ ਵਿੱਚ ਸ਼ਿਰਕਤ ਕਰਦੀਆਂ। ਅਨੁਪਾਤ ਜ਼ਰੂਰ ਘੱਟ ਹੈ, ਪਰ ਉਹ ਮਹਿਲਾ ਵਿੰਗ ਦੇ ਸਹਿਯੋਗ ਦੇ ਨਾਲ ਜਿਹੜੇ ਸਾਡੇ ਫੰਕਸ਼ਨ ਹੁੰਦੇ ਆ ਉਹ ਬਹੁਤ ਕਾਮਯਾਬ ਹੁੰਦੇ ਆ,
ਇਸ ਲਈ ਅਸੀਂ ਆਪਣੇ ਸਮਾਗਮਾਂ ਨੂੰ ਸਫਲ ਸਮਝਦੇ ਹਾਂ ਕਿ ਸਾਡੇ ਨਾਲ ਜਿਹੜੀਆਂ ਮਹਿਲਾਵਾਂ ਖੜੀਆਂ ਉਹ ਮਤਲਬ ਵਧੀਆ ਰੋਲ ਨਿਭਾ ਰਹੀਆਂ। ਬਹੁਤ ਵਧੀਆ। ਹਾਂਜੀ ਅਲੀ ਜੀ, ਤੁਸੀਂ ਦੱਸੋ ਕਿ ਪਾਕਿਸਤਾਨ ਦੇ ਵਿੱਚ ਕੀ ਹਾਲਾਤ ਨੇ ਇਸ ਚੀਜ਼ ਨੂੰ ਲੈ ਕੇ, ਕੀ ਤੁਹਾਡੀਆਂ ਸੰਸਥਾਵਾਂ ਦੇ ਵਿੱਚ ਔਰਤਾਂ ਕੋਲੇ ਅਹੁਦੇਦਾਰੀਆਂ ਹੈਗੀਆਂ ਨੇ ਜਾਂ ਉਹ ਜਿਹੜਾ ਹੈਗਾ ਐਕਟਿਵ ਮੈਂਬਰ ਹੈਗੀਆਂ ਨੇ ਤੁਹਾਡੀ ਸੰਸਥਾ ਦਾ? ਜੀ ਅਲੀ ਜੀ, ਤੁਸੀਂ ਸੁਣ ਪਾ ਰਹੇ ਹੋ ਮੈਨੂੰ? ਇਸ ਤੋਂ ਇਲਾਵਾ ਕੋਈ ਪੰਜਾਬ ਦਾ ਮੁੰਡਾ ਜਿਹੜਾ ਜੀ ਅਲੀ ਜੀ, ਮੈਂ ਤੁਹਾਨੂੰ ਸੁਣ ਨਹੀਂ ਪਾ ਰਹੀ ਹਾਂ। ਹੈਲੋ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਅਲੀ ਜੀ, ਸਵਾਲ ਇਹੀ। ਹਾਂਜੀ ਹਾਂਜੀ ਹਾਂਜੀ, ਤੁਹਾਡੇ ਕੋਲ ਮੇਰਾ ਸਵਾਲ ਪਹੁੰਚ ਗਿਆ ਅਲੀ ਜੀ? ਹਾਂਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹ ਰਹੀ ਸੀ ਕਿ ਤੁਹਾਡੀ ਸੰਸਥਾ ਦੇ ਵਿੱਚ ਕਿੰਨੀਆਂ ਔਰਤਾਂ ਐਕਟਿਵ ਮੈਂਬਰ ਵਜੋਂ ਕੰਮ ਕਰਦੀਆਂ ਨੇ? ਇਸ ਵਾਸਤੇ ਨਾ ਓਕੇ ਜੀ। ਕੋਈ ਗੱਲ ਨਹੀਂ, ਮੈਂ ਪਹਿਲਾਂ ਇਸ ਤਰ੍ਹਾਂ ਹੈ ਕਿ ਦਿਲਦਰਿਆ ਪਾਕਿਸਤਾਨ ਦਾ ਜਿਹੜਾ ਹੈ ਨਾ, ਨਾਲ ਸਾਡੇ ਨਾਲ ਇੱਕ ਨਾਰੀ ਖੇਤਰ ਹੈ ਜੀ। ਅਸੀਂ ਆਪਣੀ ਤਨਜ਼ੀਮ ਦਾ ਇੱਕ ਬਾਕਾਇਦਾ ਜਿਹੜਾ ਹੈ ਨਾਰੀ ਖੇਤਰ, ਜਿਸ ਨੂੰ ਵਿਮਨ ਵਿੰਗ ਤੁਸੀਂ ਇੰਗਲਿਸ਼ ਵਿੱਚ ਆਖਦੇ ਹੋ, ਉਹ ਤਰਤੀਬ ਦਿੱਤਾ ਹੋਇਆ ਹੈ, ਜਿਸ ਦੀ ਸਰਪ੍ਰਸਤੀ ਬਿਲਖਸੂਸ ਪੰਜਾਬ ਪਾਕਿਸਤਾਨ ਦੀ ਪਹਿਲੀ PhD ਖਾਤੂਨ ਪ੍ਰੋਫੈਸਰ ਡਾਕਟਰ ਦਿਲਸ਼ਾਦ ਟਿਵਾਣਾ ਸਾਹਿਬਾ ਜਿਹੜੀਆਂ ਨੇ, ਉਹ ਨਾਰੀ ਖੇਤਰ ਦੀਆਂ ਸਰਪ੍ਰਸਤ ਨੇ। ਇਸ ਦੇ ਨਾਲ ਉਸ ਦੀਆਂ ਚੇਅਰਪਰਸਨ PhD ਸਕਾਲਰ ਨੇ ਮੁਦੱਸਰ ਇਕਬਾਲ ਭੱਟ ਸਾਹਿਬ ਜਿਹੜੇ ਨੇ ਭਲੇਖਾ ਅਖਬਾਰ ਵਾਲੇ, ਉਹਨਾਂ ਦੀ ਬੇਟੀ ਡਾਕਟਰ ਸਨਾ ਮੁਦੱਸਰ ਭੱਟ ਸਾਹਿਬਾ ਉਸ ਦੀਆਂ ਚੇਅਰਪਰਸਨ ਨੇ। ਇਸ ਦੇ ਨਾਲ ਫਿਰ ਅਸੀਂ ਜਿਹੜਾ ਉਹ ਕਾਲਜਾਂ ਔਰ ਯੂਨੀਵਰਸਿਟੀ ਦੀਆਂ ਲੜਕੀਆਂ ਜਿਹੜੀਆਂ ਨੇ ਉਹਨਾਂ ਨੂੰ ਉਸ ਦੀ ਜਿਹੜੀ ਹੈ ਬਾਡੀ ਉਸ ਦਾ ਹਿੱਸਾ ਬਣਾਇਆ ਹੋਇਆ ਹੈ। ਔਰ ਅਸੀਂ ਹਰ ਸਾਲ ਦੋ ਤਿੰਨ ਪ੍ਰੋਗਰਾਮ ਜਿਹੜੇ ਨੇ ਉਹ ਸਿਰਫ ਔਰ ਸਿਰਫ ਖਵਾਤੀਨ ਦੇ ਜਿਹੜੇ ਨੇ ਉਹ ਤਰਤੀਬ ਦਿੰਦੇ ਆ, ਜਿਸ ਦੇ ਅੰਦਰ ਜਿਹੜਾ ਉਹ ਘਰੇਲੂ ਖਵਾਤੀਨ ਜਿਹੜੀਆਂ ਨੇ ਬਿਲਖਸੂਸ ਜਿਨ੍ਹਾਂ ਦਾ ਕਿ ਅਦਬ ਨਾਲ ਬਜ਼ਾਹਿਰ ਕੋਈ ਤਾਲੁਕ ਨਹੀਂ ਹੈ, ਅਸੀਂ ਆਪਣੇ ਖਾਨਦਾਨ ਔਰ ਦੀਗਰ ਦੋਸਤਾਂ ਦੇ ਖਾਨਦਾਨ ਔਰ ਕਾਲ ਕਰਕੇ ਆਮ ਸਫਾਈ ਨਾਲ ਜੁੜੀਆਂ ਜਿਹੜੀਆਂ ਖਵਾਤੀਨ ਨੇ ਉਹਨਾਂ ਨੂੰ। ਜੀ, ਮੈਨੂੰ ਲੱਗਦਾ ਅਲੀ ਜੀ ਦਾ ਸਿਗਨਲ ਕੱਟ ਗਿਆ। ਆਪਾਂ ਕੁਲਜੀਤ ਜੀ ਕੋਲ ਪਹੁੰਚਦੇ ਹਾਂ ਉਹਨਾਂ ਚਿਰ। ਕੁਲਜੀਤ ਜੀ ਜਿਹੜੀ ਸੰਸਥਾ ਚਲਾ ਰਹੇ ਨੇ ਉਹ ਪੂਰੀ ਤਰ੍ਹਾਂ ਔਰਤ ਮੈਂਬਰਾਂ ਨੂੰ ਸਮਰਪਿਤ ਹੈ, ਤੇ ਇਹ ਨਹੀਂ ਕਿ ਉਹਦੇ ਨਾਲ ਮਰਦ ਮੈਂਬਰ ਕੰਮ ਨਹੀਂ ਕਰਦੇ, ਪਰ ਜਿਹੜੀਆਂ ਮੁੱਖ ਅਹੁਦੇਦਾਰੀਆਂ ਤੇ ਮੁੱਖ ਫੈਸਲੇ ਲੈਣ ਦੇ ਜਿਹੜੀ ਹੈਗੇ ਆ ਤਾਕਤ ਉਹ ਕੁਲਜੀਤ ਜੀ ਨੇ ਔਰਤ ਮੈਂਬਰਾਂ ਦੇ ਵਿੱਚ ਵੰਡੀ ਹੋਈ ਹੈ। ਤੇ ਆਪਾਂ ਦੇਖਦੇ ਹਾਂ ਕਿ ਇਹਦੇ ਪਿੱਛੇ ਉਹਨਾਂ ਦਾ ਕੀ ਕਨਸੈਪਟ ਹੈ ਤੇ ਕੀ ਉਹ ਸੋਚ ਕੇ ਚੱਲਦੇ ਨੇ। ਕੁਲਜੀਤ ਜੀ, ਤੁਹਾਡੇ ਕੋਲ ਆਉਣੇ ਆ। ਵੈਸੇ ਇਹਨਾਂ ਨੂੰ ਉਲਟਾ ਕਰਕੇ ਪੁੱਛੋ ਇਹ ਸਵਾਲ ਕੁਲਜੀਤ ਜੀ ਨੂੰ। ਅੱਛਾ ਹਾਂਜੀ, ਜੀ, ਤੁਸੀਂ ਠੀਕ ਹੈ, ਤੁਸੀਂ ਪੁੱਛੋ ਬਲਹਾਰ ਜੀ, ਤੁਸੀਂ ਪੁੱਛ ਲਓ ਸਵਾਲ। ਨਹੀਂ ਕੋਈ ਨਹੀਂ ਤੁਸੀਂ ਚਲਾਓ, ਮੈਂ ਵੈਸੇ ਮਜ਼ਾਕ ਕਰ ਰਿਹਾ ਸੀ। ਇਹਨਾਂ ਨੂੰ ਮਰਦਾਂ ਦਾ ਰਿਵਾਜ ਹਾਂਜੀ, ਨਹੀਂ ਅਸਲ 'ਚ ਸਾਡੇ ਕੋਲ ਮਰਦਾਂ ਦਾ ਕਿੰਨਾ ਵਿਤਕਰਾ ਹੁੰਦਾ ਤੁਹਾਡੀ ਸੰਸਥਾ 'ਚ, ਇਹਨਾਂ ਨੂੰ ਇਹ ਪੁੱਛਦੇ। ਨਹੀਂ ਸਾਡੇ ਕੋਲ ਮਰਦ ਵੀ ਹੈਗੇ ਸੀ, ਪਰ ਉਹਦੇ ਵਿੱਚ ਥੋੜਾ ਜਿਹਾ ਨਾ ਸਾਨੂੰ ਮੁਸ਼ਕਲ ਆ ਰਹੀ ਸੀ। ਜਿਹੜੇ ਟੀਚੇ ਤੱਕ ਅਸੀਂ ਪਹੁੰਚਣਾ ਚਾਹੁੰਦੇ ਆ ਉਹਦੇ ਵਿੱਚ ਸਾਡੇ ਰਾਹ ਜਿਹੜੇ ਉਹ ਥੋੜੇ ਡਿਫਰੈਂਟ ਹੋ ਜਾਂਦੇ ਸੀ, ਤੇ ਇਸ ਲਈ ਸਾਡੇ ਕੋਲ ਇੱਕੋ ਹੀ ਵਿੱਚ ਹੈਗੇ ਸੀ ਮੇਲ, ਤੇ ਜਿਨ੍ਹਾਂ ਨੂੰ ਆਪਣੇ ਜਿਹੜੇ ਦੂਜੇ ਬਹੁਤ ਕੰਮ ਸਨ, ਉਹਨਾਂ ਨੂੰ ਉਹ ਸਿੰਗਰ ਬਹੁਤ ਵਧੀਆ ਨੇ, ਬਹੁਤ ਵਧੀਆ ਗਾਉਂਦੇ ਨੇ, ਬੜੀ ਵਧੀਆ ਆਵਾਜ਼ ਦੇ ਮਾਲਕ ਨੇ, ਤੇ ਉਹਨਾਂ ਦਾ ਜਿਹੜਾ ਬਹੁਤਾ ਧਿਆਨ ਆ ਸਿੰਗਿੰਗ ਦੇ ਵੱਲ ਆ। ਤੇ ਫਿਰ ਉਸ ਤੋਂ ਅਸੀਂ ਸੋਚਿਆ ਕਿ ਉਹ ਸਾਡੇ ਮਤਲਬ ਉਹਨਾਂ ਦਾ ਸਾਥ ਨਹੀਂ ਰਿਹਾ ਬਾਅਦ 'ਚ। ਫਿਰ ਔਰਤਾਂ ਹੀ ਮਧੂ ਹੋਣੀ ਤੇ ਆਲਰੇਡੀ ਹੈਗੇ ਸੀ ਵਿੱਚ, ਤੇ ਦੂਜੀਆਂ ਔਰਤਾਂ ਬਹੁਤ ਉਤਸ਼ਾਹਿਤ ਨੇ ਨਾਲ ਜੁੜਨ ਲਈ, ਉਤਸ਼ਾਹਿਤ ਸੀ, ਤੇ ਅਸੀਂ ਉਹਨਾਂ ਨੂੰ ਨਾਲ ਜੋੜਿਆ। ਫਿਰ ਇਹਦੇ ਨਾਲ ਇਹ ਆ ਕਿ ਔਰਤਾਂ ਦੀ ਮੈਨੇਜਮੈਂਟ ਜਿਹੜੀ ਆ ਉਹ ਥੋੜੀ ਡਿਫਰੈਂਟ ਆ, ਤੇ ਕਈ ਵਾਰੀ ਔਰਤਾਂ ਨੂੰ ਮੈਨੇਜਮੈਂਟ ਵਾਸਤੇ ਬਹੁਤਾ ਚਾਂਸਸ ਜਿਹੜੇ ਆ ਉਹ ਨਹੀਂ ਦਿੱਤੇ ਜਾਂਦੇ। ਉਹ ਮੈਂ ਇਤਿਹਾਸ ਦੇ ਵਿੱਚ ਵੀ ਦੇਖਿਆ, ਉਹ ਮੈਂ ਅੱਜ ਕੱਲ੍ਹ ਵੀ ਦੇਖ ਰਹੀ ਹਾਂ, ਉਹ ਫਿਊਚਰ ਦੇ ਵਿੱਚ ਵੀ ਇਸ ਤਰ੍ਹਾਂ ਹੋਣਾ। ਮੈਨੇਜਮੈਂਟ ਵਾਸਤੇ ਔਰਤਾਂ ਨੂੰ ਬਹੁਤੇ ਚਾਂਸਸ ਨਹੀਂ ਦਿੱਤੇ ਜਾਂਦੇ। ਸਾਨੂੰ
ਜਿਸ ਤਰ੍ਹਾਂ ਅਸੀਂ ਪੰਜਾਬੀ ਸੱਥ ਦੀ ਗੱਲ ਕਰੀਏ, ਦੂਜੀਆਂ ਸੱਥਾਂ ਦੀ ਗੱਲ ਕਰੀਏ, ਉਹਨਾਂ ਨੇ ਤਾਂ ਰਜਿਸਟਰ ਵੀ ਨਹੀਂ ਕਰਾਈਆਂ ਹੋਈਆਂ ਸੱਥਾਂ, ਨਾ ਹੀ ਕੋਈ ਮੈਨੇਜਮੈਂਟ ਲਈ ਕੋਈ ਰੱਖਿਆ, ਨਾ ਕੋਈ ਖਜ਼ਾਨਚੀ ਰੱਖਿਆ। ਪਰ ਸਾਨੂੰ ਇੱਥੇ ਲੋੜ ਸੀ, ਅਸੀਂ ਬਹੁਤ ਸਾਰਾ ਖਰਚਾ ਜਿਹੜਾ ਅਸੀਂ ਆਪਣੇ ਜੇਬਾਂ ਦੇ ਵਿੱਚੋਂ ਕੀਤਾ ਹੋਇਆ, ਤੇ ਫਿਰ ਸਾਨੂੰ ਕਿਸੇ ਨੇ ਕਿਹਾ ਕਿ ਤੁਸੀਂ ਮੈਂਬਰਸ਼ਿਪ ਵੀ ਰੱਖੋ। ਮੈਂਬਰ ਕੋਈ ਵੀ ਬਣ ਸਕਦਾ, ਮੇਲ ਫੀਮੇਲ ਕੋਈ ਵੀ ਮੈਂਬਰ ਬਣ ਸਕਦਾ, ਬੱਚੇ ਵੀ ਮੈਂਬਰ ਬਣ ਸਕਦੇ ਆ, ਸਾਡੇ ਇੰਡੀਆ ਤੋਂ ਵੀ ਮੈਂਬਰ ਬਣ ਸਕਦੇ ਆ, ਤੇ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਆ। ਬਾਕੀ ਔਰਤਾਂ, ਅਸੀਂ ਚਾਹੁੰਦੇ ਹਾਂ ਕਿ ਔਰਤਾਂ ਔਰਗਨਾਈਜ਼ ਕਰਨ, ਤੇ ਇੱਕ ਤਰ੍ਹਾਂ ਦਾ ਮੇਰਾ ਤਜਰਬਾ ਵੀ ਹੈ ਕਿ ਇਹਦੇ ਨਾਲ ਕੀ ਡਿਫਰੈਂਸ ਆਊਗਾ। ਜਿਸ ਤਰ੍ਹਾਂ ਬਲਹਾਰ ਜੀ ਤੁਸੀਂ ਚਲਾ ਰਹੇ ਹੋ, ਤੁਸੀਂ ਆਲਰੇਡੀ ਦੱਸਿਆ ਕਿ ਅਨੁਪਾਤ ਤੁਹਾਡਾ ਆਲਰੇਡੀ ਬੜਾ ਘੱਟ ਆ, USA ਦਾ ਉਹ ਕਾਰਨ ਦਾ ਵੀ ਅਸੀਂ ਸਮਝਦੇ ਹਾਂ ਘੱਟ ਆ, ਪਰ ਜਸਵਿੰਦਰ ਉਹਨਾਂ ਨੇ ਕਿਹਾ ਕਿ ਔਰਤਾਂ ਜਿਹੜੀਆਂ ਦੂਜੀਆਂ ਔਰਤਾਂ ਨੂੰ ਨਾਲ ਲੈ ਕੇ ਤੁਰਦੀਆਂ ਨੇ। ਮੇਰੇ ਖਿਆਲ 'ਚ ਆਪਣੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਤੁਹਾਡੇ ਜਿਹੜੇ ਪਾਰਟਨਰਸ ਆ ਨਾ, ਤੁਹਾਡੀ ਵਾਈਫ, ਉਹਨਾਂ ਨੂੰ ਜ਼ਰੂਰ ਨਾਲ ਲਵਾਂਗੇ, ਉਹਨਾਂ ਦੀ ਇੰਟਰਵਿਊ ਜ਼ਰੂਰ ਕਰਾਂਗੇ। ਫਿਰ ਰਾਜਨ ਹੋਣਾ ਵੀ ਦੱਸਿਆ ਕਿ ਇਹਨਾਂ ਦਾ ਵੀ ਔਰਤਾਂ ਦਾ ਵਿੰਗ ਹੈਗਾ, ਪਰ ਉੱਥੇ ਜਿਹੜੀ ਅਨੁਪਾਤ ਉਹ ਵੀ ਘੱਟ ਹੈਗੀ ਆ। ਉਹ ਸਾਨੂੰ ਕਾਰਨ ਤਾਂ ਪਤਾ ਹੀ ਹੈ ਕਿਉਂ ਘੱਟ ਹੈਗੀ ਆ। ਕੁਛ ਔਰਤਾਂ ਜਿਹੜੀਆਂ ਜ਼ਿਆਦਾ ਖੁੱਲ ਵੀ ਨਹੀਂ ਸਕਦੀਆਂ, ਜ਼ਿਆਦਾ ਅੱਗੇ ਵੀ ਨਹੀਂ ਆਉਂਦੀਆਂ, ਥੋੜਾ ਜਿਹਾ ਸ਼ਾਈ ਵੀ ਹੁੰਦੀਆਂ ਨੇ, ਉਹਨਾਂ ਨੂੰ ਸ਼ਰਮਾਉਂਦੀਆਂ ਵੀ ਨੇ, ਖਾਸ ਕਰਕੇ ਇੰਡੀਆ ਦੇ ਵਿੱਚ। ਇੱਥੇ ਵੀ ਬੜਾ ਕੁਛ ਹੁੰਦਾ ਵਾ, ਖਾਸ ਕਰਕੇ ਮੈਂ ਕਿਤੇ ਗੱਲ ਸੁਣੀ ਸੀ, ਮਧੂ ਤੁਹਾਨੂੰ ਪਤਾ ਹੀ ਹੋਣਾ, ਕਿਸੇ ਨੇ ਕਿਹਾ ਕਿ ਔਰਤਾਂ ਵੀ ਕਦੀ ਸੱਥ ਚਲਾ ਸਕਦੀਆਂ ਹੁੰਦੀਆਂ ਨੇ। ਤੇ ਇਹ ਜਿਹੜੀ ਗੱਲ ਹੈ, ਇਹ ਸਾਨੂੰ ਦੋਨਾਂ ਨੂੰ ਹੀ ਜਿਹੜੀ ਸਾਡੇ ਲੈਵਲ ਦੀ ਗੱਲ ਨਹੀਂ ਲੱਗੀ, ਤੇ ਫਿਰ ਅਸੀਂ ਦੋਨਾਂ ਨੇ ਸੋਚਿਆ ਕਿ ਨਹੀਂ, ਹੁਣ ਔਰਤਾਂ ਹੀ ਸੱਥ ਚਲਾ ਕੇ ਦੱਸਣਗੇ। ਜੇ ਔਰਤਾਂ ਲੜਾਕੂ ਜਹਾਜ਼ ਚਲਾ ਸਕਦੀਆਂ ਨੇ, ਹੋਰ ਚੀਜ਼ਾਂ ਚਲਾ ਸਕਦੀਆਂ, ਤੇ ਉਹ ਇੱਕ ਸੱਥ ਵੀ ਚਲਾ ਸਕਦੀਆਂ ਨੇ। ਤੇ ਇਹੀ ਸਾਡਾ ਜਿਹੜਾ ਇਹ ਵੀ ਮੇਨ ਮਕਸਦ ਹੈ, ਇਹ ਟੀਚਾ ਹੈ, ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਹ ਸੱਥ ਚਲਾ ਸਕਦੇ ਹਾਂ। ਜੀ, ਬਹੁਤ ਸੋਹਣਾ ਕਿਹਾ ਕੁਲਜੀਤ ਜੀ। ਤੇ ਅਸਲ 'ਚ ਜਿਹੜੀਆਂ, ਜਿਵੇਂ ਸ਼ਲਿੰਦਰ ਜੀ ਨੇ ਕਿਹਾ, ਜੋਧਰ ਅਲੀ ਜੀ ਨੇ ਕਿਹਾ ਕਿ ਇਹਨਾਂ ਦੀਆਂ ਨਾਲ ਸਮਾਂਤਰ ਔਰਤਾਂ ਦੀਆਂ ਆਰਗੇਨਾਈਜੇਸ਼ਨਸ ਚੱਲਦੀਆਂ ਨੇ, ਉਸ ਤੋਂ ਇਹ ਗੱਲ ਤੇ ਬਹੁਤ ਸਾਫ਼-ਸਾਫ਼ ਅਸਲ 'ਚ ਸਿੱਧ ਹੁੰਦੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਹੈਗਾ, ਔਰਤਾਂ ਨੂੰ ਵੀ ਇਹ ਮਹਿਸੂਸ ਹੁੰਦਾ ਕਿ ਜਿਹੜਾ ਫੈਸਲੇ ਲੈਣ ਦੇ ਅਧਿਕਾਰ, ਅਸੀਂ ਅਕਸਰ ਆਜ਼ਾਦੀ ਦੀ, ਔਰਤ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਤੇ ਕੁੜੀਆਂ ਅਕਸਰ ਖਾਣ ਪੀਣ ਪਹਿਨਣ ਤੱਕ ਸੀਮਿਤ ਕਰ ਦਿੰਦੀਆਂ ਔਰਤ ਦੀ ਆਜ਼ਾਦੀ ਨੂੰ। ਜਿੰਨਾ ਚਿਰ ਸੰਸਥਾਵਾਂ ਦੇ ਵਿੱਚ ਫੈਸਲੇ ਲੈਣ ਦੇ ਅਧਿਕਾਰ ਤੇ ਉਹਨਾਂ ਨੂੰ ਜਿਹੜਾ ਹੈਗਾ ਜਾਮਾ, ਅਸਲੀ ਜਾਮਾ ਪਹਿਨਾਉਣ ਦੇ ਜਿਹੜੇ ਹੈਗੇ ਆ ਹੱਕ ਔਰਤ ਦੇ ਕੋਲ ਨਹੀਂ ਆਉਂਦੇ, ਭਾਵੇਂ ਉਹ ਸੰਸਥਾਵਾਂ ਨੇ ਜਾਂ ਸਮਾਜ ਆ, ਤੇ ਉਹ ਅਸਲੀ ਔਰਤ ਦੀ ਆਜ਼ਾਦੀ ਨਹੀਂ ਹੈ। ਤੇ ਜਿਹੜੀਆਂ ਸਮਾਂਤਰ ਸੰਸਥਾਵਾਂ ਚੱਲ ਰਹੀਆਂ ਨੇ, ਜਾਂ ਜਿਵੇਂ ਪੰਜਾਬੀ ਸੱਥ ਚੱਲ ਰਹੀ ਹੈ, ਤੇ ਇਹ ਜ਼ਰੂਰ ਇੱਕ ਕੌਨਫੀਡੈਂਸ ਭਰ ਰਹੀਆਂ, ਉਤਸ਼ਾਹ ਭਰ ਰਹੀਆਂ ਨੇ ਲੋਕਾਂ ਦੇ ਵਿੱਚ, ਕੁੜੀਆਂ ਦੇ ਵਿੱਚ, ਕਿ ਅਸੀਂ ਖੁਦ ਆਪਣਾ ਜਿਹੜਾ ਹੈਗਾ ਦਿਮਾਗ ਲਾ ਸਕਦੇ ਹਾਂ, ਤੇ ਅਸੀਂ ਖੁਦ ਆਪਦੀ ਜਿਹੜੀ ਹੈਗੀ ਆ ਮਦਦ ਕਰ ਸਕਦੇ ਹਾਂ। ਤੇ ਇਹ ਗੱਡੀ ਦੇ ਦੋ ਪਹੀਏ ਨੇ, ਜਿਵੇਂ ਹੁਣ ਸਾਡਾ ਜਿਹੜਾ ਪ੍ਰੋਗਰਾਮ ਚੱਲ ਰਿਹਾ, ਵਿਕਰਮ ਸੇਖੋਂ ਭਾਜੀ ਚਲਾ ਰਹੇ ਨੇ, ਤੇ ਇਹ ਨਹੀਂ ਹੈਗਾ ਕਿ ਕੋਈ ਵੀ ਸੰਸਥਾ ਜਿਹੜੀ ਆ, ਉਹ ਜੇ ਉਹਦੇ 'ਚ ਮਰਦ ਜ਼ਿਆਦਾ ਨੇ ਤੇ ਉਹਦੇ 'ਚ ਔਰਤ ਦਾ ਕੋਈ ਰੋਲ ਨਹੀਂ ਹੈ, ਜਾਂ ਜੇ ਔਰਤਾਂ ਜ਼ਿਆਦਾ ਨੇ ਤੇ ਉਹਦੇ ਵਿੱਚ ਮਰਦ ਦਾ ਰੋਲ ਨਹੀਂ ਹੈ। ਬਿਲਕੁਲ ਸਮਾਜ ਵਾਂਗੂ ਹੀ ਸੰਸਥਾਵਾਂ ਚੱਲਦੀਆਂ ਨੇ, ਔਰਤ ਤੇ ਮਰਦ ਨਾਲ-ਨਾਲ ਚੱਲਦੇ ਨੇ। ਪਰ ਜੇ ਔਰਤਾਂ ਦੀਆਂ ਇਕੱਲੀਆਂ ਸੰਸਥਾਵਾਂ ਜਿਹੜੀਆਂ, ਜਿਹਦੇ ਵਿੱਚ ਸਿਰਫ ਔਰਤ ਮੈਂਬਰਾਂ ਨੇ, ਜਾਂ ਇਹੋ ਜਿਹੀਆਂ ਸਮਾਂਤਰ ਸੰਸਥਾਵਾਂ ਚੱਲ ਰਹੀਆਂ ਨੇ, ਤੇ ਸਾਨੂੰ ਲੱਗਦਾ ਹੈ ਕਿ ਸਾਰੀਆਂ ਸੰਸਥਾਵਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ, ਉਹਨਾਂ ਨੂੰ ਥੋੜਾ ਹੋਰ ਉਤਸ਼ਾਹ ਦੇਣਾ ਚਾਹੀਦਾ, ਤਾਂ ਕਿ ਕੱਲ ਨੂੰ ਜਦੋਂ ਉਹਨਾਂ ਦੀਆਂ ਧੀਆਂ ਉੱਠਣ, ਤੇ ਉਹਨਾਂ ਵਾਸਤੇ ਜਿਹੜੇ ਰਸਤੇ ਪਹਿਲਾਂ ਹੀ ਬਣੇ ਹੋਏ ਹੋਣ। ਹਾਂਜੀ, ਬਿਲਕੁਲ। ਇਹ ਤਾਂ ਮਰਦ ਔਰਤ ਜਿਹੜੇ, ਉਹ ਕੀ ਕਹਿੰਦੇ, ਗੱਡੀ ਦੇ ਦੋ ਪਹੀਏ ਹੈ ਨਾ, ਤੇ ਦੋਨੇ ਪਹੀਏ ਸਮਾਨਾਂਤਰ ਚੱਲਣ, ਤਾਂ ਇਹ ਵਧੀਆ ਹੈਗਾ। ਜੀ, ਮੇਰਾ ਸਵਾਲ ਇਸ ਗੱਲਬਾਤ ਦੇ ਵਿੱਚੋਂ ਜਿਹੜਾ ਸੀਗਾ, ਇੱਕ ਉੱਭਰ ਕੇ ਆਈ ਸੀ ਗੱਲ, ਕਿ ਅਸੀਂ ਜਿਹੜਾ ਹੈਗਾ ਸੰਸਥਾਵਾਂ ਨੂੰ ਸਥਾਪਿਤ ਕਰਨ ਤੇ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਚਲਾਉਣ ਲਈ ਬਹੁਤ ਸਾਰਾ ਖਰਚਾ ਕਰਦੇ ਹਾਂ। ਮੇਰਾ ਅਗਲਾ ਸਵਾਲ ਇੱਥੋਂ ਹੀ ਨਿਕਲਦਾ ਹੈ ਕਿ ਜਿਹੜਾ ਹੈਗਾ ਵਿੱਤੀ ਮੁਸ਼ਕਲਾਂ, ਕਿਸ ਤਰ੍ਹਾਂ ਦੀਆਂ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਾਡੀਆਂ ਸਾਹਿਤਕ ਸੰਸਥਾਵਾਂ ਨੂੰ, ਤੇ ਜਿਹੜਾ ਹੈਗਾ ਉਹ ਕਿਵੇਂ ਇਹਨਾਂ ਵਿੱਤੀ ਮੁਸ਼ਕਲਾਂ ਤੋਂ ਓਵਰਕਮ ਕਰਦੀਆਂ ਨੇ, ਕਿਵੇਂ ਇਹਨਾਂ ਚੋਂ ਨਿਕਲਦੀਆਂ ਨੇ, ਕਿੱਥੋਂ ਉਹਨਾਂ ਨੂੰ ਜਿਹੜਾ ਹੈਗਾ ਸਹਿਯੋਗ ਮਿਲਦਾ ਹੈ। ਬਲਿਹਾਰ ਜੀ, ਤੁਹਾਡੇ ਤੋਂ ਪੁੱਛਾਂਗੇ ਪਹਿਲਾਂ ਆਪਾਂ ਕਿ ਤੁਹਾਡੀ ਸੰਸਥਾ ਦੀਆਂ ਕੀ ਵਿੱਤੀ ਮੁਸ਼ਕਲਾਂ ਨੇ, ਤੇ ਕਿੱਥੋਂ ਤੁਹਾਨੂੰ ਮਦਦ ਮਿਲਦੀ ਹੈ, ਜਾਂ ਕਿਵੇਂ ਤੁਸੀਂ ਜਿਹੜਾ ਹੈਗਾ ਕੰਮ ਕਰਦੇ ਹੋ? ਸਾਡਾ ਮੇਨ ਜਿਹੜਾ ਆ ਉਹ ਮੈਂਬਰਸ਼ਿਪ ਤੋਂ ਹੀ ਹੁੰਦੀ ਆ, ਜਿੰਨੀ ਵੀ ਸਾਡੀ ਆਮਦਨ ਹੁੰਦੀ ਆ। ਜਦੋਂ ਅਸੀਂ ਨਾਟਕ ਕਰਵਾਏ ਸੀ, ਉਦੋਂ ਫਿਰ ਅਸੀਂ ਆਲੇ ਦੁਆਲੇ ਜਾ ਕੇ ਬਿਜ਼ਨਸ ਓਨਰਾਂ ਤੋਂ ਜਿਹੜੇ ਆ ਉਹ ਡੋਨੇਸ਼ਨਸ ਲੈ ਲਈਆਂ ਸੀ, ਕਿਉਂਕਿ ਉਹ $8-10,000 ਦਾ ਬਜਟ ਸੀ। ਪੂਰੇ ਪ੍ਰੋਫੈਸ਼ਨਲ ਟੀਮ ਜਿਹੜੀ ਕੈਨੇਡਾ ਤੋਂ ਸੱਦ ਕੇ 2 ਨਾਟਕ ਕਰਵਾਏ ਸੀਗੇ ਸਾਡੀ ਸਭਾ ਨੇ, ਤਾਂ ਉਹਦੇ ਲਈ ਫਿਰ ਸਾਨੂੰ ਸਪੋਂਸਰਾਂ ਲੈਣੀਆਂ ਪਈਆਂ, ਔਰ ਉਹਦੇ ਵਿੱਚ ਵੀ ਕੋਈ ਏਡੀ ਵੱਡੀ ਮੁਸ਼ਕਲ ਨਹੀਂ ਆਈ। ਥੋੜਾ ਇਹ ਹੁੰਦਾ ਕਿ ਟਾਈਮ ਕੱਢਣਾ ਪੈਂਦਾ, ਜਾਣਾ ਪੈਂਦਾ।
ਤੇ ਸਾਡੀ ਜਿਹੜੀ ਇਹ ਪਹਿਲਾਂ ਮੈਂਬਰਸ਼ਿਪ $100 ਹੁੰਦੀ ਸੀਗੀ ਸਾਲ ਦੀ, ਤੇ ਇਸ ਸਾਲ ਅਸੀਂ ਜਨਵਰੀ ਦੇ ਵਿੱਚ ਫੈਸਲਾ ਕੀਤਾ ਕਿ $50 ਕਰ ਦਈਏ। ਜਦੋਂ ਅਸੀਂ $50 ਕੀਤੀ, ਹੁਣ ਸਾਡੇ ਕੋਲ ਪੈਸੇ ਵੱਧ ਹੋ ਗਏ। ਅੱਛਾ ਜੀ, ਠੀਕ ਠੀਕ। ਕਿਉਂਕਿ ਬਹੁਤੇ ਲੋਕਾਂ ਨੇ ਜਿਹੜੇ ਆ ਉਹ ਨਾਲ ਡੋਨੇਸ਼ਨ ਦੇ ਦਿੱਤੀ, ਤੇ ਕੋਈ ਸਾਨੂੰ ਏਡੀ ਕੋਈ ਵੱਡੀ ਮੁਸ਼ਕਲ ਕਦੀ ਆਈ ਨਹੀਂ। ਅਸੀਂ ਆਪਣੀ ਚਾਦਰ ਦੇਖ ਕੇ ਹੀ ਪੈਰ ਪਸਾਰੀ ਦੇ ਆ। ਪ੍ਰੋਜੈਕਟ ਹੀ ਅਸੀਂ ਉੱਡੇ ਕਈ ਵਿੱਢੀ ਦੇ ਆ, ਜਿੰਨਾ ਕੁ ਸਾਡੇ ਕੋਲ ਬਜਟ ਹੁੰਦਾ। ਤੇ ਸਾਡਾ ਬਹੁਤਾ ਕੰਮ ਵੀ ਜਿਹੜਾ ਵਲੰਟੀਅਰ ਹੀ ਆ। ਸਾਨੂੰ ਇੱਥੇ ਜਿਹੜਾ ਆ ਉਹ ਕੈਂਟ ਈਵੈਂਟ ਸੈਂਟਰ ਦੇ ਸੈਮ ਵਿਰਕ ਹੋਣਾ ਦਾ ਬਹੁਤ ਹੀ ਵੱਡਾ ਸਹਿਯੋਗ ਹੈ, ਜਿਹਦੇ ਕਰਕੇ ਸਾਡੇ ਤੇ ਕੋਈ ਉਹਨਾਂ ਨੇ ਆਰਥਿਕ ਬੋਝ ਪੈਣ ਹੀ ਨਹੀਂ ਦਿੱਤਾ। ਤੇ ਹੋਰ ਵੀ ਕਾਫੀ ਸਾਡੇ ਇੱਥੇ ਬਿਜ਼ਨਸਮੈਨ ਹੈਗੇ ਨੇ ਜਿਨ੍ਹਾਂ ਦਾ ਸਾਨੂੰ ਬਹੁਤ ਸਹਿਯੋਗ ਹੈ, ਤਾਂ ਕਦੀ ਸਾਨੂੰ ਕੋਈ ਮੁਸ਼ਕਲ ਨਹੀਂ ਆਈ। ਮੈਂ ਤੁਹਾਨੂੰ ਦੱਸਿਆ ਕਿ ਅਸੀਂ ਤਾਂ ਸਮਾਂ ਮੈਂਬਰਸ਼ਿਪ $100 ਤੋਂ ਘਟਾ ਕੇ $50 ਕਰ ਦਿੱਤੀ ਇਸ ਸਾਲ, ਤਾਂ ਫਿਰ ਵੀ ਅਸੀਂ ਜਿਹੜਾ ਆ ਉਹ ਕਿਸੇ ਵਿੱਤੀ ਸੰਕਟ ਦੇ ਵਿੱਚ ਨਹੀਂ ਫਸੇ, ਔਰ ਅਸੀਂ ਵਧੀਆ ਕਰ ਰਹੇ ਹਾਂ। ਕਿਤਾਬਾਂ ਵੀ ਜਿਵੇਂ ਦੱਸਿਆ ਵੀ 3 ਛਪ ਗਈਆਂ, ਚੌਥੀ ਆ ਰਹੀ ਆ, ਤਾਂ ਫਿਰ ਵੀ ਸਾਡੇ ਕੋਲ ਕੋਈ ਪ੍ਰੋਬਲਮ ਨਹੀਂ, ਕੋਈ ਸਮੱਸਿਆ ਨਹੀਂ ਜੀ। ਬਹੁਤ ਵਧੀਆ, ਬਹੁਤ ਕਿਸਮਤ ਵਾਲੇ ਹੋ ਤੁਸੀਂ। ਕੁਲਜੀਤ ਜੀ, ਤੁਸੀਂ ਕੀ ਜੋੜਨਾ ਚਾਹੋਗੇ ਇਹਦੇ ਵਿੱਚ? ਹਾਂਜੀ, ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬੀ ਸੱਥ ਮੈਲਬਰਨ ਨਾਨ ਪ੍ਰੋਫਿਟ ਸੰਸਥਾ ਵਾ, ਤੇ ਆਸਟ੍ਰੇਲੀਆ ਦੇ ਵਿੱਚ ਨਾਨ ਪ੍ਰੋਫਿਟ ਸੰਸਥਾ ਦਾ ਮਤਲਬ ਹੈ ਕਿ ਅਸੀਂ ਡੋਨੇਸ਼ਨ ਇਕੱਠੀ ਕਰ ਸਕਦੇ ਹਾਂ, ਮੈਂਬਰਸ਼ਿਪ ਇਕੱਠੇ ਕਰ ਸਕਦੇ ਹਾਂ, ਪਰ ਉਹ ਸਾਡੇ ਜਿਹੜੀਆਂ ਚੀਜ਼ਾਂ ਲੋੜੀਂਦੀਆਂ ਚੀਜ਼ਾਂ ਵਾ ਉਹਨਾਂ ਵਾਸਤੇ ਅਸੀਂ ਇਕੱਠੇ ਕਰ ਸਕਦੇ ਹਾਂ, ਨਾ ਕਿ ਸਾਡੇ ਆਪਣੇ ਫਾਇਦੇ ਵਾਸਤੇ। ਤੇ ਅਸੀਂ ਪਹਿਲਾਂ ਤਾਂ ਪਿਛਲੇ ਜਿੰਨਾ ਵੀ ਸਮਾਂ ਲੰਘਿਆ ਅਸੀਂ ਆਪਣੇ ਕੋਲੋਂ ਖਰਚਦੇ ਰਹੇ ਹਾਂ, ਤੇ ਫਿਰ ਮਧੂ ਹੋਣਾ ਵੀ ਸਲਾਹ ਦਿੱਤੀ, ਦੂਜਿਆਂ ਸਾਰਿਆਂ ਦੋਸਤਾਂ ਨੇ ਸਲਾਹ ਦਿੱਤੀ ਕਿ ਤੁਸੀਂ ਕਿਉਂ ਨਾ ਮੈਂਬਰਸ਼ਿਪ ਰੱਖੋ। ਤੇ ਹੁਣ ਅਸੀਂ ਇਸੇ ਹੀ ਮਹੀਨੇ ਅਸੀਂ ਸੋਚ ਰਹੇ ਹਾਂ ਕਿ ਅਸੀਂ ਮੈਂਬਰਸ ਨੂੰ ਨਾਲ ਜੋੜੀਏ, ਥੋੜ੍ਹੀ ਬਹੁਤੀ ਮਤਲਬ ਮੈਂਬਰਸ਼ਿਪ ਫੀਸ ਵੀ ਰੱਖੀਏ, ਉਹਨਾਂ ਦੇ ਬਦਲੇ ਅਸੀਂ ਉਹਨਾਂ ਨੂੰ ਵੀ ਕੁਛ ਦੇ ਸਕਦੇ ਹਾਂ ਆਪਣੇ ਸੰਸਥਾ ਵੱਲੋਂ, ਜਾਂ ਆਪਣੇ ਪੇਜ ਵੱਲੋਂ, ਜਾਂ ਆਪਣੇ ਜੋ ਅਸੀਂ ਕਿਤਾਬਾਂ ਛਾਪ ਸਕਦੇ ਹਾਂ, ਜਾਂ ਕੁਛ ਵੀ। ਅਜੇ ਇਹ ਰੂਪਰੇਖਾ ਜਿਹੜੀ ਉਹ ਅਸੀਂ ਲਿਖ ਰਹੇ ਹਾਂ, ਉਹ ਦੇਖ ਰਹੇ ਹਾਂ, ਕਿਉਂਕਿ ਵਿੱਤੀ ਜਿਹੜਾ ਪਲੈਨਿੰਗ ਹੋਣਾ ਬਹੁਤ ਜ਼ਰੂਰੀ ਹੈ। ਅਨਲੈਸ ਯੂ ਆਰ ਵੈਰੀ ਰਿਚ, ਅਨਲੈਸ ਤੁਸੀਂ ਵਾਕਈ ਤੁਹਾਡੇ ਕੋਲ ਬਹੁਤ ਪੈਸਾ, ਤੇ ਮੇਰੇ ਖਿਆਲ 'ਚ ਇਹ ਬਹੁਤ ਜ਼ਰੂਰੀ ਆ। ਇਹ ਮੇਨ ਜਿਹੜਾ ਵਿੱਚ ਰੀਜ਼ਨ ਇਹੀ ਹੈ ਕਿ ਅਸੀਂ ਕਿਸ ਤਰ੍ਹਾਂ ਕਾਮਯਾਬ ਹੁੰਦੇ ਆ, ਸਾਨੂੰ ਵਿੱਤੀ ਹੈਲਪ ਦੀ ਵੀ ਲੋੜ ਹੁੰਦੀ ਹੈ। ਤੇ ਅਸੀਂ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਸੀ, ਉਦੋਂ ਸਾਨੂੰ ਗੌਰਮੈਂਟ ਵੱਲੋਂ ਵੀ ਮਿਲੀ ਸੀ ਗ੍ਰਾਂਟ, ਉਹਦੇ ਵਾਸਤੇ ਵੀ ਕਾਫੀ ਪੇਪਰ ਵਰਕ ਕਰਨਾ ਹੁੰਦਾ। ਫਿਰ ਪੇਪਰ ਵਰਕ ਤੋਂ ਬਾਅਦ ਫਿਰ ਜਦੋਂ ਗ੍ਰਾਂਟ ਅਸੀਂ ਯੂਜ਼ ਕਰ ਲੈਂਦੇ ਹਾਂ, ਉਹਦੀਆਂ ਰਸੀਦਾਂ ਗੌਰਮੈਂਟ ਪੁੱਛਦੀ ਹੈ, ਇੱਕ ਪੈਸੇ ਬਾਰੇ ਪੁੱਛਦੇ ਆ, ਤੁਸੀਂ ਕਿੱਥੇ ਲਾਇਆ, ਕਿਵੇਂ ਲਾਇਆ, ਇਹਦਾ ਮੇਨ ਮਕਸਦ ਕੀ ਸੀ, ਏਦਾਂ ਉੱਦਾਂ। ਤੇ ਇਹ ਸਾਰਾ ਜਿਹੜਾ ਇਹ ਧਿਆਨ ਰੱਖਣਾ ਪੈਂਦਾ ਹੈ ਸੰਸਥਾਵਾਂ ਨੂੰ। ਜੀ 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 ਜੀ, ਬਿਲਕੁਲ। ਸਾਡੇ ਨਾਲ ਸ਼ਰਿੰਦਰ ਜੀ ਤੇ ਅਲੀ ਜੀ ਮੈਨੂੰ ਲੱਗਦਾ ਕਿਸੇ ਨਾ ਕਿਸੇ ਤਕਨੀਕੀ ਨੁਕਸ ਦਾ ਜਿਹੜਾ ਸ਼ਿਕਾਰ ਹੋ ਚੁੱਕੇ ਨੇ, ਕੋਸ਼ਿਸ਼ ਕਰ ਰਹੇ ਨੇ ਦੁਬਾਰਾ ਐਡ ਹੋਣ ਦੀ। ਉਹਨਾਂ ਚਿਰ ਜਿਹੜਾ ਹੈਗਾ ਸਾਨੂੰ 1-2 ਸਵਾਲ ਦਰਸ਼ਕਾਂ ਦੇ ਆਏ ਨੇ, ਜੇ ਤੁਸੀਂ ਆਗਿਆ ਦਿਓ ਤੇ ਆਪਾਂ ਉਹ ਸਵਾਲ ਲੈ ਲਈਏ ਪਹਿਲਾਂ ਫਿਰ। ਹਾਂ, ਕੋਈ ਨਹੀਂ, ਦੇਖ ਲਓ, ਜੇ ਅਸੀਂ ਸਵਾਲਾਂ ਦੇ ਜਵਾਬ ਹੈਗੇ ਆ ਸਾਡੇ ਕੋਲ ਤਾਂ ਜ਼ਰੂਰ ਦੇਵਾਂਗੇ ਜੀ। ਸਾਡੇ ਕੋਲੇ ਨਦੀਮ ਅਫਜ਼ਲ ਜੀ ਪਾਕਿਸਤਾਨ ਤੋਂ ਜੁੜੇ ਨੇ, ਤੇ ਉਹ ਪੁੱਛ ਰਹੇ ਨੇ ਕਿ ਕਹਿੰਦੇ ਬਹੁਤ ਸਾਰੇ ਜਿਹੜੇ ਨਾਮੀ ਗਿਰਾਮੀ NGO ਹੁੰਦੇ ਆ ਜਿਹੜੇ ਕਿ ਸੇਵਾ ਦੇ ਮਕਸਦ ਨਾਲ ਖੋਲਦੇ ਨੇ, ਪਰ ਬਾਅਦ 'ਚ ਉਹਦੇ 'ਚ ਸੇਵਾ ਨਾਂ ਦੀ ਕੋਈ ਚੀਜ਼ ਨਹੀਂ ਰਹਿ ਜਾਂਦੀ, ਉਹ ਕਮਰਸ਼ੀਅਲ ਬਣ ਜਾਂਦੇ ਨੇ। ਤੇ ਫਿਰ ਉਹਨਾਂ ਦਾ ਕੀ ਹੱਲ ਕੀਤਾ ਜਾਵੇ, ਜਿਹੜੇ ਕਿ ਸਮਾਜ ਦੇ ਵਿੱਚ ਆਉਂਦੇ ਤਾਂ ਇਹ ਕਹਿ ਕੇ ਨੇ ਕਿ ਅਸੀਂ ਸੇਵਾ ਕਰਾਂਗੇ, ਪਰ ਬਾਅਦ 'ਚ ਉਹ ਆਪਣੇ ਜਿਹੜੇ ਮਕਸਦ ਨੇ, ਉਦੇਸ਼ ਨੇ, ਉਹ ਚੇਂਜ ਕਰ ਲੈਂਦੇ ਨੇ। ਬਲਿਹਾਰ ਜੀ, ਤੁਸੀਂ ਕੀ ਕਹੋਗੇ ਇਹਦੇ ਬਾਰੇ, ਉਹਨਾਂ ਸੰਸਥਾਵਾਂ ਬਾਰੇ ਕੀ ਖਿਆਲ ਹੈ ਤੁਹਾਡਾ? ਉਹ ਸਾਡੇ ਨਾਲੋਂ ਕੰਪਲੀਟਲੀ ਉਹ ਤਾਂ ਵੱਖਰੀ ਚੀਜ਼ ਹੈਗੇ NGO ਤਾਂ। ਜਿੰਨੀਆਂ ਵੀ ਲਿਖਾਰੀ ਸਭਾਵਾਂ ਨੇ ਉਹਨਾਂ ਦਾ ਤੇ NGO ਦਾ ਕੰਮ ਕਰਨ ਦਾ ਤੇ ਪੈਸੇ ਇਕੱਠੇ ਕਰਨ ਦਾ ਢੰਗ ਵੀ ਵੱਖਰਾ ਆ, ਕਿਉਂਕਿ ਲਿਖਾਰੀ ਸਭਾਵਾਂ ਨੂੰ ਕੋਈ ਗ੍ਰਾਂਟ ਵਗੈਰਾ ਨਹੀਂ ਮਿਲਦੀ। ਸਾਨੂੰ ਤਾਂ, ਅਸੀਂ ਤਾਂ ਕੋਈ ਗ੍ਰਾਂਟ ਅਜੇ ਤੱਕ ਲਈ ਨਹੀਂ। ਵੈਸੇ ਹੈਗੇ ਕੁਛ ਹੈਗਾ, ਜਿਵੇਂ ਪੇਪਰ ਵਰਕ ਕਾਫੀ ਕਰਨਾ ਪੈਂਦਾ, ਮਿਲ ਸਕਦੀ, ਪਰ ਅਸੀਂ ਨਹੀਂ ਅਜੇ ਤੱਕ ਕੋਈ ਵੀ ਗ੍ਰਾਂਟ ਲਈ ਹੈਗੀ। ਤੇ ਸਾਡਾ ਤਾਂ ਸਾਰਾ ਆਪਣੇ ਮੈਂਬਰਾਂ ਦੀ ਜਿਹੜੀ ਉਹ ਆਪਣੀ ਮੈਂਬਰਸ਼ਿਪ ਦੇ ਉੱਤੇ ਹੀ ਨਿਰਭਰ ਕਰਦੇ ਆ।
ਤਾਂ NGO ਦਾ ਜਿਹੜਾ ਉਹ ਸਿਸਟਮ ਹੋਰ ਤਰ੍ਹਾਂ ਦਾ, ਉਹਦੇ ਬਾਰੇ ਮੈਨੂੰ ਬਹੁਤੀ ਜਾਣਕਾਰੀ ਵੀ ਨਹੀਂ ਹੈਗੀ, ਕਿਉਂਕਿ ਜਿਹੜੇ ਲਿਖਾਰੀ ਸਭਾਵਾਂ ਨੇ ਇਹਨਾਂ ਦੇ ਵਿੱਚ ਜਿਹੜੇ ਬੰਦੇ ਕੰਮ ਕਰਦੇ ਨੇ ਉਹ ਸਾਰੇ ਆਪਣੀ ਮਾਂ ਬੋਲੀ ਨੂੰ ਸਮਰਪਿਤ ਹੁੰਦੇ ਨੇ, ਔਰ ਜਦੋਂ ਸਮਰਪਣ ਦੀ ਭਾਵਨਾ ਨਾਲ ਤੁਸੀਂ ਕੰਮ ਕਰਦੇ ਹੋ। ਤੇ ਦੂਸਰੀ ਗੱਲ ਇਹ ਹੈ ਵੀ ਸਾਡੇ ਜਿਹੜੇ ਕੰਮ ਕਰਨ ਵਾਲੇ ਬਹੁਤੇ ਬੰਦੇ ਨੇ ਉਹ ਵਲੰਟੀਅਰ ਕੰਮ ਕਰਦੇ ਨੇ, ਪਲੱਸ ਆਪਣੇ ਕੋਲੋਂ ਪੈਸੇ ਖਰਚ ਕੇ ਕੰਮ ਕਰਦੇ ਨੇ। ਜਿੰਨੀਆਂ ਵੀ ਲਿਖਾਰੀ ਸਭਾਵਾਂ ਨੇ ਉਹਨਾਂ ਦੇ ਵਿੱਚ ਜਿੰਨੇ ਵੀ ਬੰਦੇ ਕੰਮ ਕਰਦੇ ਨੇ ਉਹ ਇੱਕ ਤਾਂ ਉਹ ਫ੍ਰੀ ਕੰਮ ਕਰਦੇ ਨੇ, ਤੇ ਦੂਸਰਾ ਜਿਹੜਾ ਆ ਜਿਹੜੇ ਥੋੜੇ ਬਹੁਤੇ ਖਰਚੇ ਹੁੰਦੇ ਨੇ ਉਹ ਵੀ ਫਿਰ ਆਪਣੇ ਕੋਲੋਂ ਹੀ ਕਰਦੇ ਨੇ। ਇਸ ਕਰਕੇ NGO ਨਾਲ ਜਿਹੜਾ ਉਹ ਸਾਹਿਤਕ ਸਭਾਵਾਂ ਨੂੰ ਜਾਂ ਲਿਖਾਰੀ ਸਭਾਵਾਂ ਨੂੰ ਅਸੀਂ ਕੰਪੇਅਰ ਨਹੀਂ ਕਰ ਸਕਦੇ। ਜੀ ਬਿਲਕੁਲ। ਕੁਲਜੀਤ ਜੀ, ਤੁਸੀਂ ਕੁਝ ਐਡ ਕਰਨਾ ਚਾਹੋਗੇ ਇਹਦੇ ਵਿੱਚ? ਹਾਂਜੀ ਬਿਲਕੁਲ, ਬਲਹਾਰ ਹੋਣਾ ਨੇ ਬੜਾ ਵਧੀਆ ਦੱਸਿਆ ਕਿ NGO ਨਾਲ ਅਸੀਂ ਸਾਹਿਤਕ ਸਭਾਵਾਂ ਨਾਲ ਕੰਪੇਅਰ ਨਹੀਂ ਕਰ ਸਕਦੇ, ਕਿਉਂਕਿ ਸਾਹਿਤਕ ਸਭਾਵਾਂ ਵਾਲੇ ਬਹੁਤੇ ਤਾਂ ਆਪਣੇ ਪੱਲਿਓਂ ਹੀ ਪੈਸੇ ਲਾਉਂਦੇ ਆ। ਸਾਹਿਤਕ ਸਭਾਵਾਂ ਨੂੰ ਪੈਸੇ ਕੌਣ ਦਿੰਦਾ ਅੱਜ ਤੱਕ? ਲੇਖਕਾਂ ਨੂੰ ਪੈਸੇ ਕੌਣ ਦਿੰਦਾ ਹੈ? ਕਦੀ ਦੇਖਿਆ ਤੁਸੀਂ ਹਿਸਟਰੀ ਦੇ ਵਿੱਚ ਲੇਖਕਾਂ ਨੂੰ ਪੈਸੇ ਮਿਲੇ ਹੋਣ ਜਾਂ ਕਿਸੇ ਨੇ ਪੈਸੇ ਸੁੱਟੇ ਹੋਣ ਸਾਡੇ ਤੇ? ਇਹ ਬਿਲਕੁਲ ਡਿਫਰੈਂਟ ਹੈ। NGO ਜਿਹੜੇ ਉਹ ਪੈਸੇ ਇਕੱਠੇ ਕਰਦੇ ਆ। ਕਈ NGOs ਜਿਹੜੇ ਆ, ਕਿਉਂਕਿ ਇਹ ਮਨੁੱਖੀ ਸੁਭਾਅ ਬਣ ਚੁੱਕਾ, ਮਨੁੱਖੀ ਜੇ ਅਸੀਂ ਮਨੁੱਖੀ ਸੁਭਾਅ ਨੂੰ ਕੰਟਰੋਲ ਨਾ ਕੀਤਾ ਜਾਵੇ ਤੇ ਅਸੀਂ ਲਾਲਚੀ ਵੀ ਬਣ ਜਾਂਦੇ ਆ ਜਦੋਂ ਜ਼ਿਆਦਾ ਪੈਸਾ ਵੇਖ ਲੈਂਦੇ ਆ। ਤੇ ਏਦਾਂ ਹੋਇਆ ਵੀ ਆ। NGOs ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ ਆ ਉਹਨਾਂ ਦੇ ਵਿੱਚ ਲੜਾਈਆਂ ਵੀ ਹੋਈਆਂ ਆ, ਉਹਨਾਂ ਨੇ ਪੈਸੇ ਖਾਧੇ ਵੀ ਆ, ਜਿਹਦੇ ਵਿੱਚ ਮੇਰੇ ਤੁਹਾਡੇ ਵਰਗੇ ਜਿਹੜੇ ਲੋਕ ਆ ਉਹ ਲਿਖਣ ਦੇਣੋਂ ਡਰ ਜਾਂਦੇ ਨੇ ਕਿ ਪਤਾ ਨਹੀਂ ਸਾਡਾ ਪੈਸਾ ਜਿਹੜਾ ਉਹ ਅਸਲੀ ਲੋਕਾਂ ਤੱਕ ਜਿਹੜਾ ਪਹੁੰਚਦਾ ਵੀ ਆ ਜਾਂ ਨਹੀਂ। ਮੈਂ ਬਲਹਾਰ ਹੋਣਾ ਨਾਲ ਬਿਲਕੁਲ ਸਹਿਮਤ ਹਾਂ। ਸਾਡੀਆਂ ਸੰਸਥਾਵਾਂ ਬਹੁਤ ਜਿਹੜੀਆਂ ਡਿਫਰੈਂਟ ਨੇ NGO ਨਾਲੋਂ। ਜੀ ਰਾਜਨ ਜੀ, ਅਸੀਂ ਜਿਹੜਾ ਇੱਕ ਬਹੁਤ ਜ਼ਰੂਰੀ ਸਵਾਲ ਪੁੱਛਿਆ ਸੀ ਸਾਰਿਆਂ ਨੂੰ ਕਿ ਤੁਹਾਡੀ ਸੰਸਥਾ ਜਿਹੜੀ ਹੈਗੀ ਆ ਵਿੱਤੀ ਮੁਸ਼ਕਲਾਂ ਵਿੱਚੋਂ ਲੰਘਦੀ ਹੈ? ਜੇ ਹਾਂ ਤਾਂ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਕਿਵੇਂ ਸੁਲਝਾਉਣੇ ਹੋ? ਤੁਸੀਂ ਇਸ ਦੇ ਬਾਰੇ ਕੁਝ ਕਹਿਣਾ ਚਾਹੋਗੇ ਸ਼ਵਿੰਦਰ ਜੀ? ਹਾਂਜੀ ਰਾਜਨ ਜੀ, ਤੁਹਾਨੂੰ ਮੇਰੀ ਆਵਾਜ਼ ਸੁਣ ਰਹੀ ਹੈ? ਫਿਰ ਮੈਨੂੰ ਲੱਗਦਾ ਜੀ ਸ਼ਾਇਦ ਆਪਾਂ ਡਿਸਕਨੈਕਟ ਹੋ ਚੁੱਕੇ ਹਾਂ। ਅਲੀ ਜੀ, ਤੁਸੀਂ ਦੱਸੋ। ਆਪਾਂ ਆਵਾਜ਼ ਨਹੀਂ ਕਲੀਅਰ ਆ ਰਹੀ ਮੈਡਮ? ਮੇਰੀ ਆ ਰਹੀ ਤੁਹਾਨੂੰ ਆਵਾਜ਼? ਮੇਰੀ ਆ ਰਹੀ ਹੈ? ਹਾਂਜੀ ਹਾਂਜੀ, ਤੁਹਾਡੀ ਆਵਾਜ਼ ਆ ਰਹੀ ਹੈ ਸਰ। ਮੇਰੀ ਆਵਾਜ਼ ਆ ਰਹੀ ਹੈ ਸਰ ਹੁਣ ਤੁਹਾਨੂੰ? ਮੈਂ ਆਪਦਾ ਸਵਾਲ ਪੁੱਛਾਂ ਦੁਬਾਰਾ? ਅੱਛਾ, ਆਪਣਾ ਕੀ ਸਵਾਲ ਪੁੱਛਿਆ ਤੁਸੀਂ? ਆਪਣਾ ਸੰਸਥਾਵਾਂ ਨੂੰ ਸਹਿਯੋਗ ਕੌਣ ਦਿੰਦਾ? ਹਾਂਜੀ ਮੈਂ ਸਵਾਲ ਇਹ ਪੁੱਛਿਆ ਸੀ ਕਿ ਕੋਈ ਵਿੱਤੀ ਮੁਸ਼ਕਲਾਂ ਆਉਂਦੀਆਂ ਫਾਈਨਾਂਸ ਨੂੰ ਲੈ ਕੇ, ਪੈਸੇ ਨੂੰ ਲੈ ਕੇ, ਕਿੱਥੋਂ ਤੁਸੀਂ ਆਪਦੇ ਖਰਚੇ ਪੂਰੇ ਕਰਦੇ ਹੋ? ਜਿਹੜੇ ਇੰਨੇ ਪ੍ਰੋਗਰਾਮ ਕਰਾਉਣੇ ਹੋ, ਕਿਤਾਬਾਂ ਛਾਪਦੇ ਹੋ, ਤੇ ਕਿੱਥੋਂ ਕੋਈ ਤੁਹਾਨੂੰ ਮਾਲੀ ਮਦਦ ਮਿਲਦੀ ਹੈ ਜਾਂ ਇਹ ਸਭ ਆਪਦੀਆਂ ਜੇਬਾਂ ਚੋਂ ਹੀ ਖਰਚਣੇ ਪੈਂਦੇ? ਮੇਰੇ ਖਿਆਲ ਮੈਨੂੰ ਅਜੇ ਤੁਹਾਡੇ ਪੂਰੇ ਸਵਾਲ ਦਾ ਪਤਾ ਨਹੀਂ ਲੱਗਾ। ਵੈਸੇ ਮੈਨੂੰ ਜਿੰਨੀਆਂ ਕੁ ਗੱਲਾਂ ਦਾ ਪਤਾ ਲੱਗਣ ਡਿਆ, ਮੇਰੇ ਖਿਆਲ ਹੈ ਵੀ ਸਹਿ ਸਭਾਵਾਂ ਦੇ ਖਰਚੇ ਕੌਣ ਚੱਲਦਾ, ਕੋਈ ਏਦਾਂ ਦੀ ਸਵਾਲ ਮੇਰੇ ਖਿਆਲ ਕਰ ਰਹੇ ਤੁਸੀਂ। ਔਰ ਸਾਡੀ ਜਿਹੜੀ ਸਭਾ ਵਾ ਨੋ ਪ੍ਰੋਫਿਟ ਨੋ ਲੋਸ ਤੇ ਚੱਲ ਰਹੀ ਆ ਜੀ। ਹੈਲੋ, ਹਾਂਜੀ ਹਾਂਜੀ, ਆਵਾਜ਼ ਆ ਰਹੀ ਮੈਡਮ? ਹਾਂਜੀ ਹਾਂਜੀ, ਆ ਰਹੀ ਹੈ ਜੀ, ਆ ਰਹੀ ਹੈ। ਮੈਂ ਕਿਹਾ ਸਾਡੀ ਸਭਾ ਜਿਹੜੀ ਨੋ ਪ੍ਰੋਫਿਟ ਨੋ ਲੋਸ ਤੇ ਚੱਲ ਰਹੀ ਆ। ਸਾਡੇ ਕੋਲ ਜਿੰਨਾ ਕੁ ਅਸੀਂ ਰਲ ਮਿਲ ਕੇ ਆਪਸੀ ਸਹਿਯੋਗ ਨਾਲ ਜਿੰਨੇ ਕੁ ਫੰਕਸ਼ਨ ਕਰਦੇ ਆ, ਬਸ ਉਹਦੇ ਨਾਲ ਹੀ ਖਰਚ ਕਰ ਦਿੰਦੇ ਆ। ਸਾਡੇ ਖਜ਼ਾਨਾ ਮੰਤਰੀ ਹਮੇਸ਼ਾ ਇਹੋ ਕਹਿੰਦੇ ਰਹਿੰਦੇ ਆ ਵੀ ਨਹੀਂ ਖਜ਼ਾਨਾ। ਫਿਰ ਅਸੀਂ ਉਹਨਾਂ ਨੂੰ ਕਹਿੰਦੇ ਜਿੰਨੇ ਖਰਚ ਹੋ ਗਏ ਤੁਸੀਂ ਕਰ ਲਓ, ਫਿਰ ਅਸੀਂ ਆਪਣੇ ਇਕੱਠੇ ਕਰਕੇ ਪੈਸੇ ਵਿੱਚ ਪਾ ਦਿੰਦੇ। ਕੋਈ ਵੱਡੀ ਰਕਮ ਜਾਂ ਕਿਤੋਂ ਵੀ ਸਾਨੂੰ ਕੋਈ ਡੋਨੇਸ਼ਨ ਵਗੈਰਾ ਨਹੀਂ ਮਿਲਦਾ। ਸਾਰੇ ਜਿਹੜੇ ਅਸੀਂ ਆਪਣੇ ਸਾਡੇ ਮੈਂਬਰ ਆ, ਅਸੀਂ ਆਪਸੀ ਸਹਿਯੋਗ ਦੇ ਨਾਲ ਜਿਹੜੇ ਸਾਰੇ ਫੰਕਸ਼ਨ ਉਹ ਤੈਅ ਕਰਦੇ ਆ। ਉਹਨਾਂ ਨੂੰ ਆਪ ਹੀ ਖਰਚੇ ਜਿਹੜੇ ਨਜਿੱਠਦੇ ਜੀ। ਅਲੀ ਜੀ, ਆਪਾਂ ਤੁਹਾਡੇ ਕੋਲੇ ਆਵਾਂਗੇ ਕਿ ਪਾਕਿਸਤਾਨ ਸਰਕਾਰ ਜੀ ਜੀ ਨਹੀਂ, ਇਹੀ ਸਵਾਲ ਸੀਗਾ। ਹਾਂਜੀ ਬਿਲਕੁਲ ਇਹੀ ਸਵਾਲ ਸੀ ਆਪਣਾ, ਇਹੀ ਸਵਾਲ ਸੀਗਾ ਜੀ। ਜੀ ਜੀ ਅਲੀ ਜੀ, ਤੁਸੀਂ ਦੱਸੋ ਜੀ, ਤੁਹਾਡੀ ਸੰਸਥਾ ਨੂੰ ਕੋਈ ਮੁਸ਼ਕਲਾਂ ਆਉਂਦੀਆਂ, ਕੋਈ ਸਰਕਾਰ ਮਦਦ ਕਰਦੀ ਹੈ ਜਾਂ ਕਿਵੇਂ ਤੁਸੀਂ ਜਿਹੜਾ ਹੈਗਾ ਖਰਚੇ ਕਰਦੇ ਹੋ ਆਪਦੇ? जी इस तरह है कि चूंकि पाकिस्तान एक तरक्की पजीर मुल्क है, इस दे अंदर बहुत सारिया चीज़ों के मसाइल ऑलरेडी चल रहे हैं। तो इस दौरान जो है वो इस चीज़ की जी वो बड़े खुले सुभाव नाल सरकार वालों तवक्को रखना कि सरकार जी है वो बड़े को हाई पैमाने ते जाके ते वो लिखारी तंजीमां नाल को तावन करे
ਤੇ ਇਹ ਮੇਰਾ ਨਹੀਂ ਖਿਆਲ ਕਿ ਇਹ ਤਵੱਕੋ ਕੀਤੀ ਜਾ ਸਕਦੀ ਹੈ। ਹਾਂ ਅਲਬੱਤਾ ਐਸਾ ਸਿਲਸਿਲਾ ਹੈ, ਸਹੀ ਹੈ ਕਿ ਸਾਡੇ ਪਾਕਿਸਤਾਨ ਦੇ ਅੰਦਰ ਜਿਹੜਾ ਉਹ ਮੋਸਟਲੀ ਜਿਹੜੀਆਂ ਰਜਿਸਟਰਡ ਤਨਜ਼ੀਮਾਂ ਨੇ, ਅਗਰ ਉਹ ਆਪਣਾ ਪੇਪਰ ਵਰਕ ਮੁਕੰਮਲ ਕਰਕੇ ਠੀਕ ਤਰੀਕੇ ਨਾਲ ਸਰਕਾਰ ਤੀਕਰ ਅਪਣਾਉਂਦੀਆਂ ਤੇ ਸਰਕਾਰ ਵੱਲੋਂ ਜਿਹੜਾ ਉਹ ਮਾਕੂਲ ਪੈਸੇ ਜਿਹੜੇ ਨੇ ਮਿਲਦੇ ਨੇ। ਲੇਕਿਨ ਉੱਥੇ ਵੀ ਸਰਕਾਰ ਜਿਹੜੀ ਹੈ ਹੁਣ ਉਸ ਨੂੰ ਤੇ ਨਹੀਂ ਪਤਾ ਚੱਲ ਰਿਹਾ ਹੁੰਦਾ ਕਿ ਸਾਡੇ ਨਾਲ ਕੀ ਹੋ ਰਿਹਾ, ਜਦਕਿ ਬੜੇ ਪੈਮਾਨੇ ਤੇ ਜਿਹੜੇ ਲੋਕ ਉਸ ਫੰਡ ਦੀ ਤਕਸੀਮ ਕਰਦੇ ਨੇ ਉੱਥੇ ਬੜੇ ਬੜੇ ਮਗਰਮੱਛ ਬੈਠੇ ਨੇ। ਉਹ ਪੇਪਰ ਦੇ ਉੱਤੇ ਹੀ ਤਨਜ਼ੀਮਾਂ ਬਣੀਆਂ ਹੁੰਦੀਆਂ ਨੇ, ਕਾਗਜ਼ੀ ਤਨਜ਼ੀਮਾਂ, ਕਾਗਜ਼ੀ ਕਾਰਵਾਈ ਸਾਰਾ ਕੁਝ ਉੱਥੇ ਹੀ ਮੁਕੰਮਲ ਕਰਕੇ ਤੇ ਉਹ ਲੋਕ ਜਿਹੜਾ ਉਹ ਕਈ ਲੱਖਾਂ ਦਾ ਜਿਹੜਾ ਹੈ ਫੰਡ ਉਹ ਖੁਦ ਹੀ ਹੜਪ ਕਰ ਜਾਂਦੇ ਨੇ। ਔਰ ਉਹ ਤਨਜ਼ੀਮਾਂ ਜਿਹੜੀਆਂ ਗਰਾਊਂਡ ਤੇ ਵਰਕ ਕਰ ਰਹੀਆਂ ਹੁੰਦੀਆਂ ਨੇ, ਲੇਕਿਨ ਉਹਨਾਂ ਦੀ ਕੋਈ ਅਪਰੋਚ ਇਤਨੀ ਨਹੀਂ ਹੁੰਦੀ ਜਾਂ ਉਹਨਾਂ ਦੇ ਕੋਈ ਤਾਲੁਕਾਤ ਜਿਹੜੇ ਨੇ ਉਨੇ ਜ਼ਿਆਦਾ ਨਹੀਂ ਹੁੰਦੇ ਤੇ ਉਹਨਾਂ ਦਾ ਜਿਹੜਾ ਹੱਕ ਉਹ ਮਾਰਿਆ ਜਾਂਦਾ ਹੈ। ਸੋ ਸਾਡੀ ਬਜ਼ਾਤੇ ਖੁਦ ਜ਼ਰੀਆ ਤਨਜ਼ੀਮ ਜਿਹੜੀ ਹੈ, ਇਸ ਦੇ ਨਾਲ ਵੀ ਪਿਛਲੇ 2-3 ਸਾਲ ਤੋਂ ਇੱਕ ਐਸਾ ਹੀ ਜਿਹੜਾ ਉਹ ਸਿਲਸਿਲਾ ਚੱਲ ਰਿਹਾ ਕਿ ਬੇਸ਼ੱਕ ਇਹ ਤਨਜ਼ੀਮ ਤੇ ਰਜਿਸਟਰਡ ਹੈ ਔਰ ਅਸੀਂ ਪਿਛਲੇ 3 ਸਾਲ ਤੋਂ ਸਰਕਾਰ ਅੱਗੇ ਜਿਹੜਾ ਨਾ ਜੀ ਉਹ ਦਰਖਾਸਤ ਵੀ ਪੇਸ਼ ਕਰ ਰਹੇ ਹਾਂ ਆਪਣੀ ਪੂਰੀ ਤਹਿਰੀਰੀ ਔਰ ਤਸਵੀਰੀ ਦੋਨਾਂ ਸ਼ਕਲਾਂ 'ਚ। ਲੇਕਿਨ ਸਾਡੇ ਨਾਲ ਇਹ ਸਿਲਸਿਲਾ ਚੱਲ ਰਿਹਾ ਕਿ ਚੂੰਕਿ ਇਹ ਜਿਹੜੇ ਤਨਜ਼ੀਮਾਂ ਦੇ ਸੁਸਾਇਟੀਆਂ ਦੇ ਅਕਾਊਂਟ ਹੁੰਦੇ ਨੇ ਇਹ NGOs ਦੀ ਸ਼ਕਲ 'ਚ ਆ ਜਾਂਦੇ ਨੇ, ਲਿਹਾਜ਼ਾ ਜਿਹੜੇ ਸਾਡੇ ਪਾਕਿਸਤਾਨ ਦੇ ਅੰਦਰ ਬੈਂਕ ਨੇ ਉਹ ਅਕਾਊਂਟ ਨਹੀਂ ਖੋਲ ਰਹੇ ਤਨਜ਼ੀਮਾਂ ਦੇ ਜੀ। ਸੋ ਬੈਂਕ ਜਦ ਤੱਕ ਤੁਹਾਡਾ ਬੈਂਕ ਅਕਾਊਂਟ ਤਨਜ਼ੀਮ ਦਾ, ਚੂੰਕਿ ਤਨਜ਼ੀਮ ਦੇ ਨਾਮ ਤੇ ਅਕਾਊਂਟ ਹੁੰਦੇ ਨੇ, ਜਾਇੰਟ ਅਕਾਊਂਟ ਹੁੰਦਾ ਤਨਜ਼ੀਮ ਦੇ ਨਾਮ ਤੇ, ਜਦ ਤੱਕ ਤੁਹਾਡੀ ਤਨਜ਼ੀਮ ਦਾ ਅਕਾਊਂਟ ਨਹੀਂ ਹੋਏਗਾ ਤਬ ਤੱਕ ਤੁਹਾਨੂੰ ਜਿਹੜਾ ਉਹ ਸਰਕਾਰ ਵੱਲੋਂ ਮਿਲਣ ਵਾਲਾ ਫੰਡ ਜਿਹੜਾ ਉਹ ਤੁਸੀਂ ਇਸਤੇਮਾਲ ਨਹੀਂ ਕਰ ਸਕਦੇ। ਸੋ ਇਹ ਤੇ ਸਾਡਾ ਇੱਕ ਜ਼ਾਤੀ ਮਸਲਾ ਹੈ। ਅਲਬੱਤਾ ਅਗਰ ਤੁਸੀਂ ਠੀਕ ਤਰੀਕੇ ਨਾਲ ਸਰਕਾਰ ਦੇ ਨਾਲ ਜਿਹੜਾ ਉਹ ਚੱਲੋ ਔਰ ਸਰਕਾਰ ਦੇ ਜਿਹੜੇ ਤਕਾਜ਼ੇ ਨੇ ਜੋ ਐਪਲੀਕੇਸ਼ਨ ਦੇ ਨਾਲ ਚੀਜ਼ਾਂ ਮੰਗਦੇ ਨੇ ਉਹ ਪੂਰੀਆਂ ਕਰੋ ਤੇ ਯਕੀਨਨ ਫੰਡ ਤੇ ਮਿਲਦਾ ਹੈ। ਲੇਕਿਨ ਅਗਰ ਉਹ ਨਹੀਂ ਮਿਲ ਰਿਹਾ ਤੇ ਫਿਰ ਕੀ ਹੁੰਦਾ ਹੈ? ਫਿਰ ਯਕੀਨਨ ਜਿਸ ਤਰ੍ਹਾਂ ਕਿ ਬਾਕੀ ਸਾਰੇ ਮਿੱਤਰ ਦੱਸ ਰਹੇ ਨੇ, ਯਕੀਨਨ ਦਿਲਦਰੀਆ ਤਨਜ਼ੀਮ ਵੀ ਉਸੇ ਹੀ ਮਰਹਲੇ ਚੋਂ ਗੁਜ਼ਰ ਰਹੀ ਹੈ ਔਰ ਹਰ ਸਾਲ ਸਾਡਾ ਜਿਹੜਾ ਉਹ 4-5 ਲੱਖ ਰੁਪਏ ਦਾ ਜਿਹੜਾ ਬਜਟ ਹੁੰਦਾ ਹੈ ਉਹ ਸਾਰੇ ਦੋਸਤ ਮਿਲ ਕੇ ਹੀ, ਅਗਰ ਕਿਸੇ ਦੋਸਤ ਦਾ ਪ੍ਰੋਗਰਾਮ ਜਿਹੜਾ ਉਹ ਝਾਂਗੇ 'ਚ ਹੈ ਤੇ ਉੱਥੇ ਦੇ ਜਿਹੜੇ ਮੌਜੂਦ ਦੋਸਤ ਹੋਣਗੇ ਉਹ ਉੱਥੇ ਮਿਲ ਕੇ ਕੰਟਰੀਬਿਊਸ਼ਨ ਕਰਕੇ ਪ੍ਰੋਗਰਾਮ ਕਰ ਲੈਣਗੇ। ਅਗਲਾ ਪ੍ਰੋਗਰਾਮ ਅਗਰ ਲਾਹੌਰ ਦੇ ਅੰਦਰ ਹੈ ਜਾਂ ਗੁਜਰਾਤ ਦੇ ਅੰਦਰ ਹੈ, ਸ਼ੇਖੂਪੁਰਾ ਦੇ ਅੰਦਰ ਹੈ ਜਾਂ ਪੰਜਾਬ ਦੇ ਕਿਸੇ ਵੀ ਦੂਸਰੇ ਜ਼ਿਲ੍ਹੇ ਦੇ ਅੰਦਰ ਕੋਈ ਪ੍ਰੋਗਰਾਮ ਹੁੰਦਾ ਹੈ ਤੇ ਉੱਥੇ ਦੇ ਲੋਕਲ ਦੋਸਤ ਜਾਂ ਜਿਹੜੀ ਸਾਡੀ ਮਰਕਜ਼ੀ ਕਾਬੀਨਾ ਹੁੰਦੀ ਹੈ ਉਹ ਫਿਰ ਉਸ ਨੂੰ ਸੁਪਰਵਿਜ਼ਨ ਕਰਦੀ ਹੈ ਕਿ ਆਇਆ ਕਿਸੇ ਜਗ੍ਹਾ ਤੇ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਤੇ ਨਹੀਂ ਆ ਰਿਹਾ। ਅਗਰ ਐਸਾ ਹੋਵੇ ਤੇ ਫਿਰ ਜਿਹੜੇ ਅਸੀਂ ਮਰਕਜ਼ੀ ਕਾਬੀਨਾ ਦੇ ਲੋਕ ਆ ਉਹ ਇੱਕ ਮਾਕੂਲ ਫੰਡਿੰਗ ਕਰਕੇ ਤੇ ਉਸ ਜਗ੍ਹਾ ਦੀ ਉਹ ਥੋੜ ਜਿਹੜੀ ਆ ਉਸ ਨੂੰ ਪੂਰੀਆਂ ਕਰ ਲਿੱਤਾ ਜਾਂਦਾ ਹੈ। ਬਿਲਖਸੂਸ ਸਾਡਾ ਵਰੇਵਾਰ ਇੱਕ ਬਹੁਤ ਬੜਾ ਇਕੱਠ ਹੁੰਦਾ ਤਨਜ਼ੀਮ ਦਾ, ਜਿਸ ਦੇ ਅੰਦਰ ਅਸੀਂ ਪੰਜਾਬ ਦੇ ਅੰਦਰ ਛਪਣ ਵਾਲੀਆਂ ਹਰ ਸਾਲ ਦੀਆਂ ਪੰਜਾਬੀ ਕਿਤਾਬਾਂ ਨੂੰ ਜਿਹੜਾ ਉਹ ਅਵਾਰਡ ਪੇਸ਼ ਕਰਨੇ ਆ। ਇਸ ਦੇ ਨਾਲ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚੋਂ ਚੁਣੇ ਹੋਏ ਜਿਹੜੇ ਪੰਜਾਬੀ ਸੇਵਾਕਾਰ ਨੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ ਵਿੱਚ ਜਿਹੜਾ ਉਹ ਪੰਜਾਬੀ ਜ਼ੁਬਾਨ, ਅਦਬ ਜਾਂ ਸਕਾਫਤ ਦੀ ਸੇਵਾ ਕੀਤੀ ਹੁੰਦੀ ਹੈ, ਉਹਨਾਂ ਨੂੰ ਵੀ ਅਵਾਰਡ ਦੇ ਨਾਲ ਨਵਾਜ਼ਿਆ ਜਾਂਦਾ ਹੈ। ਇਸ ਦੇ ਨਾਲ ਜਿਹੜਾ ਉਹ ਅਸੀਂ ਪੰਜਾਬੀ ਮਜ਼ਮੂਨ ਨਿਗਾਰੀ ਮੁਕਾਬਲੇ ਜਿਹੜੇ ਨੇ ਯੂਨੀਵਰਸਿਟੀਆਂ ਦੇ, ਕਾਲਜਾਂ ਦੇ ਪੜ੍ਹਾਕੂ ਜਿਹੜੇ ਨੇ ਉਹਨਾਂ ਦੇ ਦਰਮਿਆਨ 'ਚ ਕਰਾਉਂਦੇ ਆ। ਫਿਰ ਜਿਹੜਾ ਉਹ ਪੰਜਾਬੀ ਤਕਰੀਰੀ ਮੁਕਾਬਲੇ ਜਿਹੜੇ ਨੇ ਉਹਨਾਂ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਸੋ ਦੀਗਰ ਐਕਟੀਵਿਟੀਜ਼ ਦੇ ਨਾਲ ਇਹ ਜਿਹੜੀਆਂ ਸਾਡੀਆਂ ਸਰਗਰਮੀਆਂ ਨੇ ਇਹਨਾਂ ਦੇ ਉੱਤੇ ਵੀ ਇੱਕ ਯਕੀਨਨ ਮਾਕੂਲ ਖਰਚਾ ਆਉਂਦਾ ਹੈ ਔਰ ਅਲਹਮਦੁਲਿਲਾ ਉਹ ਅਸੀਂ ਆਪਣੇ ਪਰਿਵਾਰ ਜਿਹੜੇ ਨੇ ਉਹਨਾਂ ਦੇ ਹਿੱਸੇ 'ਚੋਂ ਇੱਕ ਕੱਟ ਕਰਕੇ ਤੇ ਆਪਣੀ ਮਾਂ ਬੋਲੀ ਦੀ ਸੇਵਾ ਤੇ ਜਿਹੜਾ ਉਹ ਲਾ ਰਹੇ ਹਾਂ ਔਰ ਅਲਹਮਦੁਲਿਲਾ ਇਸ ਤੇ ਮੁਤਮਿਨ ਜੀ। ਜੀ ਅਲੀ ਜੀ, ਬਿਲਕੁਲ ਸਾਰੀਆਂ ਸੰਸਥਾਵਾਂ ਆਲਮੋਸਟ ਜਿਹੜਾ ਇੱਕੋ ਜਿਹੇ ਹੀ ਮਸਲਿਆਂ ਦੇ ਵਿੱਚੋਂ ਗੁਜ਼ਰਦੀਆਂ ਨੇ। ਹੁਣ ਗੱਲ ਇਹ ਹੈ ਕਿ ਸਵਾਲ ਤੇ ਮੇਰੇ ਕੋਲੇ ਹੋਰ ਬਹੁਤ ਸਾਰੇ ਨੇ ਤੇ ਆਨਲਾਈਨ ਸਵਾਲ ਵੀ ਸਾਨੂੰ ਕਾਫੀ ਸਾਰੇ ਆ ਗਏ ਨੇ, ਪਰ ਸਮੇਂ ਦੀ ਸਾਡੇ ਕੋਲੇ ਜਿਹੜੀ ਹੈਗੀ ਆ ਘਾਟ ਚੱਲ ਰਹੀ ਹੈ ਤੇ ਸਮੇਂ ਦੀ ਘਾਟ ਦੇ ਸਦਕਾ ਜਿਹੜਾ ਸਾਨੂੰ ਪ੍ਰੋਗਰਾਮ ਅਸੀਂ ਵਾਈਂਡ ਅਪ ਕਰਨ ਦੇ ਵੱਲ ਨੂੰ ਵੱਧ ਰਹੇ ਹਾਂ। ਤੇ ਪ੍ਰੋਗਰਾਮ ਖਤਮ ਕਰਨ ਤੋਂ ਪਹਿਲਾਂ ਮੇਰੀ ਇੱਕ ਗੁਜ਼ਾਰਿਸ਼ ਹੈ ਸਾਰਿਆਂ ਨੂੰ, ਕਿਉਂਕਿ ਸਾਰੇ ਜਿਹੜੇ ਹੈਗੇ ਨੇ ਇੱਥੇ ਲੇਖਕ ਨੇ ਤੇ ਆਪਣੀ ਆਪਣੀ ਇੱਕ ਰਚਨਾ ਜ਼ਰੂਰ ਸੁਣਾ ਜਾਣ ਸਾਨੂੰ, ਸਾਡੇ ਸਾਰੇ ਸਰੋਤਿਆਂ ਲਈ, ਤਾਂ ਕਿ ਜਿਹੜਾ ਹੈਗਾ ਅੰਤ ਦੇ ਵਿੱਚ ਇਹਨਾਂ ਸਾਰੇ ਉਲਝੇ ਹੋਏ ਸਵਾਲਾਂ ਦੇ ਵਿੱਚੋਂ ਮਾਹੌਲ ਨੂੰ ਅਸੀਂ ਹਲਕਾ ਕਰਕੇ ਜਾਈਏ। ਸਾਡੇ ਇੱਥੇ ਆਸਟ੍ਰੇਲੀਆ ਦੇ ਵਿੱਚ ਅਸੀਂ ਐਤਵਾਰ ਮਨਾ ਰਹੇ ਹਾਂ ਤੇ ਸ਼ਾਮ ਦਾ ਸਮਾਂ ਹੋ ਚੁੱਕਿਆ। ਸ਼ਾਮ ਦਾ, ਐਤਵਾਰ ਦਾ ਸ਼ਾਮ ਦਾ ਮਤਲਬ ਹੈ ਕਿ ਸਟ੍ਰੈਸ ਨਾਲ ਭਰਿਆ ਹੋਇਆ, ਕਿਉਂਕਿ ਕੱਲ ਨੂੰ ਸਾਰਿਆਂ ਨੇ ਕੰਮਾਂ ਤੇ ਜਾਣਾ ਹੈ, ਬੱਚਿਆਂ ਨੂੰ ਸਕੂਲਾਂ 'ਚ ਭੇਜਣਾ ਹੈ। ਇਸ ਲਈ ਇਹਨਾਂ ਸਾਰੇ ਸਵਾਲਾਂ ਦੇ ਜਿਹੜੇ ਜੋ ਬਾਕੀ ਬਚੇ ਨੇ, ਜਿਨ੍ਹਾਂ ਨੇ ਵੀ ਸਾਨੂੰ ਸਵਾਲ ਆਨਲਾਈਨ ਵੀ ਭੇਜੇ ਨੇ, ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਅਗਲੇ ਭਾਗ ਦੇ ਵਿੱਚ ਹੋਰ ਮਹਿਮਾਨਾਂ ਨਾਲ ਜੁੜ ਕੇ ਜਿਹੜਾ ਹੈਗਾ ਅਸੀਂ
ਇਹਨਾਂ ਮਸਲਿਆਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕਰੀਏ, ਇਹਨਾਂ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰੀਏ। ਤੇ ਹੁਣ ਜਿਹੜਾ ਹੈਗਾ ਮੈਂ ਗੁਜ਼ਾਰਿਸ਼ ਕਰਾਂਗੀ ਅਲੀ ਜੀ ਤੋਂ ਸ਼ੁਰੂ ਕਰਾਂਗੇ ਕਿ ਅਲੀ ਜੀ ਆਪਣੀ ਕੋਈ ਰਚਨਾ ਸਾਡੇ ਨਾਲ ਜ਼ਰੂਰ ਸਾਂਝੀ ਕਰਕੇ ਜਾਓ ਜੀ ਜਾਂਦੇ ਜਾਂਦੇ। ਜੀ ਬਿਲਕੁਲ, ਕਿਉਂ ਨਹੀਂ ਜੀ। ਕਿਸੇ ਵੀ ਸ਼ਾਇਰ ਵਾਸਤੇ ਇਹ ਇੱਕ ਬੜਾ ਖੂਬਸੂਰਤ ਮੌਕਾ ਹੁੰਦਾ ਕਿ ਉਸ ਨੂੰ ਮੌਕਾ ਮਿਲੇ ਕਿਧਰੇ ਵੀ ਸ਼ਾਇਰੀ ਸੁਣਾਉਣ ਦਾ। ਬਲਕਿ ਸ਼ਾਇਰ ਤੇ ਇਹਨਾਂ ਦੇ ਬੜੇ ਲਤੀਫੇ ਬਣੇ ਹੋਏ ਨੇ ਕਿ ਜੀ ਆਪਣੀ ਸ਼ਾਇਰੀ ਜ਼ਰੂਰ ਸੁਣਾਉਂਦੇ ਨੇ ਜੀ। ਤੇ ਜੀ ਕਿ ਜਿਸ ਤਰ੍ਹਾਂ ਰਾਤ ਗੁਜ਼ਾਰਨ ਦੀਵੇ ਬਾਬਾ ਜੀ, ਜਿਸ ਤਰ੍ਹਾਂ ਰਾਤ ਗੁਜ਼ਾਰਨ ਦੀਵੇ ਬਾਬਾ ਜੀ, ਜਗ ਤੇ ਸ਼ਾਇਰ ਇਸ ਤਰ੍ਹਾਂ ਜੀਵੇ ਬਾਬਾ ਜੀ। ਵਾਹ। ਜਿਸ ਤਰ੍ਹਾਂ ਰਾਤ ਗੁਜ਼ਾਰਨ ਦੀਵੇ ਬਾਬਾ ਜੀ, ਜਗ ਤੇ ਸ਼ਾਇਰ ਇਸ ਤਰ੍ਹਾਂ ਜੀਵੇ ਬਾਬਾ ਜੀ। ਸਾਰੇ ਰੰਗ ਹੀ ਉਧੜੇ ਫੁੱਲ ਦੇ ਜੁੱਸੇ ਤੋਂ, ਵਾਹ। ਸਾਰੇ ਰੰਗ ਉਧੜੇ ਫੁੱਲ ਦੇ ਜੁੱਸੇ ਤੋਂ, ਰੰਗਾਂ ਨੂੰ ਹੁਣ ਕਿਹੜਾ ਸੀਵੇ ਬਾਬਾ ਜੀ। ਵਾਹ 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 ਵਾਹ। ਸਾਰੇ ਰੰਗ ਹੀ ਉਧੜੇ ਫੁੱਲ ਦੇ ਜੁੱਸੇ ਤੋਂ, ਰੰਗਾਂ ਨੂੰ ਹੁਣ ਕਿਹੜਾ ਸੀਵੇ ਬਾਬਾ ਜੀ। ਔਰ ਸ਼ੇਰ ਹੈ ਕਿ ਕੰਨਾਂ ਅੱਗੇ ਜ਼ਰ ਦੇ ਚੱਪੇ ਚੜ ਗਏ ਨੇ, ਕੰਨਾਂ ਅੱਗੇ ਜ਼ਰ ਦੇ ਚੱਪੇ ਚੜ ਗਏ ਨੇ, ਮਾਤੜ ਦੀ ਕਿੰਜ ਆਵਾਜ਼ ਸੁਣੀਵੇ ਬਾਬਾ ਜੀ। ਵਾਹ 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 ਅਲੀ ਸਾਹਿਬ। ਅੱਗੇ ਜ਼ਰ ਦੇ ਚੱਪੇ ਚੜ ਗਏ ਨੇ, ਮਾਤੜ ਦੀ ਕਿੰਜ ਆਵਾਜ਼ ਸੁਣੀਵੇ ਬਾਬਾ ਜੀ। ਔਰ ਸ਼ੇਰ ਹੈ ਕਿ ਕਿੰਜ ਦੇ ਹਾਲ ਚ ਮੌਕਾ ਮਿਲਿਆ ਬੋਲਣ ਦਾ, ਕਿੰਜ ਦੇ ਹਾਲ ਚ ਮੌਕਾ ਮਿਲਿਆ ਬੋਲਣ ਦਾ, ਗੱਲਾਂ ਕਰਿਆਂ ਜਿਬ ਛਲੀਵੇ ਬਾਬਾ ਜੀ। ਵਾਹ 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 ਵਾਹ। ਕਿਆ ਬਾਤ। ਕਿੰਜ ਦੇ ਹਾਲ ਚ ਮੌਕਾ ਮਿਲਿਆ ਬੋਲਣ ਦਾ, ਗੱਲਾਂ ਕਰਿਆਂ ਜਿਬ ਛਲੀਵੇ ਬਾਬਾ ਜੀ। ਬਾਬਾ ਜੀ ਵਾਹ ਜੀ। ਬਹੁਤ ਸ਼ੁਕਰੀਆ। ਔਰ ਦੱਸੋ ਉਹਦਾ ਕਤਲ ਕਿਹਦੇ ਸਿਰ ਜਾਵੇਗਾ, ਦੱਸੋ ਉਹਦਾ ਕਤਲ ਕਿਹਦੇ ਸਿਰ ਜਾਵੇਗਾ, ਜਿਹੜਾ ਭੁੱਖ ਦੇ ਨਾਲ ਮਰੀਵੇ ਬਾਬਾ ਜੀ। ਵਾਹ 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 ਵਾਹ। ਦੱਸੋ ਉਹਦਾ ਕਤਲ ਕਿਹਦੇ ਸਿਰ ਜਾਵੇਗਾ, ਜਿਹੜਾ ਭੁੱਖ ਦੇ ਨਾਲ ਮਰੀਵੇ ਬਾਬਾ ਜੀ। ਔਰ ਸ਼ੇਰ ਹੈ ਕਿ ਤਾਂ ਪੂਣੀ ਦੀ ਹਿੱਕ ਚੋਂ ਧਾਗਾ ਫੁੱਟਦਾ ਏ। ਆਪਣੀਆਂ ਸਵਾਣੀਆਂ ਦੇ ਨਾਂ ਸ਼ੇਰ ਕੇ ਤਾਂ ਪੂਣੀ ਦੀ ਹਿੱਕ ਚੋਂ ਧਾਗਾ ਫੁੱਟਦਾ ਏ, ਜੇਕਰ ਤਕਲੇ ਨਾਲ ਵਲੀਵੇ ਬਾਬਾ ਜੀ। ਵਾਹ 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 ਵਾਹ। ਤਾਂ ਪੂਣੀ ਦੀ ਹਿੱਕ ਚੋਂ ਧਾਗਾ ਫੁੱਟਦਾ ਏ, ਜੇਕਰ ਤਕਲੇ ਨਾਲ ਵਲੀਵੇ ਬਾਬਾ ਜੀ। ਔਰ ਮਕਤਾ ਪੇਸ਼ੇ ਖਿਦਮਤ ਹੈ ਕਿ ਇੰਨੀ ਤਸੇ ਅਥਰੂ ਆਪਣੀ ਅੱਖੀਆਂ ਦੇ, ਇੰਨੀ ਤਸੇ ਅਥਰੂ ਆਪਣੀ ਅੱਖੀਆਂ ਦੇ, ਅਹਿਮਦ ਅੰਦਰੋਂ ਅੰਦਰੀ ਪੀਵੇ ਬਾਬਾ ਜੀ। ਵਾਹ 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 ਵਾਹ। ਔਰ ਮੈਂ ਚੂੰਕਿ ਸਿਰ ਤੇ ਪੱਗ ਬੰਨੀ ਹੋਈ ਹੈ ਤੇ ਪੱਗ ਦੇ ਨਾਂ ਤੇ ਦੋ ਸ਼ੇਰ ਆਖਰੀ ਸੁਣ ਲਵੋ ਕਿ ਅਨਖੀ ਚਾਦਰ ਛਿਰਦੀ ਪਈ ਏ, ਦੁਨੀਆ ਗੱਲੋਂ ਫਿਰਦੀ ਪਈ ਏ। ਅਨਖੀ ਚਾਦਰ ਛਿਰਦੀ ਪਈ ਏ, ਦੁਨੀਆ ਗੱਲੋਂ ਫਿਰਦੀ ਪਈ ਏ। ਮੇਰਾ ਟੱਬਰ ਪੱਗ ਤੇ ਮੋਇਆ, ਤੈਨੂੰ ਝਲਿਆ ਸਿਰ ਦੀ ਪਈ ਏ। ਮੇਰਾ ਟੱਬਰ ਪੱਗ ਤੇ ਮੋਇਆ, ਤੈਨੂੰ ਝਲਿਆ ਸਿਰ ਦੀ ਪਈ ਏ। ਕੀ ਪੁੱਛਣਾ ਜੀਵਨ ਦਾ, ਕੀ ਪੁੱਛਣਾ ਮੁੱਠ ਚ ਰੇਤ ਤੇ ਕਿਰਦੀ ਪਈ ਏ। ਬਹੁਤ ਸ਼ੁਕਰੀਆ ਜੀ। ਬਹੁਤ ਵਧੀਆ ਅਲੀ, ਬਹੁਤ ਵਧੀਆ ਅਲੀ ਸਾਹਿਬ, ਬਹੁਤ ਵਧੀਆ। ਕਿਆ ਬਾਤ, ਬਹੁਤ ਵਧੀਆ ਜੀ ਜੀ। ਬਲਿਹਾਰ ਜੀ, ਬਲਿਹਾਰ ਲਹਿਲ ਜੀ ਕੋਲ ਚਲਦੇ ਆ ਆਪਾਂ, ਸਿਆਟਲ, ਉਹਨਾਂ ਤੋਂ ਵੀ ਸੁਣਦੇ ਆ ਆਪਾਂ ਕੁਛ। ਆ ਜਾਓ ਜੀ ਆਇਆਂ ਨੂੰ। ਸਿਆਟਲ ਥੋੜੀ ਠੰਡ ਹੈ ਇੱਥੇ। ਚਲੋ ਕੋਈ ਗੱਲ ਨਹੀਂ ਜੀ, ਅਸੀਂ ਤਾਂ ਹੁਣ ਜਿੰਨੀ ਮਰਜ਼ੀ ਠੰਡ ਹੋਵੇ, ਜਿਵੇਂ ਲੇਡੀਜ਼ ਵਿਆਹ ਦੇ ਵਿੱਚ ਚੁੰਨੀਆਂ ਹੀ ਲੈ ਕੇ ਜਾਂਦੀਆਂ ਨਾ, ਅਸੀਂ ਹੁਣ ਕੋਟੀਆਂ ਨਹੀਂ ਪਾਉਣੀਆਂ। ਆ ਹੀ ਗਏ ਸਿਆਟਲ। ਹਾਂ ਜੀ, ਗਰਮ ਸ਼ਾਇਰੀ ਸੁਣਾਓ ਜੀ ਠੰਡ ਚ। ਮੈਂ ਮਿੰਨੀ ਕਹਾਣੀ ਸੁਣਾਉਣਾ। ਮੈਂ ਥੋੜਾ ਮਾਹੌਲ ਨੂੰ ਬਦਲ ਦਈਏ। ਬਿਲਕੁਲ। ਕਹਾਣੀ ਦਾ ਹੈਡਿੰਗ ਹੈ ਜੀ, ਆ ਗਈ ਆ ਗਈ।
ਭੈਣ ਜੀ, ਕੱਲ ਨੂੰ ਕਰਵਾ ਚੌਥ ਦਾ ਵਰਤ ਹੈ, ਤੁਸੀਂ ਰੱਖਣਾ? ਸਰਿਤਾ ਨੇ ਸਾਡੇ ਘਰ ਅੰਦਰ ਵੜਦਿਆਂ ਹੀ ਮੇਰੇ ਘਰ ਵਾਲੀ ਨੂੰ ਸਵਾਲ ਕੀਤਾ। ਭੈਣੇ, ਜੀ ਤਾਂ ਮੇਰਾ ਵੀ ਕਰਦਾ, ਪਰ ਸਾਡੇ ਘਰ ਵਿੱਚ ਕਦੇ ਕਿਸੇ ਨੇ ਕਰਵਾ ਚੌਥ ਦਾ ਵਰਤ ਨਹੀਂ ਰੱਖਿਆ ਅਤੇ ਨਾ ਹੀ ਮੈਨੂੰ ਇਹਦੇ ਬਾਰੇ ਕੁਝ ਪਤਾ ਹੈ। ਮੇਰੀ ਘਰ ਵਾਲੀ ਨੇ ਸਰਿਤਾ ਨੂੰ ਸੋਫੇ ਤੇ ਬੈਠਣ ਦਾ ਇਸ਼ਾਰਾ ਕਰਦਿਆਂ ਆਪਣੇ ਦਿਲ ਦੀ ਗੱਲ ਦੱਸੀ। ਸਾਡੇ ਇਹ ਗੁਆਂਢੀ ਭਾਵੇਂ ਨਵੇਂ ਹੀ ਆਏ ਹਨ, ਪਰ ਸਾਡੇ ਨਾਲ ਜਲਦੀ ਹੀ ਭੈਣਾਂ ਭਰਾਵਾਂ ਵਾਂਗ ਘੁਲ ਮਿਲ ਗਏ ਹਨ। ਲੈ, ਇਹ ਕਿਹੜੀ ਗੱਲ ਹੈ? ਅਸੀਂ ਸ਼ਾਮ ਨੂੰ ਸਟੋਰ ਜਾਣਾ ਸਾਰੀ ਸਮੱਗਰੀ ਲੈਣ, ਤੂੰ ਵੀ ਸਾਡੇ ਨਾਲ ਹੀ ਚੱਲ। ਸਰਿਤਾ ਨੇ ਮੇਰੀ ਘਰ ਵਾਲੀ ਨੂੰ ਨਾਲ ਜਾਣ ਲਈ ਮਨਾ ਲਿਆ। ਲਓ ਜੀ, ਫੇਰ ਕੀ ਸੀ? ਕਰਵਾ ਚੌਥ ਵਾਲੇ ਦਿਨ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਅੱਧਾ ਕੁ ਕਿਲੋ ਸੇਬ ਤੇ ਹੋਰ ਨਿੱਕ ਸੁੱਕ ਖਾ ਕੇ ਵਰਤ ਸ਼ੁਰੂ ਹੋ ਗਿਆ। ਦੁਪਹਿਰ ਤੱਕ ਮੇਰੀ ਘਰ ਵਾਲੀ ਡੈਂਟਿੰਗ ਪੇਂਟਿੰਗ ਕਰਵਾ ਕੇ ਨਵੀਂ ਵਿਆਹੀ ਵਹੁਟੀ ਵਾਂਗ ਸਜ ਗਈ। ਲਾਲ ਸੂਹਾ ਸੂਟ, ਕੂਲੇ ਹੱਥਾਂ ਉੱਤੇ ਸੂਹੀ ਮਹਿੰਦੀ, ਲਾਲ ਚੂੜੀਆਂ, ਪੈਰੀ ਚਾਂਦੀ ਦੀਆਂ ਝਾਂਜਰਾਂ, ਜਿੱਧਰ ਜਾਵੇ ਛਣ ਛਣ ਕਰਦੀ ਜਾਵੇ। ਲਾਲ ਸੇਬ ਵਰਗਾ ਚਿਹਰਾ, ਪਤਾ ਨਹੀਂ ਜ਼ਿਆਦਾ ਸੇਬ ਖਾਣ ਕਰਕੇ ਲਾਲ ਹੋਇਆ ਜਾਂ ਰੰਗ ਰੋਗਨ ਕਰਕੇ ਲਾਲ ਕੀਤਾ ਹੋਇਆ। ਮੈਨੂੰ ਪਤਾ ਹੈ ਕਿ ਵਰਤ ਰੱਖਣ ਨਾਲ ਕਿਸੇ ਦੀ ਉਮਰ ਨਹੀਂ ਵੱਧਦੀ ਅਤੇ ਨਾ ਹੀ ਕੋਈ ਦੇਵੀ ਦੇਵਤਾ ਖੁਸ਼ ਹੁੰਦਾ ਹੈ। ਹਾਂ, 2 ਦੇਵਤੇ ਜ਼ਰੂਰ ਖੁਸ਼ ਹੋ ਗਏ। ਵਹੁਟੀ ਵਾਂਗ ਸੱਜ ਕੇ ਪਤਨੀ ਦੇਵੀ ਅਤੇ ਉਸ ਨੂੰ ਇਸ ਰੂਪ ਵਿੱਚ ਵੇਖ ਕੇ ਮੈਂ, ਜਾਣੀ ਪਤੀ ਦੇਵਤਾ। ਮੇਰੀ ਇਹ ਨਵੀਂ ਵਿਆਹੀ ਵਹੁਟੀ ਵਾਲੀ ਫੀਲਿੰਗ ਪੂਰੇ ਜੋਬਨ ਤੇ ਸੀ ਕਿ ਅਚਾਨਕ ਖੱਦਰ ਵਰਗੀ ਜੀਨ ਦੇ ਕੱਪੜੇ ਪਾਈ, ਹੱਥ ਵਿੱਚ ਪੁਰਾਣਾ ਜਿਹਾ ਟਿਫਨ ਫੜੀ, ਫੈਕਟਰੀ ਵਿੱਚ ਕੰਮ ਤੇ ਜਾਣ ਲਈ ਤਿਆਰ ਮੇਰੀ ਘਰ ਵਾਲੀ ਨੇ ਅਟਣਾ ਵਾਲੇ ਸਖਤ ਹੱਥਾਂ ਨਾਲ ਮੈਨੂੰ ਬੜੀ ਹੀ ਬੇਰਹਿਮੀ ਨਾਲ ਝੰਜੋੜ ਕੇ ਜਗਾ ਦਿੱਤਾ ਅਤੇ ਜਲਦੀ ਤਿਆਰ ਹੋ ਕੇ ਕੰਮ ਤੇ ਜਾਣ ਦੀ ਤਾਕੀਦ ਕਰਦੀ ਹੋਈ ਆ ਗਈ। ਵਾਹ ਵਾਹ, ਬਲਿਹਾਰ ਜੀ, ਕਿਆ ਬਾਤ! ਤੁਸੀਂ ਤਾਂ ਸਾਡੇ ਵਾਲੇ ਦਿਲਾਂ ਦੀਆਂ। ਮੈਂ ਬ੍ਰਾਹਮਣ ਪਰਿਵਾਰ ਦੇ ਵਿੱਚੋਂ ਆ ਤੇ ਸਾਡੇ ਅਕਸਰ ਮਾਵਾਂ ਵਰਤ ਰੱਖਦੀਆਂ ਨੇ। ਤੇ ਜਦੋਂ ਮੈਂ ਆਸਟ੍ਰੇਲੀਆ ਆਈ, ਮੈਂ ਕਦੇ ਨਹੀਂ ਰੱਖਿਆ ਸੀ ਵਰਤ। ਮੈਂ ਆਸਟ੍ਰੇਲੀਆ ਆਈ ਤੇ ਮੇਰਾ ਮੇਰੇ ਖਿਆਲ ਦੂਜਾ ਵਰਤ ਸੀਗਾ। ਤੇ ਮੈਂ ਸੁਬਾਹ ਉੱਠ ਕੇ ਆਪਦੇ ਘਰ ਵਾਲੇ ਨੂੰ ਪੁੱਛਿਆ ਵੀ ਹੁਣ ਜਾਂ ਤਾਂ ਡਾਲਰ ਤੇ ਜਾਂ ਵਰਤ, ਇੱਕ ਚੀਜ਼ ਚੁਣ ਲਓ। ਤੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਪ੍ਰਦੇਸ਼ਾਂ ਦੇ ਵਿੱਚ ਬੰਦਾ ਡਾਲਰ ਹੀ ਚੁਣਦਾ। ਬਿਲਕੁਲ। ਸ਼ੁਕਰ ਹੈ ਕਿਤੇ ਇਹ ਨਹੀਂ ਕੀਤਾ ਕਿ ਵਰਤ ਰੱਖ ਕੇ ਉਹਨੂੰ ਕਹਿਤਾ ਕਿ ਮੈਨੂੰ ਸੋਨੇ ਦਾ ਹਾਰ ਲਿਆ ਕੇ ਦੇ, ਕਿ ਲੱਗੀ ਵਰਤ ਤੋੜਨ। ਨਹੀਂ ਇਹ ਹੁਣ ਵਰਤ ਵਾਲੇ ਦਿਨ ਅਸੀਂ ਨਵੀਂ ਰੀਤ ਪਾਈ ਹੋਈ ਹੈ ਕਿ ਵਰਤ ਵਾਲੇ ਦਿਨ ਅਸੀਂ ਬਾਹਰ ਖਾਣਾ ਪੀਣਾ ਖਾ ਕੇ ਆਉਣੇ ਆ ਦੁਪਹਿਰ ਦਾ, ਜੇ ਵੀਕਐਂਡ ਹੁੰਦਾ, ਤੇ ਨਹੀਂ ਜੇ ਕੰਮਾਂ ਤੋਂ ਆਉਣੇ ਤਾਂ ਰਾਤ ਦਾ ਡਿਨਰ ਅਸੀਂ ਬਾਹਰ ਕਰਕੇ ਆਉਣੇ ਆ। ਫਿਰ ਸਾਰੇ ਉਸ ਨੂੰ ਅਸੀਂ ਇਸ ਤਰ੍ਹਾਂ ਸੈਲੀਬ੍ਰੇਟ ਕਰਦੇ ਹਾਂ ਖਾ ਪੀ ਕੇ। ਮਾਡਰਨ ਵਰਤ। ਜੀ ਬਿਲਕੁਲ। ਆਪਾਂ ਪਹੁੰਚਦੇ ਹਾਂ ਜੀ ਕੁਲਜੀਤ ਕੌਰ ਗਜ਼ਲ ਜੀ ਕੋਲ ਤੇ ਉਹਨਾਂ ਦੀ ਕੋਈ ਖੂਬਸੂਰਤ ਗਜ਼ਲ ਸੁਣਦੇ ਆ। ਗਜ਼ਲ, ਕਿਉਂਕਿ ਸਮਾਂ ਬਹੁਤ ਹੋ ਗਿਆ ਆਲਰੇਡੀ, ਮੈਂ 3 ਸ਼ੇਅਰ ਕਹਾਂਗੀ ਜਲਦੀ ਜੀ। ਇਰਸ਼ਾਦ। ਜੇ ਦੁਨੀਆ ਸਾਥ ਛੱਡ ਜਾਵੇ ਤਾਂ ਮੈਨੂੰ ਯਾਦ ਕਰ ਲੈਣਾ। ਜੇ ਦੁਨੀਆ ਸਾਥ ਛੱਡ ਜਾਵੇ ਤਾਂ ਮੈਨੂੰ ਯਾਦ ਕਰ ਲੈਣਾ। ਇਕੱਲਾ ਪਣ ਜੇ ਵੱਢ ਖਾਵੇ ਤਾਂ ਮੈਨੂੰ ਯਾਦ ਕਰ ਲੈਣਾ। ਵਾਹ 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 ਵਾਹ। ਤੇਰੇ ਆਲੇ ਦੁਆਲੇ ਰਿਸ਼ਤਿਆਂ ਦੀ ਭੀੜ ਹੈ ਫਿਰ ਵੀ। ਤੇਰੇ ਆਲੇ ਦੁਆਲੇ ਰਿਸ਼ਤਿਆਂ ਦੀ ਭੀੜ ਹੈ ਫਿਰ ਵੀ। ਕੋਈ ਵੀ ਸਾਥ ਨਾ ਭਾਵੇ ਤਾਂ ਮੈਨੂੰ ਯਾਦ ਕਰ ਲੈਣਾ। ਵਾਹ ਜੀ ਵਾਹ। ਬਹੁਤ ਅੱਛੇ, ਬਹੁਤ। ਥੈਂਕ ਯੂ। ਰਹੋ ਹੱਸਦੇ ਖੁਸ਼ੀ ਵਸਦੇ, ਇਹੋ ਦਿਲ ਦੀ ਦੁਆ ਮੇਰੀ। ਰਹੋ ਹੱਸਦੇ ਖੁਸ਼ੀ ਵਸਦੇ, ਇਹੋ ਦਿਲ ਦੀ ਦੁਆ ਮੇਰੀ। ਖੁਸ਼ੀ ਅੱਖਾਂ ਚੁਰਾ ਜਾਵੇ ਤਾਂ ਮੈਨੂੰ ਯਾਦ ਕਰ ਲੈਣਾ। ਵਾਹ ਜੀ ਵਾਹ। ਸਾਥ ਛੱਡ ਜਾਵੇ ਤਾਂ ਮੈਨੂੰ ਯਾਦ ਕਰ ਲੈਣਾ। ਸ਼ੁਕਰੀਆ। ਵਾਹ ਜੀ ਵਾਹ। ਬਹੁਤ ਵਧੀਆ, ਬਹੁਤ ਵਧੀਆ। ਤੇ ਆਪਾਂ ਪਹੁੰਚਦੇ ਹਾਂ ਜੀ ਹੁਣ ਰਾਜਨ ਕੋਲ। ਸ਼ੈਲਿੰਦਰਜੀਤ ਜੀ, ਜੇ ਤੁਸੀਂ ਸਾਡੀ ਆਵਾਜ਼ ਸੁਣ ਰਹੇ ਹੋ ਤੇ ਤੁਸੀਂ ਵੀ ਪਲੀਜ਼ ਕੁਝ ਸਾਨੂੰ ਸੁਣਾਓ। ਮਧੂ ਜੀ ਇੱਕ ਪਿਕਚਰ ਲੈ। ਹਾਂਜੀ, ਮੈਂ ਇੱਕ ਕਰੋਨਾ ਦੇ ਉੱਪਰ ਲਿਖੀਆਂ ਸੀ ਹੇਠ ਉੱਪਰ ਕੁਝ ਰਚਨਾਵਾਂ। ਬੜਾ ਚੋਰ ਚੱਲਦਾ ਰਿਹਾ। ਇੱਕ ਹਾਸੇ ਠੱਠੇ ਵਾਲੀ ਹੈ ਰਚਨਾ ਥੋੜੀ ਜੀ।
ਜੀ ਕਿ ਆਪਣੇ ਘਰ ਵਿੱਚ ਬਹਿ ਕੇ ਤੀਰ ਚਲਾਉਂਦੇ ਹਾਂ। ਆ ਰਹੀ ਆਵਾਜ਼ ਜੀ? ਹਾਂਜੀ ਹਾਂਜੀ ਜੀ ਜੀ ਆਵਾਜ਼ ਆ ਰਹੀ ਬਿਲਕੁਲ। ਤੀਰ ਹਾਂਜੀ ਆ ਰਹੀ ਚਲਾਉਂਦੇ ਹੈ ਜੀ, ਹਾਂ। ਆ ਰਹੀ ਆਪਣੇ ਹੈ। ਘਰ ਵਿੱਚ, ਹਾਂ, ਆਪਣੇ ਘਰ ਵਿੱਚ ਬਹਿ ਕੇ ਤੀਰ ਚਲਾਉਂਦੇ ਹਾਂ। ਬਾਹਰ ਕਰੋਨਾ, ਅੰਦਰ ਪਏ ਘਬਰਾਉਂਦੇ ਹਾਂ। ਵਾਹ 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 ਆਹ, ਵਾਹ ਵਾਹ ਆਪਣੇ ਵਾਹ, ਘਰ ਵਾਹ, ਵਿੱਚ ਬਹਿ ਵਾਹ। ਕੇ ਤੀਰ ਚਲਾਉਂਦੇ ਹਾਂ। ਬਾਹਰ ਬਾਹਰ ਕਰੋਨਾ। ਕਰੋਨਾ, ਅੰਦਰ ਪਏ ਘਬਰਾਉਂਦੇ ਹਾਂ। ਤੁਸੀਂ ਇਹ ਦੇਖਣਾ ਕਿ ਚੰਗੀ ਲੱਗਦੀ ਢੇਰ ਰਸੋਈ ਆਪਣੀ ਹੁਣ। ਵਾਹ ਚੰਗੀ ਲੱਗਦੀ ਢੇਰ ਰਸੋਈ ਆਪਣੀ ਹੁਣ। ਪਤਨੀ ਨਾਲ ਵੀ ਥੋੜਾ ਹੱਥ ਵਟਾਉਂਦੇ ਹਾਂ। ਵਾਹ ਜੀ ਵਾਹ ਪਤਨੀ ਨਾਲ ਵੀ ਥੋੜਾ ਹੱਥ ਵਟਾਉਂਦੇ ਹਾਂ। ਚੰਗੀ ਗੱਲ ਹੈ ਜੀ। ਫਿਰ ਹੈ ਕਿ ਸਾਡੀ ਖਾਤਰ ਦਾਲ ਉਹ ਫੁਲਕਾ ਲਾ ਦਿੰਦੀ। ਵਾਹ ਸਾਡੀ ਵਾਹ। ਖਾਤਰ ਦਾਲ ਉਹ ਫੁਲਕਾ ਲਾ ਦਿੰਦੀ। ਆਪਾਂ ਉਸ ਲਈ ਚਾਹ ਦਾ ਕੱਪ ਬਣਾਉਂਦੇ ਹਾਂ। ਪੜਾਉਂਦੇ ਆ। ਵਾਹ ਜੀ ਵਾਹ ਕਿਆ ਵਾਹ ਬਾਤ ਹੈ। ਆਪਾਂ ਉਸ ਲਈ ਚਾਹ ਦਾ ਕੱਪ ਬਣਾਉਂਦੇ ਹਾਂ। ਕਿ ਸਿਰ ਖੁਰਕਣ ਦਾ ਵੇਲ ਨਾ ਮਿਲਦਾ ਹੁਣ ਭਾਊ। ਸਿਰ ਖੁਰਕਣ ਦਾ ਵੇਲ ਨਾ ਮਿਲਦਾ। ਕਿ ਵਿਹਲੇ ਬਹਿ ਕੇ ਮੱਖੀਆਂ ਮਾਰ ਮਕਾਉਂਦੇ ਹਾਂ। ਵਾਹ ਵਿਹਲੇ ਬਹਿ ਕੇ ਮੱਖੀਆਂ ਮਾਰ ਮਕਾਉਂਦੇ ਹਾਂ। ਕਿ ਕਿੰਜ ਨਿਭਾਈਏ ਰਿਸ਼ਤੇ ਸਮਝ ਨਾ ਆਉਂਦੀ ਏ। ਕਿੰਜ ਨਿਭਾਈਏ ਰਿਸ਼ਤੇ ਸਮਝ ਨਾ ਆਉਂਦੀ ਏ। ਤੇ ਅੱਡੋ ਅੱਡੀ ਮੰਜੇ ਡਾਹ ਕੇ ਸੌਂਦੇ ਹਾਂ। ਅੱਡੋ ਅੱਡੀ ਮੰਜੇ ਡਾਹ ਕੇ ਸੌਂਦੇ ਹਾਂ। ਸੋ ਦੇਖਿਓ ਕਿ ਪੋਟੇ ਹੱਥਾਂ ਦੇ ਘਸ ਕੇ ਛੋਟੇ ਹੋ ਗਏ ਨੇ। ਪੋਟੇ ਹੱਥਾਂ ਦੇ ਘਸ ਕੇ ਛੋਟੇ ਹੋ ਗਏ ਨੇ। ਕਿ ਵਾਰ-ਵਾਰ ਹੀ ਸਾਬਣ ਯਾਰ ਘਸਾਉਂਦੇ ਹਾਂ। ਕਿਆ ਬਾਤ ਹੈ। ਵਾਰ-ਵਾਰ ਜੋ ਸਾਬਣ ਯਾਰ ਘਸਾਉਂਦੇ ਹਾਂ। ਕਿ ਸਾਹਿਤ ਸਭਾ ਨਾ ਕਵੀਆਂ ਦੀ ਕੋਈ ਝਲਕ ਦਿਸੀ। ਇਹ ਜਿਹੜੀ ਤਰਾਸਦੀ ਆਈ ਕਿਉਂਕਿ ਅਸੀਂ ਹਰ ਹਫ਼ਤੇ ਇਕੱਠੇ ਹੁੰਦੇ ਸਾਂ ਤੇ 6 ਮਹੀਨੇ ਲਗਾਤਾਰ ਇੱਕ ਦੂਜੇ ਦਰਸ਼ਨ ਕੀਤੇ। ਚਲੋ ਹੁਣ ਤੇ ਆਨਲਾਈਨ ਸ਼ੁਰੂ ਹੋਇਆ। ਤੋ ਲਿਖਿਆ ਕਿ ਸਾਹਿਤ ਸਭਾ ਨਾ ਕਵੀਆਂ ਦੀ ਕੋਈ ਝਲਕ ਦਿਸੇ। ਰਾਜਨ ਹੁਣ ਤਾਂ ਖੁਦ ਨਾਲ ਸੰਵਾਦ ਰਚਾਉਂਦੇ ਹਾਂ। ਰਾਜਨ ਹੁਣ ਤਾਂ ਖੁਦ ਨਾਲ ਸੰਵਾਦ ਰਚਾਉਂਦੇ ਹਾਂ। ਧੰਨਵਾਦ। ਬਹੁਤ ਵਧੀਆ ਜੀ, ਬਹੁਤ ਵਧੀਆ। ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਬਹੁਤ ਸੋਹਣੀਆਂ ਰਚਨਾਵਾਂ ਨਾਲ ਜਿਹੜਾ ਹੈਗਾ ਪ੍ਰੋਗਰਾਮ ਦਾ ਅੰਤ ਹੋ ਰਿਹਾ ਹੈ। ਭਾਰੀ ਭਰਕਮ ਸਵਾਲ ਤੇ ਬਹੁਤ ਸਾਰੇ ਸਵਾਲਾਂ ਦੇ ਅਣਸੁਲਝੇ ਜਿਹੇ ਜਵਾਬ ਤੇ ਉਹਨਾਂ ਤੋਂ ਬਾਅਦ ਜਿਹੜੀਆਂ ਖੂਬਸੂਰਤ ਸ਼ਾਇਰਾਨਾ ਜਿਹੜੀ ਮਹਿਫਿਲ, ਮੈਨੂੰ ਲੱਗਦਾ ਅੱਜ ਦਾ ਪ੍ਰੋਗਰਾਮ ਲਗਭਗ ਸੰਪੂਰਨ ਹੈ। ਬਾਕੀ ਰਹਿੰਦੇ ਸਵਾਲਾਂ ਦੇ ਨਾਲ ਆਪਾਂ ਫਿਰ ਕਦੇ ਹਾਜ਼ਰ ਹੋਵਾਂਗੇ। ਜਾਣ ਤੋਂ ਪਹਿਲਾਂ ਮੈਂ ਸਾਡੇ ਅੱਜ ਦੇ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹੁੰਦੀ ਹਾਂ। ਬਲਿਹਾਰ ਲਹਿਲ ਜੀ ਦਾ USA ਤੋਂ ਸਾਡੇ ਨਾਲ ਜੁੜੇ, ਅਲੀ ਅਹਿਮਦ ਗੁਜਰਾਤੀ ਜੀ ਪਾਕਿਸਤਾਨ ਤੋਂ ਸਾਡੇ ਨਾਲ ਜੁੜੇ, ਸ਼ਲਿੰਦਰਜੀਤ ਸਿੰਘ ਰਾਜਨ ਜੀ ਪੰਜਾਬ ਤੋਂ ਸਾਡੇ ਨਾਲ ਜੁੜੇ ਤੇ ਕੁਲਜੀਤ ਕੌਰ ਗਜ਼ਲ ਜੀ ਜਿਹੜਾ ਹੈਗਾ ਮੈਲਬਨ ਤੋਂ ਸਾਡੇ ਨਾਲ ਜੁੜੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਤੁਸੀਂ ਇੰਨਾ ਟਾਈਮ ਕੱਢਿਆ ਸਾਡੇ ਲਈ ਤੇ ਬਹੁਤ ਸੋਹਣੀਆਂ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ। ਤੇ ਇਸ ਤੋਂ ਬਿਨਾਂ ਜਿਹੜਾ ਹੈਗਾ ਅਸੀਂ ਟੈਕਨੀਕਲ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। AUP ਪੰਜਾਬੀ ਚੈਨਲ ਦਾ ਜਿਨ੍ਹਾਂ ਨੇ ਜਿਹੜਾ ਹੈਗਾ ਸਾਡੀ ਬਹੁਤ ਸਾਰੀ ਟੈਕਨੀਕਲ ਮਦਦ ਕੀਤੀ ਹੈ। ਬਿਕਰਮਜੀਤ ਸਿੰਘ ਸੇਖੋਂ ਭਾਜੀ ਤੇ ਰਮਾ ਸੇਖੋਂ ਜੀ। ਪ੍ਰੋਗਰਾਮ ਦਾ ਬਹੁਤ ਸੋਹਣਾ ਪੋਸਟਰ ਬਣਾਉਣ ਲਈ ਅਸੀਂ ਹਸ਼ਮਤ ਸ਼ਰਮਾ ਮੇਰੇ ਬੇਟੇ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਛੋਟੀਆਂ ਛੋਟੀਆਂ ਚੀਜ਼ਾਂ ਹੀ ਆ ਜਿਹੜੀਆਂ ਪ੍ਰੋਗਰਾਮ ਨੂੰ ਸੰਪੂਰਨ ਕਰਦੀਆਂ ਨੇ। ਤੇ ਆਪਾਂ ਫਿਰ ਮਿਲਾਂਗੇ। ਤਦ ਤੱਕ ਲਈ ਸਾਨੂੰ ਹੁਣ ਵਿਦਾ ਦਿਓ। ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਬੁਲੰਦ ਰਹੋ, ਗੁੱਡ ਬਾਏ। ਧੰਨਵਾਦ ਜੀ, ਧੰਨਵਾਦ ਸਾਰਿਆਂ ਨੂੰ। ਬੁਲੰਦ ਰਹੋ ਜੀ। ਧੰਨਵਾਦ ਜੀ ਸਾਰਿਆਂ ਦਾ।